Yes, please. हाँ जी, गुड मॉर्निंग एवरीबॉडी। कौन कौन डिस्ट्रिक्ट ऑनलाइन बैठे हैं जी, जरा नोट करा दो प्लीज। जरूर सर। यस प्लीज। नेक्स्ट नेक्स्ट कौन कौन डिस्ट्रिक्ट बैठे हैं जी ऑनलाइन? गुड मॉर्निंग सर। गुड मॉर्निंग। हुशियारपुर, हुशियारपुर, सुरजीत सिंह गुरदासपुर, गुरदासपुर सुरजीत सिंह जी। जलंधर जी गुड मॉर्निंग। गुड जलंधर, मॉर्निंग। गुड मॉर्निंग। देन जलंधर सर। जलंधर हो गया जी, जगपाल सिंह। नेक्स्ट गुरदर्शन बैठे हैं फतेहगढ़। अभिप्रीत सिंह क्या डिस्ट्रिक्ट है जी? जलंधर सर। ओके, गुरदर्शन बैठे हैं। और किहड़ा डिस्ट्रिक्ट बैठा है जी? गुरजीत सिंह कितों ने? राजेश कुमार, डिस्ट्रिक्ट पटियाला करनैल सिंह, विनोद कुमार जी नहीं। ओके, then let's start. Today we will discuss question paper number February 2019, February 2019, paper number 3. All the questions are compulsory. All questions carry equal marks. 4 marks shall be awarded only if the relevant sections of the law have been quoted. मतलब relevant provisions sections लिखने जरूरी हैं जी, तभी पूरे नंबर मिल सकते हैं, अदरवाइज नंबर ਜਿਹੜੇ ਹੁੰਦੇ ਘਟ ਜਾਂਦੇ ਆ। क्वेश्चन फरमाना है what do you know about the licensing petition writer in the revenue courts? What do you know about the licensing petition writer in the revenue court? ਦੱਸੋ ਜੀ ਕਿੱਥੇ क्वेश्चन ਇਹ, ਕਿੱਥੋਂ ਡੀल करोगे? हाँ जी, डिस्ट्रिक्ट जलंधर आज दसेंगे जी। डिस्ट्रिक्ट जलंधर तो कानून साहब फर्स्ट क्वेश्चन कितों ਡੀਲ करोगे जी? ਪਟੀਸ਼ਨ ਰਾਈਟਰ ਰੈਵਨਿਊ ਕੋਰਟਾਂ 'ਚ ਜਿਹੜਾ ਪੇਸ਼ ਹੁੰਦਾ ਉਹਦੇ ਬਾਰੇ ਕੀ ਜਾਣਦੇ ਹੋ? ਹੁਸ਼ਿਆਰਪੁਰ ਜੀ, ਸੰਗਰੂਰ, ਗੁਰਦਾਸਪੁਰ। ਚਲੋ ਠੀਕ ਹੈ, ਇਹ ਹੈਗਾ ਜੀ ਸੈਕਸ਼ਨ 106A ਟੈਨੈਂਸੀ ਐਕਟ ਕੱਢੋ ਜੀ। ਟੈਨੈਂਸੀ ਐਕਟ ਸੈਕਸ਼ਨ 106A, ਲਾਇਸੈਂਸਿੰਗ ਆਫ ਦਾ ਪਟੀਸ਼ਨ ਰਾਈਟਰਸ ਇਨ ਦਾ ਰੈਵਨਿਊ ਕੋਰਟਸ ਐਂਡ ਰੈਵਨਿਊ ਆਫਿਸਰਸ। ਸੈਕਸ਼ਨ 106A ਨੋਟ ਕਰ ਲਓ ਜੀ। ਪੰਜਾਬ ਟੈਨੈਂਸੀ ਐਕਟ 1887। then again next question करते हैं जी, who can appoint referee to solve any dispute regarding the division of the produce between the landlord and the tenant? What other circumstances can be responsible for such disputes? ਜਦੋਂ ਕਿਤੇ ਪ੍ਰੋਡਿਊਸ ਨੂੰ ਲੈ ਕੇ ਜਿੱਥੇ ਕਿਤੇ ਇਨ ਕਾਈਂਡ ਦੇ ਵਿੱਚ ਕਿਰਾਇਆ ਲੈਂਦਾ ਹੋਵੇ ਮਾਲਕ ਕਿਰਾਏਦਾਰ ਤੋਂ, ਇਨ ਕਾਈਂਡ ਮਤਲਬ ਪ੍ਰੋਡਿਊਸ ਦੇ ਵਿੱਚ ਕਣਕ ਦੇ ਵਿੱਚੋਂ ਕਣਕ, ਮੱਕੀ ਵਿੱਚੋਂ ਮੱਕੀ, ਬਾਜਰੇ ਵਿੱਚੋਂ ਬਾਜਰਾ, ਠੀਕ ਹੈ ਜੀ। ਜਿੱਥੇ ਕਿਤੇ ਮਾਲਕ ਕਿਰਾਇਆ ਇੱਦਾਂ ਲੈਂਦਾ ਹੋਵੇ ਕਿਰਾਏਦਾਰ ਤੋਂ, ਆਪਦੇ ਟੈਨੈਂਟ ਤੋਂ, ਤਾਂ ਜੇ ਕਿਤੇ ਆਪਸ ਦੇ ਵਿੱਚ ਡਿਸਪਿਊਟ ਕ੍ਰੀਏਟ ਹੋ ਜਾਂਦਾ ਦੋਨਾਂ ਦਾ, ਮਾਲਕਾਂ ਦੇ ਕਿਰਾਏਦਾਰ ਦਾ, ਮਾਲਕ ਕਹਿੰਦਾ ਤੇਰੇ ਜਿਹੜੀ ਇਹ ਫਸਲ ਹੈਗੀ ਘੱਟ ਹੈਗੀ ਹੈ, ਵੱਧ ਹੋਣੀ ਚਾਹੀਦੀ ਹੈ, ਤੇ ਕਿਰਾਏਦਾਰ ਕਹਿੰਦਾ ਫਸਲ ਮੇਰੀ ਪੂਰੀ ਹੈਗੀ ਹੈ, ਦੋਹਾਂ ਦਾ ਡਿਸਪਿਊਟ ਕ੍ਰੀਏਟ ਹੋ ਜਾਂਦਾ ਹੈ, ਤਾਂ ਹੂ ਕੈਨ ਅਪਾਇੰਟ ਏ ਰੈਫਰੀ? ਤਾਂ ਰੈਫਰੀ ਦਾ ਮਤਲਬ ਉਹਨਾਂ ਦੀ ਜਾ ਕੇ ਡਿਵੀਜ਼ਨ ਕੌਣ ਕਰਵਾਉਂਦਾ ਹੈ, ਕਿਹਦੇ ਕੋਲੇ ਪਾਵਰ ਹੈਗੀ ਹੈ ਰੈਫਰੀ ਨਿਯੁਕਤ ਕਰਨ ਦੀ? ਕਿਹੜਾ ਸੈਕਸ਼ਨ ਹੈ ਜੀ, ਕਿੱਥੇ ਕਿਹੜੀ ਬੁੱਕ ਦੇ ਨਾਲ ਕੰਸਰਨ ਹੈ? ਆਪਾਂ ਅੱਜ 3 ਬੁੱਕਸ ਪੜ੍ਹ ਰਹੇ ਹਾਂ, ਪੰਜਾਬ ਟੈਨੈਂਸੀ ਐਕਟ, ਸੈਟਲਮੈਂਟ ਮੈਨੂਅਲ ਤੇ ਪੰਜਾਬ ਐਡਮਿਨਿਸਟ੍ਰੇਟਿਵ ਮੈਨੂਅਲ। 3 ਬੁੱਕਸ ਨੇ ਸਾਡੀਆਂ ਇਸ ਪੇਪਰ ਨੰਬਰ 3 ਨੂੰ ਜਿਹੜੀਆਂ ਕਵਰ ਕਰਦੀਆਂ ਨੇ।
ਪੰਜਾਬ ਟੈਨੈਂਸੀ ਐਕਟ 1887 ਸੈਟਲਮੈਂਟ ਮੈਨੂਅਲ। ਦੈਨ ਥਰਡ ਬੁੱਕ ਹੈਗੀ ਹੈ ਲੈਂਡ ਐਡਮਿਨਿਸਟ੍ਰੇਟਿਵ ਮੈਨੂਅਲ। ਪਹਿਲਾਂ ਤਾਂ ਇਹ ਦੱਸੋ ਇਹ ਕਿਹੜੀ ਬੁੱਕ ਦਾ ਕੁਐਸਚਨ ਹੈ ਜੀ? ਟੈਂਡੈਂਸੀ ਐਕਟ 'ਚ ਹੋਊਗਾ ਜੀ। ਟੈਨੈਂਸੀ ਐਕਟ ਦੇ ਵਿੱਚ ਆਏਗਾ। ਗੁਰਦਰਸ਼ਨ ਬੋਲ ਰਿਹਾ, ਕੌਣ ਬੋਲ ਰਿਹਾ ਹੈ? ਰਜੇਸ਼ ਬੋਲਦਾ ਜੀ ਹੁਸ਼ਿਆਰਪੁਰ। ਰਜੇਸ਼ ਹੁਸ਼ਿਆਰਪੁਰ ਤੋਂ। ਟੈਨੈਂਸੀ ਐਕਟ 'ਚ ਆਏਗਾ, ਠੀਕ ਹੈ, ਬਿਲਕੁਲ ਠੀਕ ਹੈ ਤੁਹਾਡਾ, ਕਿਉਂਕਿ ਜਿਹੜਾ ਟੈਨੈਂਸੀ ਐਕਟ ਹੈ ਇਟ ਇਜ਼ ਓਨਲੀ ਰਿਗਾਰਡਿੰਗ ਡਿਸਪਿਊਟਸ ਬਿਟਵੀਨ ਦਾ ਲੈਂਡਲॉर्ड ਐਂਡ ਟੈਨੈਂਟਸ। ਸੈਕਸ਼ਨ ਵਿਚ ਵਨ ਸੈਕਸ਼ਨ ਸੈਕਸ਼ਨ 17 17 ਹਾਂ ਬਿਲਕੁਲ ਠੀਕ ਹੈ। ਸੈਕਸ਼ਨ 17 ਸੈਕਸ਼ਨ ਚ ਜਵਾਨੀ ਗੱਲ ਕਰਦੇ ਆ ਵੀ ਜਦੋਂ ਰਿਗਾਰਡਿੰਗ ਪ੍ਰੋਡਿਊਸ ਲੈਂਡਲॉर्ड ਤੇ ਟੈਨੈਂਟ ਦੇ ਵਿਚਕਾਰ ਡਿਸਪਿਊਟ ਕ੍ਰੀਏਟ ਹੋ ਜਾਂਦਾ ਹੈ ਤਾਂ ਜਿਹੜਾ ਲੈਂਡਲॉर्ड ਹੁੰਦਾ ਹੈ ਉਹ ਜਾ ਕੇ ਐਪਲੀਕੇਸ਼ਨ ਦਿੰਦਾ ਹੈ ਤਹਿਸੀਲਦਾਰ ਤੇ, ਠੀਕ ਹੈ, ਵੀ ਮੇਰੀ ਜਿਹੜੀ ਫਸਲ ਹੈਗੀ ਹੈ ਇਹ ਵੱਧ ਹੋਣੀ ਚਾਹੀਦੀ ਹੈ ਪਰ ਮੈਨੂੰ ਫਸਲ ਉੱਥੇ ਮੌਕੇ ਤੇ ਘੱਟ ਦਿਖਾਈ ਜਾ ਰਹੀ ਹੈ, ਜਿਹੜਾ ਢੇਰ ਲੱਗਿਆ ਹੋਇਆ ਫਸਲ ਦਾ ਉਹ ਘੱਟ ਦਿਖ ਰਿਹਾ ਹੈ ਤੇ ਇਸ ਕਰਕੇ ਸਾਡਾ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਫੈਸਲਾ ਕਰਵਾਇਆ ਜਾਵੇ ਤੇ ਸਾਡੀ ਜਿਹੜੀ ਡਿਸਟ੍ਰੀਬਿਊਸ਼ਨ ਡਿਵੀਜ਼ਨ ਕਰਵਾਈ ਜਾਵੇ ਪ੍ਰੋਡਿਊਸ ਦੀ। ਫਿਰ ਰੈਵਨਿਊ ਆਫੀਸਰ ਵੱਲੋਂ ਇੱਕ ਜਿਹੜਾ ਆਪਣਾ ਹੁੰਦਾ ਹੈ ਰੈਫਰੀ ਨਿਯੁਕਤ ਕੀਤਾ ਜਾਂਦਾ ਹੈ। ਰੈਫਰੀ ਕੋਈ ਵੀ ਹੋ ਸਕਦਾ ਹੈ। ਰੈਫਰੀ ਤਹਿਸੀਲਦਾਰ ਜਿਹੜਾ ਹੈਗਾ ਆਪਣੇ ਕਾਨੂੰਗੋ ਨੂੰ, ਆਪਣੇ ਪਟਵਾਰੀ ਹਲਕਾ ਨੂੰ ਜਾਂ ਕਿਸੇ ਨੰਬਰਦਾਰ ਨੂੰ ਵੀ ਰੈਫਰੀ ਨਿਯੁਕਤ ਕਰਕੇ ਭੇਜ ਸਕਦਾ ਹੈ। ਜੇ ਕਦੇ ਰੈਫਰੀ ਨੂੰ ਜ਼ਰੂਰਤ ਹੁੰਦੀ ਹੈ ਤਾਂ ਰੈਫਰੀ ਆਪਣਾ ਕੋਈ ਅਸੈਸਰ ਵੀ ਨਿਯੁਕਤ ਕਰ ਸਕਦਾ ਹੈ ਨਾਲ, ਅਸੈਸਰ। ਤੇ ਇਹਦੇ ਲਈ ਸਭ ਤੋਂ ਪਹਿਲਾਂ ਨੋਟਿਸ ਭੇਜਣਾ ਪੈਂਦਾ ਦੋਨੋਂ ਪਾਰਟੀਆਂ ਨੂੰ ਵੀ ਕਿਹੜੀ ਡੇਟ ਨੂੰ, ਕਿਸ ਤਰੀਕ ਤੇ, ਕਿਸ ਸਮੇਂ ਤੇ, ਕਿਸ ਸਪੇਸ ਦੇ ਉੱਪਰ, ਕਿਸ ਪਲੇਸ ਦੇ ਉੱਪਰ ਜਿਹੜਾ ਹੈਗਾ ਰੈਫਰੀ ਆਏਗਾ ਤੇ ਨੋਟਿਸ ਦੇ ਕੇ ਹੀ ਉੱਥੇ ਜਾਇਆ ਜਾਂਦਾ ਹੈ। ਉਹਦੇ ਦੋਨੋਂ ਪਾਰਟੀਆਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਡਿਵੀਜ਼ਨ ਕਰਵਾ ਦਿੱਤੀ ਜਾਂਦੀ ਹੈ। ਜੇ ਕਿਤੇ ਲੱਗਦਾ ਹੈ ਰੈਫਰੀ ਨੂੰ ਵੀ ਜਿਹੜਾ ਫਸਲ ਦਾ ਘਾਟਾ ਵਾਧਾ ਲੱਗਦਾ ਹੈ ਤਾਂ ਉਹ ਨਾਲ ਲੱਗਦੇ ਜਿਹੜੇ ਖੇਤ ਹੁੰਦੇ ਨੇ, ਜਿਵੇਂ ਇਹ ਜਿਹੜੀ ਟੈਨੈਂਸੀ ਆ 5 ਏਕੜ ਦੀ ਹੈਗੀ ਹੈ ਤਾਂ ਨਾਲ ਲੱਗਦੇ ਕਿਸੇ ਖੇਤ ਦੀ ਅਸੈਸਮੈਂਟ ਕਰਕੇ ਵੀ ਇੱਕ ਖੇਤ ਦੇ ਵਿੱਚੋਂ 1 ਕਿੱਲੇ ਚੋਂ ਕਿੰਨੀ ਫਸਲ ਪੈਦਾ ਹੁੰਦੀ ਹੈ ਤੇ ਉਹਦੇ ਅਕੋਰਡਿੰਗ ਜਿਹੜਾ ਅਸੈਸਮੈਂਟ ਕੀਤੀ ਜਾਂਦੀ ਹੈ ਵੀ ਇਹ ਫਸਲ ਪੂਰੀ ਹੈ ਜਾਂ ਘੱਟ ਹੈ ਜਾਂ ਵੱਧ ਹੈ। ਵੱਧ ਤਾਂ ਹੋਣ ਦਾ ਕੋਈ ਚਾਂਸ ਹੁੰਦਾ ਨਹੀਂ, ਫਸਲ ਘੱਟ ਹੋਣ ਦੇ ਚਾਂਸਸ ਹੋ ਸਕਦੇ ਨੇ, ਮੇ ਵੀ ਕਿਸੇ ਟੈਨੈਂਟ ਨੇ, ਕਿਸੇ ਜਿਹੜਾ ਕਿਰਾਏਦਾਰ ਹੈਗਾ ਉਸਨੇ ਕੋਈ ਨਾ ਕੋਈ ਫਸਲ ਇੱਧਰ ਉੱਧਰ ਕਰ ਲਈ ਹੋਵੇ ਆਪਣੀ ਤੇ ਉਹਦੇ ਵਿੱਚੋਂ, ਠੀਕ ਹੈ। ਜੇ ਇੱਧਰ ਉੱਧਰ ਕਰ ਲਈ ਹੋਵੇ ਤਾਂ ਉਹਦੇ ਮੁਤਾਬਕ ਜਿਹੜੀ ਅਸੈਸਰ ਹੁੰਦਾ ਜਿਹੜਾ ਹੈਗਾ ਰੈਫਰੀ ਹੁੰਦਾ ਉਹ ਰਿਪੋਰਟ ਬਣਾ ਕੇ ਤਹਿਸੀਲਦਾਰ ਨੂੰ ਭੇਜ ਦਿੰਦਾ ਹੈ ਤੇ ਠੀਕ ਹੈ। ਜੇ ਉਹ ਲੱਗਦਾ ਵੀ ਪੂਰੀ ਹੈਗੀ ਹੈ ਫਸਲ, ਜਿਹੜਾ ਅਨਾਜ ਹੈਗਾ ਪੂਰਾ ਹੈਗਾ ਤਾਂ ਉਹਦੀ ਡਿਵੀਜ਼ਨ ਕਰਵਾ ਦਿੱਤੀ ਜਾਂਦੀ ਹੈ, ਠੀਕ ਹੈ ਜੀ। ਇਹ ਹੁੰਦੀਆਂ ਨੇ ਕੁਝ ਇਨਸਟਰਕਸ਼ਨਸ। ਤੇ ਦੈਨ ਹੈਗਾ ਕੁਐਸਚਨ ਨੰਬਰ 2 ਦਾ ਬੀ ਪਾਰਟ, ਵਾਟ ਇਜ਼ ਦਾ ਟਰਮ ਇੰਪਰੂਵਮੈਂਟ ਅੰਡਰ ਦਾ ਪੰਜਾਬ ਟੈਨੈਂਸੀ ਐਕਟ 1887। ਕਿਉਂਕਿ ਬੁੱਕ ਦਾ ਨਾਮ ਤੁਹਾਨੂੰ ਇੱਥੇ ਦੱਸ ਦਿੱਤਾ ਵੀ ਪੰਜਾਬ ਟੈਨੈਂਸੀ ਐਕਟ 1887 ਹੈਗੀ ਹੈ, ਠੀਕ ਹੈ। ਤੇ ਪੁੱਛਿਆ ਗਿਆ ਹੈਗਾ ਇੰਪਰੂਵਮੈਂਟ ਕੀ ਹੁੰਦੀ ਹੈ, ਟਰਮ ਇੰਪਰੂਵਮੈਂਟ ਕੀ ਹੁੰਦੀ ਹੈ। ਦੱਸਣਗੇ ਜੀ ਡਿਸਟ੍ਰਿਕਟ ਸੰਗਰੂਰ ਤੋਂ ਕੌਣ ਬੈਠੇ ਨੇ? ਭਗਵਾਨ ਦਾਸ ਬੈਠੇ ਹੋਣਗੇ, ਯਾਦਵਿੰਦਰ ਸਿੰਘ ਸਰ। ਯਾਦਵਿੰਦਰ ਬੈਠਾ ਹੈ। ਹਾਂ ਯਾਦਵਿੰਦਰ ਜੀ ਦੱਸੋ ਇੰਪਰੂਵਮੈਂਟ ਕੀ ਹੈ? ਆਪਾਂ ਬਹੁਤ ਵਾਰੀ ਪੜ੍ਹ ਚੁੱਕੇ ਹਾਂ ਇੰਪਰੂਵਮੈਂਟ ਬਾਰੇ ਬਹੁਤ ਡਿਟੇਲ ਵਿੱਚ। ਅੰਡਰ ਸੈਕਸ਼ਨ 4 ਦਾ 19 ਜੀ। ਹਾਂ ਐਪਲੀਕੇਸ਼ਨ ਦੇ ਵਿੱਚ ਸਰ। ਹਾਂ ਜਵਾਨੀ ਦੱਸ ਦਿਓ ਇੰਪਰੂਵਮੈਂਟ ਕੀ ਹੁੰਦੀ ਹੈ? ਇੰਪਰੂਵਮੈਂਟ ਸਰ ਕਿਸੇ ਨੂੰ ਲੈਂਡ ਨੂੰ ਸੁਧਾਰ ਕਰਨਾ ਜੀ। ਲੈਂਡ ਸੁਧਾਰ ਕਰਨਾ, ਇਟ ਮੇ ਬੀ ਮੇਡ ਬਾਈ ਦਾ ਲੈਂਡਲॉर्ड ਔਰ ਇਟ ਮੇ ਬੀ ਮੇਡ ਬਾਈ ਦਾ ਟੈਨੈਂਟ। ਜਦੋਂ ਲੈਂਡਲॉर्ड ਵੱਲੋਂ ਇੰਪਰੂਵਮੈਂਟ ਕਰਵਾਈ ਜਾਂਦੀ ਹੈ ਤਾਂ ਲੈਂਡਲॉर्ड ਕਿਰਾਏ ਦੇ ਵਾਧੇ ਦੀ ਮੰਗ ਕਰਦਾ ਹੈ, ਠੀਕ ਹੈ। ਜਦੋਂ ਟੈਨੈਂਟ ਵੱਲੋਂ ਇੰਪਰੂਵਮੈਂਟ ਕਰਾਈ ਜਾਂਦੀ ਹੈ ਤਾਂ ਟੈਨੈਂਟ ਕਹਿੰਦਾ ਮੇਰਾ ਕਿਰਾਇਆ ਜਿਹੜਾ ਹੈਗਾ ਘਟਾਇਆ ਜਾਵੇ, ਟੈਨੈਂਸੀ ਦਾ ਜਿਹੜਾ ਰੇਟ ਹੈ ਘਟਾਇਆ ਜਾਵੇ, ਠੀਕ ਹੈ। ਏਦਾਂ ਲੈ ਕੇ ਕਾਫੀ ਡਿਸਪਿਊਟ ਕ੍ਰੀਏਟ ਹੁੰਦੇ ਨੇ। ਕਿੱਥੇ ਕਿੱਥੇ ਜ਼ਰੂਰਤ ਹੁੰਦੀ ਹੈ ਮਾਲਕ ਤੋਂ ਪਰਮਿਸ਼ਨ ਲੈਣ ਦੀ, ਕਿੱਥੇ ਮਾਲਕ ਤੋਂ ਪਰਮਿਸ਼ਨ ਲੈਣ ਦੀ ਨਹੀਂ ਲੋੜ ਹੁੰਦੀ। ਮਾਲਕ ਦੇ ਕੀ ਅਧਿਕਾਰ ਹੁੰਦੇ ਨੇ, ਟੈਨੈਂਟ ਦੇ ਕੀ ਅਧਿਕਾਰ ਹੁੰਦੇ ਨੇ ਇੰਪਰੂਵਮੈਂਟ ਨੂੰ ਲੈ ਕੇ। ਫਿਰ ਇੰਪਰੂਵਮੈਂਟ ਕਿੰਨੀ ਹੋਣੀ ਚਾਹੀਦੀ ਹੈ, ਜੇ ਇੰਪਰੂਵਮੈਂਟ ਕਰਾ ਦਿੱਤੀ ਤਾਂ ਇੰਪਰੂਵਮੈਂਟ ਦੀ ਅਮਾਊਂਟ ਕਿੰਨੀ ਹੋਣੀ ਚਾਹੀਦੀ ਹੈ, ਇਹ ਤਹਿਸੀਲਦਾਰ ਨੇ ਅੱਗੇ ਦੇਖਣਾ ਹੁੰਦਾ। ਉਹਦੇ ਵਿੱਚ ਕਾਫੀ ਫੈਕਟਰਸ ਹੁੰਦੇ ਆ ਅਲੱਗ-ਅਲੱਗ, ਠੀਕ ਹੈ। ਆਪਾਂ ਨੂੰ ਇਸ ਕੁਐਸਚਨ ਦੇ ਵਿੱਚ ਸਿਰਫ ਇੰਨੀ ਪੁੱਛਿਆ ਗਿਆ ਵਾਟ ਇਜ਼ ਇੰਪਰੂਵਮੈਂਟ, ਠੀਕ ਹੈ ਜੀ। ਇੱਥੇ ਆਪਾਂ ਸਿਰਫ ਡੈਫੀਨੇਸ਼ਨ ਦੇ ਕੇ 4 ਦੇ 19 ਦੇ ਵਿੱਚ ਸਾਰ ਲਵਾਂਗੇ। ਨੈਕਸਟ ਕੁਐਸਚਨ ਹੈਗਾ ਵਾਟ procedure, question number 3 A part है जी, what procedure is to be followed if a landlord wants to do improvement on the tenancy। देखो आ गया ना क्वेश्चन, जे मालिक है ਜਿਹੜਾ लैंडलॉर्ड है ਉਹ tenancy ਦੇ ਉੱਪਰ ਇੰਪਰੂਵਮੈਂਟ ਕਰਵਾਉਣੀ ਚਾਹੁੰਦਾ ਹੈ ਤਾਂ ਉਹਨੂੰ ਕੀ ਪ੍ਰੋਸੀਜਰ ਅਡਾਪਟ ਕਰਨਾ ਹੋਏਗਾ, ਦੱਸੋ ਜੀ। ਡਿਸਟ੍ਰਿਕਟ ਗੁਰਦਾਸਪੁਰ ਤੋਂ ਸੁਰਜੀਤ ਸਿੰਘ ਜੀ। ਜੇ ਮਾਲਕ ਇੰਪਰੂਵਮੈਂਟ ਕਰਨੀ ਚਾਹੁੰਦਾ ਹੋਵੇ ਆਪਦੇ ਖੇਤ ਦੇ ਵਿੱਚ ਤੇ ਖੇਤ ਦਿੱਤਾ ਹੋਇਆ ਉਸਨੇ ਟੈਨੈਂਟ ਨੂੰ ਵਾਹਨ ਦੇ ਲਈ, ਤਾਂ ਮਾਲਕ ਨੂੰ ਕੀ ਪ੍ਰੋਸੀਜਰ ਅਡਾਪਟ ਕਰਨਾ ਹੁੰਦਾ ਹੈ ਮਾਲਕ ਵੱਲੋਂ? ਜਲੰਧਰ ਡਿਸਟ੍ਰਿਕਟ ਜੀ, ਡਿਸਟ੍ਰਿਕਟ ਜਲੰਧਰ। ਸਰ ਸੈਕਸ਼ਨ 61 ਹੈ ਜੀ।
61 बिल्कुल ठीक है। जवानी दस दो जरा की करना होता है मालिक ने। सेक्शन 61 ਮਾਲਕ ਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਟੈਨੈਂਟ ਤੋਂ ਇੰਪਰੂਵਮੈਂਟ ਕਰਾਉਣ ਦੀ ਖਾਤਰ, ਮਾਲਕ ਨੇ ਪਰ ਨੋਟਿਸ ਜ਼ਰੂਰ ਦੇਣਾ ਹੁੰਦਾ ਹੈ। 61 improvement by the landlord on the tenancy on occupancy tenants। Without the previous permission of the collector, a landlord shall not make an improvement on the tenancy of a tenant having a right of occupancy tenant। If a landlord desires to make such an improvement, he may apply to the collector for the permission to make it। मतलब कि तहसीलदार ਨੂੰ ਅਰਜ਼ੀ ਦੇਣੀ ਪੈਂਦੀ ਹੈ ਜਾਂ ਕਲੈਕਟਰ ਦੀਆਂ ਪਾਵਰਸ ਜਿਹਦੇ ਕੋਲੇ ਹੁੰਦੀਆਂ, ਐਸਡੀਐਮ ਕੋਲੇ ਹੁੰਦੀਆਂ, ਜਿਹੜੇ ਵੀ ਆਫੀਸਰ ਕੋਲੇ ਹੁੰਦੀਆਂ ਨੇ, ਉੱਥੇ ਐਪਲੀਕੇਸ਼ਨ ਦੇਣੀ ਪੈਂਦੀ ਹੈ, ਮੈਂ ਇੰਪਰੂਵਮੈਂਟ ਕਰਵਾਉਣੀ ਹੈਗੀ। ठीक है, ਜੇ ਐਪਲੀਕੇਸ਼ਨ ਦੇ ਕੇ ਇਨਫੋਰਮੇਸ਼ਨ ਦੇ ਕੇ ਇੰਪਰੂਵਮੈਂਟ ਕਰਾਈ ਜਾਂਦੀ ਹੈ, ਦੈਨ ਲੈਂਡਲॉर्ड कैन क्लेम द कंपनसेशन रिगार्डिंग द इंप्रूवमेंट। ਜੇ ਵਿਦਾਊਟ ਐਨੀ ਇਨਫੋਰਮੇਸ਼ਨ ਜਾਂ ਵਿਦਾਊਟ ਐਨੀ ਪਰਮਿਸ਼ਨ ਇੰਪਰੂਵਮੈਂਟ ਕਰਾਈ ਜਾਂਦੀ ਹੈ ਤਾਂ ਫਿਰ ਜਿਹੜਾ ਕਲੇਮ ਹੈਗਾ ਉਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ। ਠੀਕ ਹੈ ਜੀ, ਸੈਕਸ਼ਨ 61 ਹੈਗਾ। ਇਹਦਾ ਬੀ ਪਾਰਟ ਹੈ, ਵਾਟ ਪ੍ਰੋਸੀਜਰ ਐਨ ਅਸੈਸਰ ਔਰ ਰੈਫਰੀ ਸ਼ੁੱਡ ਹੈਵ ਟੂ ਫੋਲੋ ਵੈਨ ਅਪਾਇੰਟਡ ਬਾਈ ਏ ਰੈਵਨਿਊ ਆਫੀਸਰ। ਕਿਹੜੇ ਕਿਹੜੇ ਪ੍ਰੋਸੀਜਰ ਰੈਫਰੀ ਵੱਲੋਂ ਜਾਂ ਅਸੈਸਰ ਵੱਲੋਂ ਅਡਾਪਟ ਕੀਤੇ ਜਾਂਦੇ ਆ। ਆਪਾਂ ਜਵਾਨੀ ਹੋਣੀ ਇਹ ਤੋਂ ਪਹਿਲਾਂ ਗੱਲ ਕਰਕੇ ਹਟਿਆ। ਠੀਕ ਹੈ, ਦੱਸੋ ਜੀ ਸੈਕਸ਼ਨ ਕਿਹੜਾ ਹੈਗਾ। ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਕੌਣ ਬੈਠੇ ਨੇ। ਸਰ ਰਾਜੇਸ਼ ਬੈਠ। ਓਕੇ, ਮੇਜਰ ਭੁੱਲਰ ਜੀ ਕਿੱਥੋਂ ਬੈਠੇ ਨੇ, ਡਿਸਟ੍ਰਿਕਟ ਕਿਹੜਾ ਹੈ। ਸਰ ਸੰਗਰੂਰ ਤੋਂ ਜੀ 18 ਨੰਬਰ ਆਊਗਾ। ਹਾਂ ਹਾਂ ਬਿਲकुल ठीक है, राइट, वेरी गुड। सेक्शन 18 ठीक है जी, बिल्कुल ठीक है। ਪ੍ਰੋਸੀਜਰ ਆਪਾਂ ਹੁਣ ਗੱਲ ਕਰਕੇ ਹਟੇ ਆ ਵੀ ਨੋਟਿਸ ਦੇਣਾ ਪਏਗਾ ਪਹਿਲਾਂ ਪਾਰਟੀਆਂ ਨੂੰ। ਠੀਕ ਹੈ, ਦੋਨੇ ਪਾਰਟੀਆਂ ਨੂੰ ਨੋਟਿਸ ਦੇਣਾ ਪਏਗਾ, ਸਮਾਂ ਸਥਾਨ ਡੇਟ ਨਿਯਤ ਕਰਨੇ ਪੈਣਗੇ। ਠੀਕ ਹੈ, ਉਸ ਸਮੇਂ ਸਥਾਨ ਦੇ ਉੱਪਰ ਜਾ ਕੇ ਜਿਹੜਾ ਹੈਗਾ ਆਸੇ ਪਾਸੇ ਦੇ ਜਿਹੜੇ ਆਂਢੀ ਗੁਆਂਢੀ ਹੈਗੇ ਨੇ ਉਹਨਾਂ ਦੀਆਂ ਫਸਲਾਂ ਦਾ ਮੁਆਇਨਾ ਕੀਤਾ ਜਾਵੇਗਾ ਤੇ ਉਹਦੇ ਅਕੋਰਡਿੰਗ ਅਸੈਸਮੈਂਟ ਕਰਕੇ ਉਹਦੇ ਅਕੋਰਡਿੰਗ ਦੇਖਿਆ ਜਾਵੇਗਾ ਕਿ ਇਹ ਜਿਹੜਾ ਝਾੜ ਹੈਗਾ ਇਹ ਪੂਰਾ ਲੱਗਦਾ ਜਾਂ ਨਹੀਂ ਲੱਗਦਾ। ਇਹ ਦੇਖ ਕੇ ਹੀ ਰਿਪੋਰਟ ਬਣਾਈ ਜਾਏਗੀ। ਜੇਕਰ ਪੂਰਾ ਲੱਗਦਾ ਤਾਂ ਉਹਦੀ ਰਿਪੋਰਟ ਬਣਾ ਕੇ ਤਾਂ ਉਹਦੀ ਜਿਹੜੀ ਪ੍ਰੋਸੀਜਰ ਅਡਾਪਟ ਕਰਕੇ ਜਿਹੜੀ ਡਿਵੀਜ਼ਨ ਕਰ ਦਿੱਤੀ ਜਾਂਦੀ ਹੈ। ਜੇ ਲੱਗਦਾ ਪੂਰਾ ਨਹੀਂ ਹੈਗਾ, ਠੀਕ ਹੈ, ਤਾਂ ਵੀ ਤਹਿਸੀਲਦਾਰ ਨੂੰ ਲਿਖ ਕੇ ਭੇਜ ਦਿੱਤਾ ਜਾਂਦਾ ਹੈ। ਜਿਹੜੀ ਰਿਵੀਜ਼ਨ ਕੀਤੀ ਜਾਂਦੀ ਹੈ ਉਹ ਤਹਿਸੀਲਦਾਰ ਦੀ ਉਹਦੇ ਤੇ ਕਨਫਰਮੇਸ਼ਨ ਦੇ ਉੱਪਰ ਡਿਪੈਂਡ ਕਰਦੀ ਹੈ। ਜੇਕਰ ਤਹਿਸੀਲਦਾਰ ਨੂੰ ਲੱਗਦਾ ਮੌਕੇ ਤੇ ਜਾ ਕੇ ਵੀ ਜਿਹੜੀ ਇਹ ਰਿਵੀਜ਼ਨ ਕੀਤੀ ਗਈ ਸਹੀ ਲੱਗਦੀ ਹੈ ਤਾਂ ਤਹਿਸੀਲਦਾਰ ਉਸ ਨੂੰ ਕਨਫਰਮ ਕਰ ਦਿੰਦਾ ਹੈ, ਅਦਰਵਾਈਜ਼ ਉਸ ਨੂੰ ਦੁਬਾਰਾ ਵੀ ਚੇਂਜ ਕੀਤਾ ਜਾ ਸਕਦਾ ਹੈ। ਨੈਕਸਟ ਹੈਗਾ ਜੀ how a land question number 4, how a landlord can get his share of produce if produce of tenancy is attached by competent court। how a landlord can get his share of produce if the produce of a tenancy is attached by competent court। ਜੇ ਕਿਸੇ competent court ਵੱਲੋਂ ਜਿਹੜੀ ਪ੍ਰੋਡਿਊਸ ਅਟੈਚ ਕਰ ਦਿੱਤੀ ਗਈ ਹੋਵੇ, ਕੁਰਕੀ ਕੀਤੀ ਗਈ ਹੋਵੇ, ਤਾਂ ਜਿਹੜਾ ਲੈਂਡਲॉर्ड ਹੈਗਾ ਉਹ ਆਪਣਾ ਕਿਰਾਇਆ ਕਿਵੇਂ ਲਏਗਾ। how a landlord can get his share of produce, ਦੱਸੋ ਜੀ ਕਿਹੜੇ ਸੈਕਸ਼ਨ ਚ ਆਏਗਾ। ਟੈਨੈਂਸੀ ਜਿਹੜੀ ਹੈਗੀ ਆ ਉਹ ਅਟੈਚ ਹੋਈ ਵੀ ਹੈ। ਅਸੀਂ ਕਹਿੰਦੇ ਆ ਵੀ ਜਿਹੜਾ ਰੈਂਟ ਹੈਗਾ, ਰੈਂਟ ਇਜ਼ ਦਾ ਫਸਟ ਚਾਰਜ ਔਨ ਦਾ ਪ੍ਰੋਡਿਊਸ। ਰੈਂਟ ਇਜ਼ ਦਾ ਫਸਟ ਚਾਰਜ ਔਨ ਦਾ ਪ੍ਰੋਡਿਊਸ। ਬੇਸ਼ੱਕ ਜਿਹਦੀ ਅਟੈਚਮੈਂਟ ਵੀ ਕਿਸੇ ਕੋਰਟ ਵੱਲੋਂ ਕੀਤੀ ਗਈ ਹੋਵੇ, ਪਰ ਜਿਹੜਾ ਟੈਨੈਂਟ ਦਾ ਜਿਹੜਾ ਰੈਂਟ ਹੈਗਾ ਉਹ ਫਸਟ ਚਾਰਜ ਹੁੰਦਾ, ਪਹਿਲਾਂ ਉਹ ਕਿਰਾਇਆ ਅਦਾ ਕੀਤਾ ਜਾਂਦਾ ਹੈ। ਦੈਨ ਜਿਹੜੀ ਹੈਗੀ ਹੈ ਡਿਵੀਜ਼ਨ ਦੈਨ ਜਿਹੜੀ ਬਾਕੀ ਅਮਾਊਂਟ ਬਚ ਜਾਂਦੀ ਹੈ, ਬਾਕੀ ਫਸਲ ਬਚ ਜਾਂਦੀ ਹੈ, ਉਹ ਜਿਹੜੀ ਹੈਗੀ ਆ ਫਿਰ ਉਹ ਕੰਪਲੇਂਟ ਕੋਰਟ ਦੇ ਆਰਡਰ ਦੇ ਮੁਤਾਬਕ ਉਹਨੂੰ ਸੇਲ ਪਰਚੇਜ ਕਰਕੇ ਫਿਰ ਜਿਹੜੀ ਪੇਮੈਂਟ ਜਮ੍ਹਾਂ ਕਰਾਈ ਜਾਂਦੀ ਹੈ। ਠੀਕ ਹੈ, 33 ਸੈਕਸ਼ਨ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਰਿਕਵਰੀ ਆਫ ਰੈਂਟ ਫਰੋਮ ਅਟੈਚਡ ਪ੍ਰੋਡਿਊਸ। ਬਸ ਦੇਖੋ ਤੁਸੀਂ ਇੱਕ ਯਾਦ ਰੱਖਣੀ ਗੱਲ ਵੀ ਰੈਂਟ ਇਜ਼ ਦਾ ਫਸਟ ਪ੍ਰੋਡਿਊਸ, rent is the first charge on the produce, rent of the landlord is the first charge on the produce। ਠੀਕ ਹੈ ਜੀ, ਕਿਸੇ ਵੀ ਸਿਵਲ ਕੋਰਟ ਨੇ, ਕਿਸੇ ਕ੍ਰਿਮੀਨਲ ਕੋਰਟ ਨੇ ਕਿਸੇ ਪ੍ਰਾਪਰਟੀ ਨੂੰ ਕਿਸੇ ਦੀ
ਜਿਹੜੀ ਫਸਲ ਹੈ ਉਸਨੂੰ ਅਟੈਚ ਕੀਤਾ ਹੋਵੇ, ਤਦ ਵੀ ਜਿਹੜੀ ਹੈਗੀ ਹੈ ਪਹਿਲਾਂ ਜਿਹੜੀ ਉਹ ਹੈਗੀ ਹੈ ਕਲੈਕਟਰ ਦੀ ਪਰਮਿਸ਼ਨ ਲਈ ਜਾਂਦੀ ਹੈ। ਕਲੈਕਟਰ ਦੀ ਪਰਮਿਸ਼ਨ ਦੇ ਮੁਤਾਬਕ ਜਿਹੜੀ ਉਹ ਜਿਹੜਾ ਫਸਟ ਚਾਰਜ ਹੈਗਾ ਰੈਂਟ ਦਾ, ਠੀਕ ਹੈ, ਲੈਂਡ ਰੈਵਨਿਊ ਹੋਇਆ, ਫਸਟ ਰੈਂਟ ਹੋਇਆ, ਇਹ ਸਾਰੇ ਕੱਢ ਕੇ ਫਿਰ ਹੀ ਜਿਹੜੀ ਬਾਕੀ ਜਿਹੜੀ ਬਸ ਦੀ ਜਿਹੜੀ ਫਸਲ ਹੈਗੀ ਆ ਉਹਨੂੰ ਵੇਚ ਕੇ ਹੀ ਸਿਵਲ ਕੋਰਟ ਦੇ ਵਿੱਚ ਪੇਮੈਂਟ ਜਮ੍ਹਾਂ ਕਰਾਈ ਜਾਂਦੀ ਹੈ। ਦੈਨ ਨੈਕਸਟ ਹੈਗਾ ਵਾਟ ਇਜ਼ ਦਾ ਟਾਈਮ ਲਿਮਿਟ ਫॉर ਦਾ ਅਜੈਕਟਮੈਂਟ। ਕੁਐਸਚਨ ਬੀ 4 ਦਾ ਬੀ ਪਾਰਟ, ਵਾਟ ਇਜ਼ ਦਾ ਟਾਈਮ ਲਿਮਿਟ ਫॉर ਦਾ ਅਜੈਕਟਮੈਂਟ। ਅਜੈਕਟਮੈਂਟ ਦਾ ਟਾਈਮ ਲਿਮਿਟ ਕੀ ਹੈ ਜੀ? ਸੈਕਸ਼ਨ 47 ਸਰ। ਹਾਂਜੀ, ਕਿੰਨਾ ਕੀ ਟਾਈਮ ਲਿਮਿਟ ਹੈ, ਜਰਾ ਦੱਸ ਵੀ ਦਿਓ। ਇਹ ਸਰ ਹੈਗੀ 1 ਮਈ ਤੋਂ 16 ਜੂਨ ਸਰ, 15 ਜੂਨ ਸਰ। ਹਾਂ, ਆਪਾਂ ਬਹੁਤ ਵਾਰੀ ਇਹ ਜਵਾਨੀ ਡਿਸਕਸ ਕਰ ਚੁੱਕੇ ਹਾਂ, ਬਹੁਤ ਵਾਰੀ, ਤਾਂ ਕਿ ਤੁਹਾਨੂੰ ਜਵਾਨੀ ਯਾਦ ਹੋ ਜਾਵੇ, ਠੀਕ ਹੈ। ਇਦਾਂ ਹੀ ਕਬਜ਼ੀ ਕਾਰਵਾਈਆਂ ਜਿਹੜੀਆਂ ਹੁਣ ਤੁਸੀਂ ਬਤੌਰ ਕਾਨੂੰਗੋ ਕੰਮ ਕਰ ਰਹੇ ਹੋ, ਤੁਹਾਡੀ ਫਸਟ ਪ੍ਰੈਫਰੈਂਸ ਇਹ ਹੋਣੀ ਚਾਹੀਦੀ ਹੈ ਵੀ ਜਿਹੜਾ ਕਬਜ਼ਾ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਉਹ 1 ਮਈ ਤੋਂ 15 ਜੂਨ ਦੇ ਜਿਹੜਾ ਪੀਰੀਅਡ ਹੈਗਾ ਇਸੇ ਦਰਮਿਆਨ ਹੋਣੀ ਚਾਹੀਦੀ ਹੈ, ਕਿਉਂਕਿ ਇਸ ਸਮੇਂ ਦੇ ਵਿੱਚ ਜਿਹੜੀਆਂ ਫਸਲਾਂ ਆਲਮੋਸਟ ਖਾਲੀ ਹੁੰਦੀਆਂ ਨੇ ਤੇ ਨੈਕਸਟ ਜਿਹੜੀ ਫਸਲ ਹੁੰਦੀ ਹੈ ਉਹਦੀ ਤਿਆਰੀ ਦਾ ਸਮਾਂ ਮਿਲ ਜਾਂਦਾ ਹੈ, ਠੀਕ ਹੈ ਜੀ। 1 ਮਈ ਤੋਂ 15 ਜੂਨ ਤੱਕ ਦਾ ਜਿਹੜਾ ਹੈਗਾ ਅਜੈਕਟਮੈਂਟ ਦਾ ਟਾਈਮ ਹੈਗਾ। ਜੇ ਕਿਤੇ ਫਸਲ ਖੜੀ ਹੋਵੇ ਤਾਂ ਅਸੀਂ ਕੋਰਟ ਤੋਂ ਪਰਮਿਸ਼ਨ ਲੈ ਸਕਦੇ ਹਾਂ, ਕੋਰਟ ਨੂੰ ਪੁੱਛ ਸਕਦੇ ਹੈਗੇ ਹਾਂ। ਜੇ ਕੋਰਟ ਨੇ ਕਿਹਾ ਹੋਵੇ ਵੀ ਐਜ਼ ਇਟ ਇਜ਼ ਇਸ ਨੂੰ ਲਾਗੂ ਕਰੋ ਵਾਰੰਟ ਨੂੰ, ਠੀਕ ਹੈ, ਫਿਰ ਅਸੀਂ ਕਰ ਸਕਦੇ ਹਾਂ। ਅਦਰਵਾਈਜ਼ ਜੇ ਫਸਲ ਖੜੀ ਹੋਵੇ ਤਾਂ ਅਸੀਂ ਕੋਰਟ ਤੋਂ ਰੈਵਰੀ ਲੈ ਸਕਦੇ ਹਾਂ ਵੀ ਆਹ ਫਲਾਣੀ ਫਸਲ ਖੜੀ ਹੈ ਮੌਕੇ ਤੇ, ਕੀ ਕਬਜ਼ਾ ਕਾਰਵਾਈ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ। ਦੈਨ ਅਗਲਾ ਕੁਐਸਚਨ ਹੈਗਾ ਜੀ question number 5, explain time limitation for the appeal under the Punjab Tenancy Act 1887। appeal review revision land revenue act ਦੇ ਵਿੱਚ section 13 14 15 16 17 ਨੇ ਜੀ, land revenue act ਦੀ ਗੱਲ ਕਰਦੇ ਹਾਂ, ਠੀਕ ਹੈ। ਇਹ ਅਸੀਂ ਪੜ੍ਹ ਰਹੇ ਹਾਂ ਪੰਜਾਬ ਟੈਨੈਂਸੀ ਐਕਟ। ਇਹਦੇ ਵਿੱਚ ਜਿਹੜੀ ਅਪੀਲ ਦਾ ਸਮਾਂ ਕੀ ਹੈਗਾ? ਸੈਕਸ਼ਨ 81 ਸੈਕਸ਼ਨ 81 ਦੱਸ ਦਿਓ ਕਿੰਨਾ ਸਮਾਂ ਹੈ ਜੀ? 30 60 90 30 60 90 ਉਹੀ ਸਟੈਂਡਰਡ ਜਿਹੜਾ ਹੈਗਾ ਉਹਦੇ ਵਿੱਚ ਹੀ ਸੈਕਸ਼ਨ 14 ਦੇ ਵਿੱਚ ਹੈਗਾ, ਲੈਂਡ ਰੈਵਨਿਊ ਐਕਟ ਦੇ ਵਿੱਚ ਸੈਕਸ਼ਨ 14 ਹੈਗਾ ਆਈ ਥਿੰਕ 30 60 90, ਠੀਕ ਹੈ ਜੀ। 30 ਦਿਨ ਦੇ ਹੈਗੇ ਨੇ ਕਲੈਕਟਰ ਕੋਲੇ ਅਪੀਲ ਫਾਈਲ ਕਰਨੀ ਹੋਵੇ, 60 ਦਿਨ ਹੈਗੇ ਨੇ ਜੇ ਕਮਿਸ਼ਨਰ ਕੋਲੇ ਅਪੀਲ ਫਾਈਲ ਕਰਨੀ ਹੋਵੇ, ਤੇ 90 ਦਿਨ ਹੁੰਦੇ ਨੇ ਜਦੋਂ ਅਸੀਂ FCR ਕੋਲੇ ਅਪੀਲ ਫਾਈਲ ਕਰਨੀ ਹੋਵੇ। ਕਲੈਕਟਰ ਕੋਲੇ ਅਪੀਲ ਫਾਈਲ ਹੁੰਦੀ ਹੈ AC ਫਸਟ AC ਸੈਕੰਡ ਦੇ ਆਰਡਰ ਦੀ, ਕਮਿਸ਼ਨਰ ਕੋਲੇ ਫਾਈਲ ਹੁੰਦੀ ਹੈ ਕਲੈਕਟਰ ਦੇ ਆਰਡਰ ਦੀ ਅਪੀਲ, ਤੇ FCR ਕੋਲੇ ਆਰਡਰ ਫਾਈਲ ਹੁੰਦੀ ਹੈ ਕਮਿਸ਼ਨਰ ਦੇ ਆਰਡਰ ਦੀ ਅਪੀਲ। ਨੈਕਸਟ ਹੈ ਕੁਐਸਚਨ 5 ਦਾ ਬੀ ਪਾਰਟ, ਕੈਨ ਏ ਰੈਵਨਿਊ ਆਫੀਸਰ ਰਿਵਿਊ ਹਿਸ ਓਨ ਔਰ ਹਿਸ ਪ੍ਰੀਡਿਸੈਸਰਸ ਡਿਸੀਜਨ ਐਂਡ what procedure he has to adopt। ਇਹ ਦੇਖੋ ਅਪੀਲ ਦਾ 13 ਪਾਰਟ ਸੀ, 14 ਸਾਡੇ ਕੋਲ ਲਿਮਿਟੇਸ਼ਨ ਸੀਗਾ, ਆਈ ਥਿੰਕ 15 ਸਾਡਾ ਰਿਵਿਊ ਦਾ ਸੀਗਾ ਸ਼ਾਇਦ। ਇਹਦੇ ਵਿੱਚ ਸੈਕਸ਼ਨ ਉਸ ਤਰ੍ਹਾਂ ਹੀ ਚੱਲਦੇ ਨੇ, ਠੀਕ ਹੈ ਜੀ। ਰਿਵਿਊ ਦਾ ਸੈਕਸ਼ਨ ਕਿਹੜਾ ਜੀ ਆਪਣੇ ਇੱਥੇ ਟੈਨੈਂਸੀ ਐਕਟ ਦੇ ਵਿੱਚ? 82 ਸੈਕਸ਼ਨ 82। ਆਪਾਂ ਜਵਾਨੀ ਗੱਲ ਕਰ ਲਈਏ ਵੀ ਰਿਵਿਊ ਦਾ ਕੀ ਪ੍ਰੋਸੀਜਰ ਹੈ। ਕੀ ਕੋਈ ਆਫੀਸਰ ਆਪਣੇ ਆਰਡਰ ਦੀ ਜਾਂ ਆਪਣੇ ਪ੍ਰੀਡਿਸੈਸਰ ਦੇ ਆਰਡਰ ਦੀ ਜਿਹੜੀ ਅਪੀਲ ਰਿਵਿਊ ਕਰ ਸਕਦਾ ਹੈ? ਜੇ ਕਰ ਸਕਦਾ ਤਾਂ ਕਿਵੇਂ ਕਰ ਸਕਦਾ ਹੈ? ਉਹ ਲੈ ਸਕਦਾ ਉਹਨੂੰ ਮੋਸ਼ਨ ਹੈ ਜੀ, ਆਪਣੇ ਆਪ ਵੀ ਕਰ ਸਕਦਾ ਜੇ ਚਾਹੇ ਸੂਮੋਟੋ ਲੈ ਸਕਦਾ, ਔਨ ਮੋਸ਼ਨ ਦੇ ਨਾਲ ਕਰ ਸਕਦਾ ਜੇ ਉਹਨੂੰ ਲੱਗੇ ਕਿ ਇਹਦੇ ਵਿੱਚ ਕੁਝ ਅਮੈਂਡਮੈਂਟ ਜਾਂ ਕੋਈ ਲੋੜ ਹੈ। ਇੱਥੇ ਦੇਖੋ, ਇੱਥੇ ਕੁਐਸਚਨ ਪਰ ਆਪਾਂ ਹੈਗਾ ਕੈਨ ਏ ਰੈਵਨਿਊ ਆਫੀਸਰ ਰਿਵਿਊ ਹਿਸ ਓਨ ਔਰ ਹਿਸ ਪ੍ਰੀਡਿਸੈਸਰਸ ਡਿਸੀਜਨ। ਆਪਦਾ ਜਾਂ ਆਪਣੇ ਪ੍ਰੀਡਿਸੈਸਰ ਦਾ ਜਿਹੜਾ ਡਿਸੀਜਨ ਹੈ ਉਹਦੀ, ਠੀਕ ਹੈ। ਆਪਾਂ ਇੱਥੇ ਦੋਹੇ ਪੁਆਇੰਟ ਲਿਖਾਂਗੇ, ਔਨ ਹਿਸ ਓਨ ਮੋਸ਼ਨ ਔਰ ਔਨ ਦਾ ਐਪਲੀਕੇਸ਼ਨ ਆਫ ਦਾ ਕੰਸਰਨ ਪਾਰਟੀ। 82A ਦੇ ਵਿੱਚ ਕਲੀਅਰ ਹੋ ਜਾਂਦਾ ਸਰ ਇਹਦਾ ਕਿ 82A ਪਾਰਟ, ਹਾਂ 82 ਸੈਕਸ਼ਨ A ਕਲੌਜ਼ ਹੈ ਇਹਦੀ, ਹਾਂ। ਜਿਹੜਾ ਜਵਾਨੀ ਕਲੀਅਰ ਲਿਖਿਆ, ਜਿਹੜਾ ਜਵਾਨੀ ਦੱਸ ਦਿਓ ਜਵਾਨੀ ਕੀ ਕਰਨਾ ਹੁੰਦਾ ਹੈ, ਰੈਵਨਿਊ ਆਫੀਸਰ ਨੂੰ ਕੀ ਕਰਨਾ ਹੁੰਦਾ ਹੈ? ਮੈਂ ਪੜ੍ਹ ਦਿੰਦਾ। When a commissioner or collector thinks it necessary to review any order which has not himself passed when a revenue officer of class below the collector
proposes to review any whether passed by himself or by any predecessor in the office, he shall first obtain the sanction of revenue officer to whose control he is immediately subject. ਉਹਨਾਂ ਦਾ permission ਲੈਣੀ ਹੁੰਦੀ ਆ ਆਪਣੇ ਤੋਂ higher authority ਦੀ। ਹਾਂ ਆਪਣੇ ਤੋਂ ਇੱਕ ਸਟੈਪ ਜਿਹੜਾ ਉੱਪਰ ਜਿਹੜਾ collector ਕਮਿਸ਼ਨਰ ਦੀ ਲਊਗਾ, ਕਮਿਸ਼ਨਰ ਜਿਹੜਾ ਆ ਹਾਂ ਆਪਣੇ ਤੋਂ ਇੱਕ ਸਟੈਪ ਉੱਪਰ ਅਥਾਰਟੀ ਦੇ ਅੰਦਰ ਜਿਹਦੇ ਕੰਟਰੋਲ 'ਚ ਕੰਮ ਕਰ ਰਿਹਾ ਆਫੀਸਰ ਉਸਦੀ ਪਰਮਿਸ਼ਨ ਲੈਣੀ ਪਏਗੀ। ਜੇ ਕੋਈ ਪਾਰਟੀ ਐਪਲੀਕੇਸ਼ਨ ਦਿੰਦੀ ਹੈ ਤਾਂ ਉਹਨੂੰ ਕਿੰਨੇ ਸਮੇਂ ਦੇ ਅੰਦਰ ਅੰਦਰ ਅਰਜ਼ੀ ਦੇਣੀ ਪੈਂਦੀ ਹੈ। ਜੇ ਕੋਈ ਪਾਰਟੀ ਐਪਲੀਕੇਸ਼ਨ ਦਿੰਦੀ ਹੈ, ਜੇ ਕੋਈ ਪਾਰਟੀ ਕੰਸਰਨ ਪਾਰਟੀ ਹੈ ਜਿਹੜੀ ਐਗਰੀਡ ਪਾਰਟੀ ਕੋਈ ਹੈਗੀ ਹੈ, ਉਹ ਕੋਈ ਰਿਵਿਊ ਕਰਵਾਉਣਾ ਚਾਹੁੰਦੀ ਹੈ ਤਾਂ ਉਹਨੂੰ ਕਿੰਨੇ ਦਿਨ ਦੇ ਅੰਦਰ ਐਪਲੀਕੇਸ਼ਨ ਦੇਣੀ ਪੈਂਦੀ ਹੈ? 90 ਦਿਨ ਜੀ। 90 ਡੇਜ਼ 90 ਡੇਜ਼ ਜਾਂ 90 ਡੇਜ਼ ਤੋਂ ਵੱਧ ਵੀ ਸਕਦਾ ਹੈ ਜੇ ਪਾਰਟੀ ਸੈਟੀਸਫਾਈ ਕਰਾਉਂਦੀ ਹੈ ਆਫੀਸਰ ਨੂੰ। ਠੀਕ ਹੈ, ਇੱਕ ਸਟੈਪ ਹਾਇਰ ਅਥਾਰਟੀ ਤੋਂ ਪਰਮਿਸ਼ਨ ਲੈਣੀ ਹੁੰਦੀ ਹੈ। ਅੱਛਾ, ਇਹਦੇ 'ਚ ਹੋਰ ਕੀ ਕੰਡੀਸ਼ਨਸ ਹੁੰਦੀਆਂ ਨੇ? ਜੇ ਅਪੀਲ ਫਾਈਲ ਹੋ ਜਾਏ ਕਿਸੇ ਕੇਸ ਦੇ ਵਿੱਚ ਤਾਂ ਉਹਦੀ ਰਿਵਿਊ ਨਹੀਂ ਹੋ ਸਕਦੀ। ਠੀਕ ਹੈ ਜੀ, ਜੇ ਰਿਵਿਊ ਦੇ ਵਿੱਚ ਆ ਜਾਵੇ ਕੋਈ ਪਾਰਟੀ ਜਾਂ ਰਿਵਿਊ ਆਰਡਰ ਹੋ ਜਾਵੇ ਫਿਰ ਉਹਦੀ ਅਪੀਲ ਨਹੀਂ ਫਾਈਲ ਹੋ ਸਕਦੀ। ਠੀਕ ਹੈ ਜੀ, ਇਹਦੇ ਤੇ ਕੁਐਸਚਨ ਪੱਕਾ ਆਏਗਾ ਜੀ ਤੁਹਾਨੂੰ, ਚਾਹੇ ਲੈਂਡ ਰੈਵਨਿਊ ਐਕਟ ਦੇ ਵਿੱਚ ਵੀ ਪੇਪਰ 1 'ਚ ਵੀ ਆ ਸਕਦਾ, ਪੇਪਰ 3 'ਚ ਵੀ ਆ ਸਕਦਾ ਹੈ। ਤੇ ਨੈਕਸਟ ਕੁਐਸਚਨ ਹੈਗਾ, what do you know the provisions under the Punjab settlement manual as what kind of soils are to be recorded in the Khataunis? ਇਹ ਪਹਿਲਾਂ ਵੀ ਕੁਐਸਚਨ ਆਇਆ ਸੀ, ਦੇਖਿਆ ਸੀ ਪਿਛਲੇ ਸਾਲ 2020 ਵਗੈਰਾ 'ਚ ਵੀ ਆਇਆ ਹੋਇਆ। ਸੈਟਲਮੈਂਟ ਦੇ ਨਾਲ ਕੰਸਰਨ ਕੁਐਸਚਨ ਹੈ ਜੀ, ਦੇਖੋ ਬੁੱਕ ਦਾ ਨਾਮ ਦੱਸਿਆ ਹੋਇਆ ਹੈ। ਠੀਕ ਹੈ, ਕੁਐਸਚਨ ਨੰਬਰ 6 ਕਰ ਰਹੇ ਹਾਂ। Do you know the provisions under the Punjab settlement manual? Provisions as what kinds of soils are to be recorded in the Khataunis? ਜਦੋਂ ਖਤੌਨੀ ਪੈਮਾਇਸ਼ ਬਣ ਰਹੀ ਹੈਗੀ ਹੈ ਸਾਡੀ, ਤਾਂ ਕਿਹੜੀਆਂ ਕਿਸਮਾਂ ਜਿਹੜੀਆਂ ਅਸੀਂ ਦਰਜ ਕਰਦੇ ਹਾਂ ਜ਼ਮੀਨ ਦੀਆਂ? ਹਾਂਜੀ, ਨੋਟ ਕਰ ਲਓ ਜੀ, 7 ਦਾ 14 ਸਰ। ਨੋਟ ਕਰੋ, ਅੰਤਕਾ 7 ਇਹਦਾ ਅੱਗੇ ਪਾਰਟ A ਦਾ 1 ਦਾ 14, ਅੰਤਕਾ 7 ਅੱਗੇ ਪਾਰਟ A ਦਾ 1 ਦਾ ਫਿਰ 14। ਤੇ ਸਾਰੇ ਇਹ ਵੀ ਦੱਸੇ ਦਾ ਪਹਿਰਾ ਲਿਖਾਂਗੇ, ਕੀ ਸ਼ਬਦ ਲਿਖਾਂਗੇ ਮਾੜਾ ਕਲੀਅਰ ਕਰੋ। ਕੋਈ ਜਾਣਾ ਯਾਰ ਸੈਟਲਮੈਂਟ ਮੈਨੂਅਲ ਅੰਤਕਾ 7 ਲਿਖਾਂਗੇ ਪਹਿਲਾਂ ਦਾ ਜੀ। ਠੀਕ ਹੈ ਸਰ। ਸੈਟਲਮੈਂਟ ਮੈਨੂਅਲ ਪਹਿਰਾ ਸੌਰੀ ਅੰਤਕਾ 7 ਦਾ ਪਾਰਟ A। ਠੀਕ ਹੈ, ਪਾਰਟ A, ਹਾਂਜੀ ਹਾਂ, ਪਾਰਟ A ਲਿਖ ਕੇ ਅੱਗੇ ਬ੍ਰੈਕਟ ਪਾ ਦਾਂਗੇ 1 14। ਠੀਕ ਹੈ। ਹਾਂ, ਇਹ ਦੇਖੋ ਅੰਤਕਾ ਹੈਗੇ, ਰੂਲ ਤਾਂ ਕੋਈ ਹੈ ਨਹੀਂ ਗਿਆ, ਅਪੈਂਡਿਕਸਸ ਨੇ, ਅਪੈਂਡਿਕਸਸ ਨੇ। ਠੀਕ ਹੈ, ਠੀਕ ਹੈ ਜੀ, ਇਹਨੂੰ ਆਪਾਂ ਰੂਲ ਨਹੀਂ ਕਹਿ ਸਕਦੇ, ਇਹ ਪਾਰਟ ਹੀ ਨੇ ਉਹਦੇ ਅੱਗੇ ਸਬ ਡਿਵਾਈਡ ਕੀਤਾ ਗਿਆ ਅੰਤਕਾ ਦੇ ਪਾਰਟ A ਦਾ ਫਿਰ 1 ਦਾ ਫਿਰ 14। ਇਹ ਦੇਖੋ ਫਸਲਾਂ ਦੇ ਉਹਨਾਂ ਨੇ ਖੇਤਾਂ ਜ਼ਮੀਨਾਂ ਦੇ ਨਾਮ ਦੱਸੇ ਹੋਏ ਨੇ, ਬਰਾਨੀ ਹੈ, ਗੈਰਮੁਮਕਨ ਹੈ। ਠੀਕ ਹੈ ਜੀ, ਚਾਹੀ ਹੈ, ਨਹਿਰੀ ਹੈ। ਇਹ ਜਦੋਂ ਪੈਮਾਇਸ਼ ਹੋਣੀ ਹੈ ਉਦੋਂ ਨੰਬਰ ਉਹਦੀ ਕੁਆਲਿਟੀ ਨਾਲ ਦੀ ਨਾਲ ਲੈਂਡ ਦੀ ਲਿਖੀ ਜਾਂਦੀ ਹੈ। ਨੈਕਸਟ ਕੁਐਸਚਨ ਹੈਗਾ ਜੀ 7, the owner or tenant is absent। ਹਾਂ, ਆਪਾਂ ਕਈ ਵਾਰੀ ਕਰ ਚੁੱਕੇ ਹਾਂ ਇਹ ਕੁਐਸਚਨ ਬਾਰੇ, ਮੈਂ ਡਿਟੇਲ ਸਮਝਾਇਆ ਬਹੁਤ ਵਾਰੀ। ਆ ਓਨਰ ਔਰ ਅ ਟੈਨੈਂਟ ਇਜ਼ ਐਬਸੈਂਟ, ਜਦੋਂ ਪਟਵਾਰੀ ਹਲਕਾ ਵੱਲੋਂ ਕੱਲੇ ਖੇਤ 'ਚ ਜਾ ਕੇ ਕੱਲੇ ਖੇਤ ਦੀ ਨੰਬਰ ਖਸਰਾ ਦੀ ਮਿਣਤੀ ਕੀਤੀ ਜਾ ਰਹੀ ਹੁੰਦੀ ਹੈ। ਠੀਕ ਹੈ, ਉਸ ਵੇਲੇ ਕੀ ਹੁੰਦਾ, ਇੱਕ ਦਿਨ ਪਹਿਲਾਂ ਅਨਾਉਂਸਮੈਂਟ ਕੀਤੀ ਜਾਂਦੀ ਹੈ, ਮਨਾਦੀ ਕੀਤੀ ਜਾਂਦੀ ਹੈ, ਨੰਬਰਦਾਰ ਨੂੰ ਨਾਲ ਲਿਆ ਜਾਂਦਾ ਹੈ, ਉਸ ਇਲਾਕੇ ਦੇ ਉਸ ਏਰੀਏ ਦੇ ਜਿਹੜੇ ਮਾਲਕ ਨੇ ਜਾਂ ਕਾਸ਼ਤਕਾਰ ਨੇ ਜਾਂ ਮੁਰਤਨ ਨੇ। ਠੀਕ ਹੈ ਜੀ, ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਵੀ ਇਸ ਫਲਾਣੇ ਏਰੀਏ ਦੇ ਵਿੱਚ ਜਿਹੜੀ ਹੈਗੀ ਮਿਣਤੀ ਹੋਏਗੀ, ਨੰਬਰਾਂ ਨੂੰ ਮਿਣਤੀ ਕਰਕੇ ਉਹਨਾਂ ਦੀ ਪੈਮਾਇਸ਼ ਕੀਤੀ ਜਾਵੇਗੀ ਸੈਟਲਮੈਂਟ ਦੇ ਪਰਪਸ ਦੇ ਲਈ। ਠੀਕ ਹੈ, ਉਹ ਮੌਕੇ ਤੇ ਹਾਜ਼ਰ ਰਹਿਣ ਆਪਣੇ ਖੇਤਾਂ ਦੇ ਵਿੱਚ। ਉਹਨਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਂਦੀ ਹੈ, ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਪਹਿਲਾਂ ਮਨਾਦੀ ਕਰਾਈ ਜਾਂਦੀ ਹੈ। ਠੀਕ ਹੈ ਜੀ, ਇੱਕ ਦਿਨ ਪਹਿਲਾਂ। ਫਿਰ ਜਦੋਂ ਪਟਵਾਰੀ ਹਲਕਾ ਕੋਲੋਂ ਮੌਕੇ ਤੇ ਜਾ ਕੇ ਮਨਾਦੀ ਕੀਤੀ ਪੈਮਾਇਸ਼ ਕੀਤੀ ਜਾਂਦੀ ਹੈ ਕੱਲੇ ਫੀਲਡ ਦੀ, ਉਸ ਵੇਲੇ ਮੇ ਵੀ ਕੋਈ ਨਾ ਕੋਈ ਜਿਹੜਾ ਮਾਲਕ ਹੈ ਜਾਂ ਕੋਈ ਟੈਨੈਂਟ ਹੈ ਜਾਂ ਕੋਈ ਕਾਸ਼ਤਕਾਰ ਹੈ, ਉਹ ਮੌਕੇ ਤੇ ਪਰਟੀਕੂਲਰ ਕਿਸੇ ਖੇਤ ਵਾਲਾ ਮਾਲਕ ਨਾ ਆਇਆ ਹੋਵੇ। ਠੀਕ ਹੈ, ਇੱਥੇ ਇਹ ਗੱਲ ਕਹੀ ਗਈ ਕੁਐਸਚਨ ਦੇ ਵਿੱਚ, ਦਾ ਓਨਰ ਔਰ ਅ ਟੈਨੈਂਟ ਇਜ਼ ਐਬਸੈਂਟ, ਜਦੋਂ ਮਿਣਤੀ ਕਰ ਰਿਹਾ ਉਦੋਂ ਕੋਈ ਮਾਲਕ ਹੈ ਜਿਹੜਾ ਗੈਰ ਹਾਜ਼ਰ ਹੈਗਾ। ਹਾਊ ਦਾ ਪਟਵਾਰੀ ਕੈਨ ਮੇਕ ਐਂਟਰੀ ਵਿਦ ਰਿਗਾਰਡ ਟੂ ਦਾ ਖਤੌਨੀਸ, ਤਾਂ ਪਟਵਾਰੀ ਹਲਕਾ ਜਿਹੜਾ ਹੈਗਾ ਉਹਦੀ ਐਂਟਰੀ ਕਰਨ ਵੇਲੇ ਕੀ ਪ੍ਰੋਸੀਜਰ ਆਊਟ ਕੀਤਾ ਜਾਂਦਾ ਹੈ। ਐਕਸਪਲੇਨ ਦਾ ਪ੍ਰੋਸੀਜਰ
ਕੀਪਿੰਗ ਇਨ ਵਿਊ ਦਾ ਪ੍ਰੋਵੀਜ਼ਨਸ ਆਫ ਦਾ ਪੰਜਾਬ ਸੈਟਲਮੈਂਟ ਮੈਨੂਅਲ। ਤਾਂ ਪਟਵਾਰੀ ਹਲਕਾ ਵੱਲੋਂ ਕਿਹੜਾ ਜਿਹੜਾ ਪ੍ਰੋਸੀਜਰ ਅਡਾਪਟ ਕੀਤਾ ਜਾਂਦਾ ਜੇ ਬੰਦਾ ਕੋਈ ਹਾਜ਼ਰ ਨਾ ਹੋਵੇ, ਖੇਤ ਮਾਲਕ, ਖੇਤ ਕਿਰਾਏਦਾਰ, ਖੇਤ ਮੁਸ਼ਤਰੀ ਜਾਂ ਕੋਈ ਮੁਸ਼ਤਰੀ ਹੋਵੇ ਜਾਂ ਕੋਈ ਮੁਰਤਨ ਹੋਵੇ, ਜਿਹੜਾ ਵੀ ਮਾਲਕ ਹੈਗਾ, ਜਿਹੜਾ ਵੀ ਕਾਸ਼ਤ ਕਰਦਾ ਹੈ ਜੋ ਐਬਸੈਂਟ ਹੋਵੇ, ਤਾਂ ਕਿਹੜਾ ਪ੍ਰੋਸੀਜਰ ਅਡਾਪਟ ਕੀਤਾ ਜਾਂਦਾ ਹੈ? ਸਰ ਅਪੈਂਡਿਕਸ 7 ਪਾਰਟ B ਦਾ ਸਰ 8 ਨੰਬਰ। ਹਾਂ, ਜਵਾਨੀ ਵੀ ਦੱਸ ਦਿਓ, ਜਵਾਨੀ ਯਾਦ ਰਹੇ ਨਾ, ਸਭ ਦੇ ਦੱਸਿਆ ਹੋਇਆ ਕੀ ਕਰਿਆ ਜਾਏਗਾ ਉਸ ਵੇਲੇ ਪਟਵਾਰੀ ਹਲਕਾ ਵੱਲੋਂ ਕਿਹੜਾ ਪ੍ਰੋਸੀਜਰ ਅਡਾਪਟ ਕੀਤਾ ਜਾਂਦਾ ਹੈ? ਉਸ ਦਿਨ ਉਹ ਆਪਣੀ ਐਕਸਲਰੇਸ਼ਨ ਤੇ ਰੋਕੇ ਲਾਊਗਾ ਉਸ ਖਾਸ ਖੇਤਾਂ ਦੇ ਵਿੱਚ, ਜੋ ਕੋਈ ਕੰਮ ਉਹ ਖੇਤਾਂ ਦੇ ਵਿੱਚ ਕਰੂਗਾ ਨਹੀਂ, ਉਹਨੂੰ ਮਾਰ ਚੈੱਕ ਕਰੇਗਾ। ਹਾਂਜੀ ਹਾਂਜੀ, ਜਿਹੜਾ ਉਹ ਕੰਮ ਕਰ ਰਿਹਾ ਉਹ ਪਰਚਾ ਬੁੱਕ ਵਗੈਰਾ ਉਹਦੀਆਂ ਪ੍ਰਪੇਅਰ ਨਹੀਂ ਕਰੂਗਾ, ਉਹਦੀ ਹੱਥ ਐਬਸੈਂਟ ਦਾ ਮਤਲਬ ਇਹੀ ਆ, ਫਿਰ ਉਹ ਉਸ ਦਿਨ ਉੱਥੇ ਉਹ ਕੰਮ ਨਹੀਂ ਕਰੂਗਾ। ਨਹੀਂ, ਕੰਮ ਕਰਿਆ ਜਾਏਗਾ, ਉੱਥੇ ਮਾਰਕ ਕੀਤਾ ਜਾਵੇਗਾ। ਜਦੋਂ ਉਹਨੇ ਆਪਣੀ ਫੀਲਡ ਬੁੱਕ ਬਣਾਉਣੀ ਹੈ, ਉਸ ਫੀਲਡ ਬੁੱਕ ਦੇ ਵਿੱਚ ਕੀ ਹੋਏਗਾ, ਉੱਥੇ ਇੱਕ ਮਾਰਕ ਲੱਗ ਜਾਏਗਾ ਵੀ ਇਹ ਬੰਦਾ ਜਿਹੜਾ ਹੈਗਾ ਸੀ ਇਸ ਵੇਲੇ ਐਬਸੈਂਟ ਹੈ। ਠੀਕ ਹੈ, ਮੰਨ ਲਓ ਨਿਸ਼ਾਨ ਪਰਮੇਸ਼ਾ ਕਰਦੇ ਉਹ 5-4 ਖੇਤ ਹੀ ਮਿਲੇ ਗਏ, ਉਸ ਮਾਲਕ ਦੇ 10 ਖੇਤ ਨੇ, 5 ਖੇਤ ਮਿਲਦੇ ਫਿਰ ਉਹ ਬੰਦਾ ਆ ਗਿਆ। ਠੀਕ ਹੈ, ਜਦੋਂ ਉਹ ਆ ਗਿਆ ਤਾਂ ਉਹਦੇ ਵਿਚਕਾਰ 1 ਇੰਚ ਦੀ ਲਾਈਨ ਛੱਡ ਦਿੱਤੀ ਜਾਏਗੀ, ਜਿਹੜੀ ਉਹ ਉਸ ਵੇਲੇ ਫੀਲਡ ਬੁੱਕ ਬਣਾ ਰਿਹਾ ਹੈ। 1 ਇੰਚ ਦੀ ਕਰੀਬ ਲਾਈਨ ਛੱਡ ਦਿੱਤੀ ਜਾਵੇਗੀ, ਜਿਸ ਤੋਂ ਇਹ ਪ੍ਰਜ਼ਿਊਮ ਹੋਏਗਾ ਵੀ ਹੁਣ ਮਾਲਕ ਹਾਜ਼ਰ ਹੈ। ਉਦੋਂ ਪਹਿਲਾਂ ਜਿੱਥੇ ਐਕਸ ਮਾਰਕ ਕਰ ਦਿੱਤਾ ਜਾਵੇਗਾ ਵੀ ਇਹ ਮਾਲਕ ਜਿਹੜਾ ਮੌਕੇ ਤੇ ਹਾਜ਼ਰ ਨਹੀਂ ਸੀ ਉਸ ਵੇਲੇ, ਜਿਹੜੇ ਨੰਬਰ ਮਿਲੇ ਗਏ। ਮੰਨ ਲਓ 4 ਨੰਬਰ ਖਸਰਾ ਮਿੰਤੇ ਤਾਂ ਉੱਥੇ ਇੱਕ ਕ੍ਰਾਸ ਮਾਰਕ, ਉੱਥੇ ਐਕਸ ਮਾਰਕ ਲਗਾ ਲਿਆ ਜਾਏਗਾ ਵੀ ਇਹ ਬੰਦਾ ਜਿਹੜਾ ਐਬਸੈਂਟ ਹੈਗਾ, ਇਸ ਵੇਲੇ ਹਾਜ਼ਰ ਨਹੀਂ ਹੈਗਾ। ਇਹ ਖੇਤਾਂ ਦੀ ਜਦੋਂ ਮਿਣਤੀ ਕੀਤੀ ਮਾਰਕ ਗਈ, ਦਾ ਮਤਲਬ ਇਹ ਨਹੀਂਗਾ ਕਿ ਉਹਦਾ ਕੰਮ ਨਹੀਂ ਕਰੂਗਾ, ਕੰਮ ਕਰ ਦਊਗਾ, ਲੇਕਿਨ ਉੱਥੇ ਉਹਨੂੰ ਯਾਦ ਰਹੂਗਾ ਕਿ ਮੈਂ ਇਹਦਾ ਕੰਮ ਕੀਤਾ ਸੀ ਪਰ ਇਹ ਬੰਦਾ ਹਾਜ਼ਰ ਨਹੀਂ, ਇਹ ਬੰਦਾ ਐਬਸੈਂਟ ਸੀਗਾ। ਜਦੋਂ 4 ਖੇਤ ਮਿਲ ਕੇ ਜਦੋਂ 5ਵੇਂ ਖੇਤ ਤੇ ਉਹ ਹਾਜ਼ਰ ਆ ਗਿਆ, ਤਾਂ 4 ਖੇਤਾਂ ਤੋਂ ਬਾਅਦ ਜਦੋਂ 5ਵੇਂ ਖੇਤ ਦੀ ਜਿਹੜੀ ਫਰਮਾਇਸ਼ ਲਿਖਣੀ ਹੈ, ਚੜ੍ਹਦਾ ਲਹਿੰਦਾ ਦੱਖਣ ਪਹਾੜ ਵਗੈਰਾ ਉਹਦੀਆਂ ਸਾਈਡਾਂ ਨੋਟ ਕਰਨੀਆਂ ਨੇ, ਤਾਂ ਉਹ 4 ਨੰਬਰ ਤੇ 5 ਨੰਬਰ ਦੇ ਵਿਚਕਾਰ 1 ਇੰਚ ਦੀ ਲਾਈਨ ਛੱਡ ਦਿੱਤੀ ਜਾਵੇਗੀ, ਖਾਲੀ ਵੇਕੈਂਟ ਲਾਈਨ। ਉਹ ਤੋਂ ਇਹ ਪ੍ਰਜ਼ੂਮ ਹੋ ਜਾਏਗਾ ਵੀ ਹੁਣ ਇਹ ਬੰਦਾ ਹਾਜ਼ਰ ਹੈ। ਬਸ ਇੰਨੀ ਪ੍ਰੋਸੀਜਰ ਹੈਗਾ ਜਿਹੜਾ ਉਸ ਵੇਲੇ ਅਡਾਪਟ ਕੀਤਾ ਜਾਂਦਾ ਹੈ। ਮਤਲਬ ਉਹਦੀ ਹਾਜ਼ਰੀ ਲਈ ਜਾਂ ਗੈਰ ਹਾਜ਼ਰੀ ਲਈ ਐਕਸ ਮਾਰਕ ਲਾਵਾਂਗੇ। ਹਾਂ, ਗੈਰ ਹਾਜ਼ਰੀ ਤੇ ਐਕਸ ਮਾਰਕ ਲਗਾਉਣਾ ਹੈ, ਜਿੱਥੇ ਹਾਜ਼ਰੀ ਹੈ ਉੱਥੇ ਉਹਦੀ ਲਾਈਨ 1 ਇੰਚ ਦੀ ਲਾਈਨ ਛੱਡ ਦੇਣੀ ਹੈ, ਤਾਂ ਕਿ ਇਹ ਪਤਾ ਲੱਗ ਜਾਵੇ ਵੀ ਹੁਣ ਇਹ ਹਾਜ਼ਰ ਹੈ। ਉੱਥੇ ਮਾਰਕ ਨਹੀਂ ਲਗਾਉਣਾ, ਜਿਹੜੇ ਨੰਬਰ ਉਹਦੀ ਹਾਜ਼ਰੀ 'ਚ ਮਿਲੇ ਗਏ ਨੇ ਉੱਥੇ ਬਸ 1 ਇੰਚ ਦੀ ਲਾਈਨ ਛੱਡ ਦਿੱਤੀ ਜਾਂਦੀ ਹੈ ਉਹਦੇ ਨੰਬਰਾਂ ਦੇ ਵਿੱਚ। ਮੰਨ ਲਓ ਵਾਲੇ ਦੇ 10 ਖੇਤ ਹੈਗੇ ਨੇ, ਠੀਕ ਹੈ, 4 ਖੇਤ ਉਹਦੀ ਹਾਜ਼ਰੀ 'ਚ ਗੈਰ ਹਾਜ਼ਰੀ 'ਚ ਮਿਲੇ ਗਏ ਨੇ, ਉੱਥੇ ਐਕਸ ਮਾਰਕ ਹੋ ਜਾਏਗਾ ਖਾਨਾ ਕੈਫੀਅਤ ਦੇ ਵਿੱਚ। ਪਰ ਮਿਣਤੀ ਹੋਏਗੀ ਸਾਰਿਆਂ ਦੀ, ਨੰਬਰ ਖਸਰਾ ਦੀ ਮਿਣਤੀ, ਚੜ੍ਹਦਾ ਲਹਿੰਦਾ ਦੱਖਣ ਪਹਾੜ, ਉਹਦਾ ਕੈਲਕੂਲੇਸ਼ਨ ਸਾਰੀਆਂ ਉਸ ਦੀ ਕੀਤੀਆਂ ਜਾਣਗੀਆਂ ਜਿਵੇਂ ਕਿ ਆਪਾਂ ਕਰਦੇ ਹਾਂ। 4 ਖੇਤਾਂ ਵਿੱਚ ਉਹ ਹਾਜ਼ਰ ਨਹੀਂ ਹੈਗਾ, ਉੱਥੇ ਐਕਸ ਕ੍ਰਾਸ ਕੀਤਾ ਜਾਵੇਗਾ, ਤੇ 4 ਖੇਤਾਂ ਬਾਅਦ ਉਹ ਹਾਜ਼ਰ ਹੋ ਗਿਆ ਤਾਂ 5ਵਾਂ ਖੇਤ ਜਦੋਂ ਅਸੀਂ ਮਿਣਤੀ ਕਰਨੀ ਹੈ ਤਾਂ 1 ਇੰਚ ਦੇ ਕਰੀਬ ਲਾਈਨ ਛੱਡ ਦਿੱਤੀ ਜਾਂਦੀ ਖਾਲੀ। ਉਸ ਤੋਂ ਇਹ ਪ੍ਰਜ਼ੂਮ ਹੋ ਜਾਏਗਾ ਵੀ ਜਿਹੜੇ ਅੱਗੇ 6, 7, 8, 9, 10 ਖੇਤ ਮਿਲਨੇ ਨੇ ਵੀ ਇਹ ਉਹਦੀ ਹਾਜ਼ਰੀ 'ਚ ਮਿਲੇ ਗਏ। ਬਸ ਇੰਨਾ ਕੀ ਹੈਗਾ, ਜ਼ਿਆਦਾ ਠੀਕ ਹੈ ਜੀ। ਸਰ ਇਹ ਸੈਟਲਮੈਂਟ ਮੈਨੂਅਲ ਦੇ ਦੋਨੇ ਕੁਐਸਚਨ ਕਿੱਦਾਂ ਲੱਭੇ ਨੇ ਸਾਨੂੰ ਜੀ, ਦੱਸਿਓ ਭਲਾ ਕਿਹੜੇ ਕਿੱਥੇ? ਇਹ ਦੇਖੋ, ਤੁਹਾਨੂੰ ਤੁਹਾਡੇ ਸਿਲੇਬਸ ਦੇ ਵਿੱਚ ਅੰਤਕਾ ਹੀ ਨੇ ਸਿਰਫ 7, 8, 9 ਤੇ 21 ਆਈ ਥਿੰਕ। ਠੀਕ ਹੈ, 7, 8, 9 ਤੇ 21 ਆਪਾਂ ਵੱਡੇ ਡਿਟੇਲ 'ਚ ਪੜ੍ਹੀਆਂ ਸੀਗੀਆਂ ਇਹ ਅੰਤਕਾ। ਇਹ ਜਿਹੜੀ ਅੰਤਕਾ 7 ਹੈਗੀ ਹੈ, ਇਹ ਤੁਹਾਡੀ ਆਪਾਂ ਪੜ੍ਹੀ ਸੀਗੀ ਵੀ ਇਹ ਜਿਹੜੀ ਸੈਟਲਮੈਂਟ ਹੁੰਦੀ ਹੈ, ਠੀਕ ਹੈ, ਸੈਟਲਮੈਂਟ ਵੇਲੇ ਕਿਹੜੀਆਂ ਗੱਲਾਂ ਦਾ ਪਟਵਾਰੀ ਹਲਕਾ ਵੱਲੋਂ ਧਿਆਨ ਰੱਖਿਆ ਜਾਂਦਾ, ਕਿਵੇਂ ਕੀਤੀ ਜਾਂਦੀ ਹੈ, ਆਪਾਂ ਪੜ੍ਹਿਆ ਸੀ ਡਿਟੇਲ ਦੇ ਵਿੱਚ ਵੀ ਪਟਵਾਰੀ ਹਲਕਾ ਜਦੋਂ ਕਿਸੇ ਪਿੰਡ ਦੀ ਸੈਟਲਮੈਂਟ ਹੋਣੀ ਹੈ, ਠੀਕ ਹੈ, ਤਾਂ ਉਸ ਤੋਂ ਪਹਿਲਾਂ ਜਿਹੜਾ ਰਿਕਾਰਡ ਹੈਗਾ ਜਮਾਬੰਦੀਆਂ ਜਿੰਨੇ ਵੀ ਇੰਤਕਾਲ ਹੋਏ ਨੇ ਉਹਨਾਂ ਸਾਰਿਆਂ ਦਾ ਜਿਹੜਾ ਅਮਲ ਕੀਤਾ ਜਾਂਦਾ ਹੈ। ਨਹੀਂ, ਇਹਦਾ ਚੈਪਟਰ ਕਿੱਦਾਂ ਦੇਖਣਾ ਜੀ, ਇਹ ਪਤਾ ਨਹੀਂ ਲੱਗਣ ਡਿਆ। ਚੈਪਟਰ ਤਾਂ ਦੇਖੋ ਤੁਸੀਂ ਜੇ ਪੜ੍ਹਿਆ ਹੈ ਹੋਊਗਾ ਫਿਰ ਤੁਹਾਨੂੰ ਆਪੇ ਲੱਭ ਜਾਏਗਾ। ਨਹੀਂ ਪੜ੍ਹਿਆ ਤਾਂ ਨਹੀਂ, ਪੜ੍ਹਿਆ ਤੁਹਾਨੂੰ ਪੁੱਛਣ ਦੇ ਕਿ ਕਿੱਦਾਂ ਪਤਾ ਲੱਗਣਾ ਇੱਥੇ। ਮੋਟਾ ਤੁਹਾਨੂੰ ਦੇਖਣਾ ਤਾਂ ਪਏਗਾ। ਹੁਣ ਆਪਾਂ ਤਾਂ ਇਹ ਤੁਹਾਨੂੰ ਸਾਰਿਆਂ ਨੂੰ ਪੜ੍ਹਾਇਆ ਮੈਂ, ਤੁਸੀਂ ਕੀ ਕਲਾਸ ਲਗਾਈ ਨਹੀਂ ਪਹਿਲਾਂ? ਸੈਟਲਮੈਂਟ ਦੀ ਅੰਤ ਦਾ 7 ਕੱਢ ਲਓ। ਹਾਂ ਨਹੀਂ ਯਾਰ ਵੀਡੀਓ ਸੁਣ ਲਓ ਇੱਕ ਵਾਰੀ ਸਰ ਦੀ, ਜਿਹੜੀ ਹੈਗੀ ਆ ਸੌਖਾ ਕੰਮ ਆ ਆਪਣਾ, ਉਹਦੇ ਵਿੱਚ ਜਾ ਕੇ YouTube ਤੇ ਸੁਣੋ ਤਾਂ ਸਰ ਦੀ ਵੀਡੀਓ ਜਿਹੜੀ ਬਣਾ ਕੇ ਦਿੱਤੀ ਹੈ। ਵੀਡੀਓ ਸੁਣ ਲਓ ਤੁਸੀਂ, ਜੇ ਕੋਈ ਦਿੱਕਤ ਆਉਂਦੀ ਮੈਨੂੰ ਪੁੱਛ ਸਕਦੇ ਹੋ, ਕੋਈ ਗੱਲ ਨਹੀਂ। ਦੇਖੋ 7 ਅੰਤਕਾ ਹੈਗੀ ਹੈ ਮਿਣਤੀ ਬਾਰੇ ਹੈ, ਅੰਤਕਾ 8 ਜਿਹੜੀ ਹੈਗੀ ਉਹ ਹੈਗੀ ਕੁਰਸੀਨਾਮੇ ਦੇ ਸੰਬੰਧ ਵਿੱਚ। ਠੀਕ ਹੈ, ਤੁਸੀਂ ਇਹ ਵੀਡੀਓ ਸੁਣ ਲਓ, ਜੇ ਕੋਈ ਦਿੱਕਤ ਆਏਗੀ ਮੈਨੂੰ ਪੁੱਛ ਲਿਓ, ਕੋਈ ਗੱਲ ਨਹੀਂ। ਅੰਤਕਾ 7 ਜਿਹੜੀ ਹੈਗੀ ਹੈ ਇਹ ਸਾਰੀ ਮਿਣਤੀ ਦੇ ਸੰਬੰਧ ਵਿੱਚ ਹੈ। ਜਦੋਂ ਕਿਤੇ ਪਿੰਡ ਦੀ ਕਿਸੇ ਦੀ ਸੈਟਲਮੈਂਟ ਦੁਬਾਰਾ ਸਿਰੇ ਤੋਂ ਕਰਨੀ ਹੈ
ਤਾਂ ਅੰਤਕਾ ਸਹਿਤ ਡੀਲ ਕਰਦੀ ਹੈ ਵੀ ਕੀ ਕਰਨਾ ਹੈਗਾ। ਪਟਵਾਰੀ ਹਲਕਾ ਵੱਲੋਂ ਕੀ ਬਣਾਇਆ ਜਾਂਦਾ ਹੈ। ਖਤੌਨੀ ਫਰਮਾਇਸ਼ ਬਣਾਈ ਜਾਂਦੀ ਹੈ, ਮਾਲਕਾਂ ਨੂੰ ਖਤੌਨੀ ਫਰਮਾਇਸ਼ ਬਣਾ ਕੇ ਮਾਲਕਾਂ ਨੂੰ ਉਹਦਾ ਖਤੌਨੀ ਦਾ ਇੱਕ ਪਰਚਾ ਦਿੱਤਾ ਜਾਂਦਾ, ਉਹਨਾਂ ਦੀ ਖੇਵੜ ਦੇ ਸੰਬੰਧ ਵਿੱਚ ਮਿਣਤੀ ਕਰਨ ਤੋਂ ਪਹਿਲਾਂ ਮਾਲਕਾਂ ਨੂੰ ਮਨਾਦੀ ਕਰਾਈ ਜਾਂਦੀ ਹੈ। ਨੰਬਰਦਾਰ ਨਾਲ ਹੋਏਗਾ, ਖੇਤਾਂ ਦੇ ਉਸ ਏਰੀਏ ਦੇ ਜਿਹੜੇ ਲੋਕ ਹੋਣਗੇ ਉਹ ਨਾਲ ਹੋਣਗੇ। ਇਕੱਲੇ ਖੇਤ ਦੀ ਫਰਮਾਇਸ਼ ਕੀਤੀ ਜਾਵੇਗੀ। ਨਵੀਂ ਖਤੌਨੀ ਨਵੀਂ ਜਿਹੜੀ ਹੈਗੀ ਹੈ ਫੀਲਡ ਬੁੱਕ ਲਿਖੀ ਜਾਂਦੀ ਹੈ। ਠੀਕ ਹੈ ਜੀ, ਨਵੀਂ ਫੀਲਡ ਬੁੱਕ ਲਿਖੀ ਜਾਂਦੀ ਹੈ। ਨੰਬਰ ਖਸਰਾ ਪੁਰਾਣੇ ਵੀ ਤੇ ਨਵੇਂ ਵੀ ਦਰਜ ਕੀਤੇ ਜਾਂਦੇ ਨੇ। ਨੰਬਰ ਵੱਧ ਵੀ ਸਕਦੇ ਨੇ, ਘੱਟ ਵੀ ਸਕਦੇ ਨੇ। ਨੰਬਰਾਂ ਨੂੰ ਮਿਲ ਕੇ ਜੇ ਕਿਤੇ ਨੰਬਰ ਇਕੱਠੇ ਹੋ ਗਏ ਤਾਂ ਤੁਸੀਂ ਨੰਬਰਾਂ ਨੂੰ ਇੱਕ ਵੀ ਕਰ ਸਕਦੇ ਹੋ। ਜੇ ਨੰਬਰ ਕਿਤੇ ਟੁੱਟ ਗਏ ਤਾਂ ਤੁਹਾਨੂੰ ਨੰਬਰਾਂ ਨੂੰ ਤੋੜ ਕੇ ਵੀ ਅਲੱਗ-ਅਲੱਗ ਮਿਣਤੀ ਕੀਤੀ ਜਾ ਸਕਦੀ ਹੁੰਦੀ ਹੈ। ਠੀਕ ਹੈ, ਇਹ ਨਵੀਂ ਫੀਲਡ ਬੁੱਕ ਬਣਦੀ ਹੈ। ਫੀਲਡ ਬੁੱਕ ਦੇ ਮੁਤਾਬਕ ਫਿਰ ਤੁਹਾਡੀ ਖਤੌਨੀ ਫਰਮਾਇਸ਼ ਬਣ ਜਾਂਦੀ ਹੈ। ਫਿਰ ਖਤੌਨੀ ਫਰਮਾਇਸ਼ ਜਦੋਂ ਬਣ ਜਾਂਦੀ ਹੈ, ਫਿਰ ਖਤੌਨੀ ਫਰਮਾਇਸ਼ ਦੀ ਇੱਕ ਕਾਪੀ ਜਿਹੜੀ ਮਾਲਕ ਨੂੰ ਦੇਣੀ ਹੁੰਦੀ ਹੈ। ਇਹ ਡਿਟੇਲ ਹੈ ਅੰਤਕਾ 7 ਦੇ ਵਿੱਚ। ਠੀਕ ਹੈ ਜੀ, ਅੰਤਕਾ 8 ਜਿਹੜੀ ਹੈਗੀ ਆ ਉਹ ਕੁਰਸੀਨਾਮੇ ਦੇ ਵਿੱਚ ਹੈ। ਸਾਰਾ ਕੁਰਸੀਨਾਮਾ ਕਿਵੇਂ ਬਣਾਇਆ ਜਾਂਦਾ ਹੈ, ਕਿਵੇਂ ਉਹਦੇ ਵਿੱਚ ਮਾਲਕਾਂ ਦੇ ਨਾਮ ਦਰਜ ਕੀਤੇ ਜਾਂਦੇ ਨੇ, ਕੌਮ ਵਾਈਜ਼, ਗੋਤ ਵਾਈਜ਼, ਖੇਵਟ ਵਾਈਜ਼, ਖਤੌਨੀ ਵਾਈਜ਼। ਇੱਕ ਵਾਰੀ ਤੁਸੀਂ ਵੀਡੀਓ ਚੈੱਕ ਕਰ ਲਿਓ ਜੀ, ਦੇਖ ਲਿਓ। ਜੇ ਕੋਈ ਦਿੱਕਤ ਆਈ ਫਿਰ ਵੀ ਮੈਨੂੰ ਪੁੱਛ ਸਕਦੇ ਹੋ। ਸਰ ਅੰਤਕਾ 9 ਕਾਹਦੇ ਸੰਬੰਧ ਚ? ਹੈ ਜੀ, ਸਰ ਮਿਲ ਗਿਆ ਸਰ, ਮਿਲ ਗਿਆ। ਚਲੋ ਠੀਕ ਹੈ, ਸ਼ੁਕਰ ਹੈ। ਸਰ ਅੰਤਕਾ 9 ਕਾਹਦੇ ਸੰਬੰਧ ਚ? ਅੰਤਕਾ 9 ਹੈਗੀ ਸੀਗੀ, ਇੱਕ ਮਿੰਟ, ਪਿੰਡ ਦੇ ਮਜ਼ਾਰਿਆਂ ਦੀ ਲਿਸਟ ਹੈ ਜੀ। ਅੱਛਾ ਓਕੇ, ਪਿੰਡ ਦੇ ਮਜ਼ਾਰਾਂ ਦੀ ਲਿਸਟ। ਕਿਰਾਏ ਦੀਆਂ ਕਿਸਮਾਂ। ਅੰਤਕਾ 9 ਬਹੁਤ ਛੋਟੀ ਜੀ ਹੈ, ਕੋਈ ਜ਼ਿਆਦਾ ਲੰਮੀ ਚੌੜੀ ਨਹੀਂ ਹੈਗੀ। ਵਿਲੇਜ ਲਿਸਟ ਆਫ ਦਾ ਰੈਂਟਸ, ਮੌਰਟਗੇਜਿਸ ਐਂਡ ਸੇਲਸ। ਰੈਂਟਸ, ਮੌਰਟਗੇਜਿਸ ਐਂਡ ਸੇਲਸ ਜਿਹੜੀਆਂ, ਜਿਵੇਂ ਆਪਾਂ ਲਾਗਤਾਂ ਨਹੀਂ ਭਰਦੇ ਹੁੰਦੇ, ਕਿੰਨੀਆਂ ਸੇਲਸ ਹੋਈਆਂ ਨੇ ਉਸ ਪੀਰੀਅਡ ਦੇ ਵਿੱਚ, ਕਿੰਨੀਆਂ ਮੌਰਟਗੇਜ ਹੋਈਆਂ ਨੇ, ਕਿੰਨੇ ਕਿਰਾਏਦਾਰ ਆਏ ਨੇ, ਉਹ ਲਿਸਟ ਬਣਾਈ ਜਾਂਦੀ ਹੈ। ਕੋਈ ਜ਼ਿਆਦਾ ਲੰਮੀ ਚੌੜੀ ਗੱਲ ਨਹੀਂ। ਪਹਿਲਾਂ ਇਹਦੇ 2 ਪਾਰਟ ਨੇ, ਲਿਸਟ ਆਫ ਰੈਂਟਸ, ਠੀਕ ਹੈ, ਕਿਰਾਏਦਾਰਾਂ ਦੀ ਸੂਚੀ, ਫਿਰ ਲਿਸਟ ਆਫ ਮੌਰਟਗੇਜਸ ਵਿਦ ਪੋਜੈਸ਼ਨ, ਫਿਰ ਸੀ ਪਾਰਟ 'ਚ ਹੈਗਾ ਲਿਸਟ ਆਫ ਸੇਲਸ। ਇੱਥੇ ਤੁਹਾਡੀ ਬੁੱਕ 'ਚ ਸਕੇਲ ਲਿਖਿਆ ਹੋਇਆ, ਉਹਨੂੰ ਸਹੀ ਕਰ ਲਓ। ਲਿਸਟ ਆਫ ਸਕੇਲ ਲਿਖਿਆ ਹੋਇਆ, ਲਿਸਟ ਆਫ ਸੇਲ ਹੈਗੀ ਇਹ, ਸਿੰਸ ਲਾਸਟ ਸੈਟਲਮੈਂਟ। ਠੀਕ ਹੈ ਜੀ, ਇੱਕ ਭੁਲੇਖਾ ਪੈਂਦਾ ਥੋੜਾ ਜਿਹਾ, ਲਿਸਟ ਆਫ ਸਕੇਲ ਨਹੀਂ ਹੈਗਾ, ਲਿਸਟ ਆਫ ਸੇਲ ਹੈ। ਜ਼ਿਆਦਾਤਰ ਟੈਨੈਂਸੀ ਦੀ ਗੱਲ ਕੀਤੀ ਹੈ ਇੱਥੇ, ਮਾਰਗੇਜਸ ਦਾ ਬਹੁਤਾ ਦੱਸਿਆ। ਹਾਂ, ਟੈਨੈਂਟਸ ਦੇ ਰਾਈਟ ਬਾਰੇ ਯਾਰ। ਚਲੋ ਜੀ ਅੱਗੇ ਚੱਲੀਏ। ਨੈਕਸਟ ਹੈਗਾ question number 8, narrate restricted statements as well as required statements for the information to be included in the Basel works as provided in the Punjab Settlement Manual। देखो, पंजाब सेटलमेंट मैनुअल ਦੱਸਦੀ ਇਸ ਨੇ। ਹੁਣ ਆਪਾਂ ਗੱਲ ਕਰ ਰਹੇ ਸੀਗੇ ਬਾਜ਼ੁਲ ਅਰਜ਼ ਦੇ ਵਿੱਚ ਕਿਹੜੀਆਂ ਸਟੇਟਮੈਂਟ ਦਰਜ ਹੋਣੀਆਂ ਚਾਹੀਦੀਆਂ ਤੇ ਕਿਹੜੀਆਂ ਸਟੇਟਮੈਂਟ ਦਰਜ ਹੋਣੀਆਂ ਨਹੀਂ ਚਾਹੀਦੀਆਂ। ਨਰੇਟ ਕਰੋ, ਦੱਸੋ ਰਿਸਟ੍ਰਿਕਟਡ ਸਟੇਟਮੈਂਟਸ, ਵੀ ਕਿਹੜੀਆਂ ਸਟੇਟਮੈਂਟਸ ਦਰਜ ਕਰਨ ਤੋਂ ਰੋਕ ਲਗਾਈ ਜਾਂਦੀ ਹੈ, ਵੀ ਨਹੀਂ ਦਰਜ ਕੀਤੀਆਂ ਜਾਣੀਆਂ ਚਾਹੀਦੀਆਂ ਬਾਜ਼ੁਲ ਅਰਜ਼ ਦੇ ਵਿੱਚ। ਦੇਖੋ, ਬਾਜ਼ੁਲ ਅਰਜ਼ ਪਿੰਡ ਦੇ ਰੀਤੀ ਰਿਵਾਜ ਨੇ। ਰੀਤੀ ਰਿਵਾਜ ਇੰਨੇ ਕੁ ਹੋਣੇ ਚਾਹੀਦੇ ਨੇ, ਇਹਨਾਂ ਨਾ ਹੋਏ ਜਿਹੜੇ ਤੁਹਾਡੇ ਰੀਤੀ ਰਿਵਾਜ ਨੇ ਉਹ ਤੁਹਾਡੇ ਲਾਅ ਨੂੰ ਕੰਟਰਾਡਿਕਟ ਕਰਦੇ ਹੋਣ। ਵੀ ਜੇ ਕਿਸੇ ਨੇ ਆਹ ਗਲਤ ਕੰਮ ਕਰਦਾ ਤਾਂ ਉਸਦੀ ਆਹ ਬਾਂਹ ਵੱਢ ਦਿੱਤੀ ਜਾਵੇਗੀ, ਹੱਥ ਵੱਢ ਦਿੱਤਾ ਜਾਵੇਗਾ। ਠੀਕ ਹੈ, ਐਦਾਂ ਦਾ ਮਤਲਬ ਕਿ ਜਿਹੜੀਆਂ ਹੈਗੀਆਂ ਨੇ ਤੁਹਾਡੀ ਬਾਜ਼ੁਲ ਅਰਜ਼ ਦੇ ਵਿੱਚ ਐਦਾਂ ਦੀਆਂ ਕੋਈ ਸਟੇਟਮੈਂਟਸ ਦਰਜ ਨਹੀਂ ਹੋਣੀ ਚਾਹੀਦੀਆਂ ਜਿਹੜੀਆਂ ਸਾਡੇ ਲਾਅ ਦੇ ਅਗੇਂਸਟ ਹੋਣ। ਇਹ ਇੱਥੇ ਇਹਦਾ ਮਤਲਬ ਇੱਥੇ ਇਹ ਹੈਗਾ, ਰਿਸਟ੍ਰਿਕਟਡ ਸਟੇਟਮੈਂਟਸ ਪ੍ਰੋਵੀਜ਼ਨ ਦੇ ਮੁਤਾਬਕ ਹੋਣੀ ਚਾਹੀਦੀਆਂ ਨੇ। ਠੀਕ ਹੈ, ਮਾੜਾ ਮੋਟਾ ਇੱਧਰ ਉੱਧਰ ਹੋ ਸਕਦਾ ਹੈਗਾ, ਪਰ ਪ੍ਰੋਵੀਜ਼ਨ ਜਿਹੜੀਆਂ ਹੈਗੀਆਂ ਨੇ ਲਾਅ ਤੋਂ ਅਗੇਂਸਟ ਹੀ ਜਾਣੀਆਂ ਚਾਹੀਦੀਆਂ। ਪਿੰਡ ਦੇ ਰੀਤੀ ਰਿਵਾਜ ਕਿੱਦਾਂ ਦੇ ਹੋਣੇ। ਕੋਈ ਬੰਦਾ ਜਿਹੜਾ ਹੈਗਾ, ਮੰਨ ਲਓ ਤਰਖਾਣ ਹੈ, ਉਹ ਸਾਲ ਭਰ ਤੁਹਾਡੇ ਸੰਦਾ ਠੀਕ ਕਰਕੇ ਦਿੰਦਾ ਹੈ, ਤਾਂ ਉਹਨੂੰ ਕਿੰਨਾ ਫਸਲ ਦਿੱਤੀ ਜਾਵੇਗੀ? 1 ਬੋਰੀ ਦਿੱਤੀ ਜਾਵੇਗੀ, 2 ਬੋਰੀ ਦਿੱਤੀ ਜਾਵੇਗੀ, ਹਲ ਦੇ ਪਿੱਛੇ ਕਿੰਨੀ ਦਿੱਤੀ ਜਾਵੇਗੀ? 1 ਹਜ਼ਾਲਾ ਕਿੰਨਾ ਪੇ ਕਰੇਗਾ? 2 ਹਜ਼ਾਲਾ ਕਿੰਨਾ ਅਨਾਜ ਦੇਵੇਗਾ? 3 ਹਜ਼ਾਲਾ ਕਿੰਨਾ ਅਨਾਜ ਦੇਵੇਗਾ? ਤਰਖਾਣ ਨੂੰ ਕੀ ਦੇਵੇਗਾ? ਲਹਾਰ ਨੂੰ ਕੀ ਦੇਵੇਗਾ? ਠੀਕ ਹੈ, ਜਿਹੜਾ ਪਾਣੀ ਪਿਲਾਉਂਦਾ ਖੇਤ ਦੇ ਵਿੱਚ ਝਾਉਰ ਹੁੰਦਾ, ਮੰਨ ਲਓ ਇਹ ਕਹਿ ਲਈਏ, ਤਾਂ ਉਹਨੂੰ ਕੀ ਦਿੱਤਾ ਜਾਵੇਗਾ? ਘੁਮਾਰ ਨੂੰ ਕੀ ਦਿੱਤਾ ਜਾਣਾ ਹੈ? ਠੀਕ ਹੈ, ਏਦਾਂ ਦੀਆਂ ਖੇਤੀਬਾੜੀ ਦੇ ਸਹਾਇਕ ਜਿੰਨੇ ਵੀ ਤੁਹਾਡੀ ਕੋਈ ਉਹ ਕਰਦੇ ਨੇ ਕਸਟਮਸ ਹੈਗੇ, ਉਹਨਾਂ ਦੇ ਨਾਲ ਜਿੰਨੇ ਕਸਟਮ ਰੀਤੀ ਰਿਵਾਜ। ਜੇ ਕੋਈ ਟੇਨੈਂਟ ਹੈਗਾ ਤਾਂ ਟੇਨੈਂਟ ਕਿਹੜਾ ਹੈਗਾ, ਵਿਦ ਪੋਜੈਸ਼ਨ ਵਾਲਾ ਹੈਗਾ, ਉਹਦਾ ਕੀ ਹੈਗਾ, ਉਹਨੂੰ ਕੀ ਦਿੱਤਾ ਜਾਂਦਾ। ਆਮ ਪਿੰਡ ਦੇ ਰੀਤੀ ਰਿਵਾਜ ਕੀ ਹੈਗੇ ਨੇ, ਮਾਲਕਾਂ ਦੇ ਸੰਬੰਧੀ ਮਾਲਕਾਂ ਦੇ ਕੀ ਰਾਈਟ ਨੇ, ਗੈਰ ਮਾਲਕਾਂ ਦੇ ਕੀ ਰਾਈਟ ਨੇ,
ਜੇ ਕੋਈ ਪਿੰਡ ਦੇ ਵਿੱਚ ਛੱਡੀ ਗਈ ਹੈ, ਤੁਹਾਡੀ ਨਿਆਈ ਛੱਡੀ ਗਈ ਹੈ, ਚਰਾਗਾਹ ਛੱਡੀ ਗਈ ਹੈ, ਉੱਥੇ ਕਿਹੜੇ ਬੰਦਿਆਂ ਨੂੰ ਆਪਦੇ ਡੰਗਰ ਚਰਾਉਣ ਦਾ ਹੱਕ ਹੈਗਾ, ਕਿਹਨਾਂ ਨੂੰ ਨਹੀਂ ਹੈਗਾ। ਠੀਕ ਹੈ, ਏਦਾਂ ਦੇ ਰੀਤੀ ਰਿਵਾਜ ਨੇ ਵੀ ਕਿਹੜੇ ਦਰਜ ਹੋਣੇ ਚਾਹੀਦੇ ਨੇ, ਕਿਹੜੇ ਦਰਜ ਨਹੀਂ ਹੋਣੇ ਚਾਹੀਦੇ ਸੈਟਲਮੈਂਟ ਉਹਦੇ ਵਿੱਚ, ਤੁਹਾਡੀ ਵਾਜਬ ਅਰਜ਼ ਦੇ ਵਿੱਚ। ਇਹ ਤੁਸੀਂ ਪੜ੍ਹੋਗੇ ਜੀ ਅੰਤਕਾ 8 ਦੇ ਵਿੱਚ ਹੈਗਾ ਈ ਪਾਰਟ ਦਾ 1 ਤੇ 2। ਅੰਤਕਾ 8 ਦੇ ਵਿੱਚ ਈ ਪਾਰਟ ਹੈ, ਉਹਦਾ 1 ਤੇ 2। ਮੈਂ ਤੁਹਾਨੂੰ ਜਵਾਨੀ ਦੱਸਿਆ ਸਿੰਪਲ ਜਿਹਾ ਵੀ ਇਹਦਾ ਮੀਨਿੰਗ ਅਸਲ ਇਹ ਹੈਗਾ ਵੀ ਏਦਾਂ ਦੇ ਹੀ ਤੁਹਾਡੇ ਰਿਵਾਜ ਹੋਣੇ ਚਾਹੀਦੇ ਨੇ ਜਿਹੜੇ ਸਾਡੇ ਲਾਅ ਦੇ ਅਗੇਂਸਟ ਨਾ ਜਾਂਦੇ ਹੋਣ, ਲਾਅ ਦੇ ਮੁਤਾਬਕ ਹੋਣ। ਸਰ ਇੱਕ ਦੱਸਿਓ ਵੀ ਕਿਤੇ ਕੰਮ ਵੀ ਆਉਂਦੇ ਲਿਖੇ ਹੋਏ, ਕਿੱਥੇ ਕੋਈ ਕੇਸਿਸ ਦੇ ਵਿੱਚ ਜਾਂ ਕੁਝ ਵੀ ਆ ਉਹਦੇ ਵਿੱਚ ਆ ਜਾਂਦੇ ਕੰਮ ਹੈ ਜਿਸ ਕੇਸ ਵਗੈਰਾ ਕੋਈ ਚੱਲਦਾ? ਹਾਂ, ਵਾਜਬ ਅਰਜ਼ ਤਾਂ ਬਹੁਤ ਜ਼ਰੂਰੀ ਕੰਮ ਆਉਂਦੀ ਹੈ, ਬਹੁਤ ਜ਼ਿਆਦਾ। ਇਹਦੇ ਬੇਸ ਤੇ ਜਿਹੜੇ ਹੈਗੇ ਨੇ ਫੈਸਲੇ ਹੁੰਦੇ ਨੇ ਬਹੁਤ ਵੱਡੇ ਪੱਧਰ ਤੇ। ਵਾਜਬ ਅਰਜ਼ ਦੇ ਬੇਸ ਤੇ ਬਹੁਤ ਵੱਡੇ ਪੱਧਰ ਤੇ ਫੈਸਲੇ ਹੁੰਦੇ ਨੇ। ਜਿੱਥੇ ਵੀ ਕਿਤੇ ਕੋਈ ਲਾਅ ਕਿਤੇ ਪ੍ਰੋਵਾਈਡ ਨਹੀਂ ਕੀਤਾ ਗਿਆ ਤਾਂ ਵਾਜਬ ਅਰਜ਼ ਨੂੰ ਕਾਨੂੰਨ ਮੰਨਦੇ ਹੋਏ ਇਹਦੇ ਮੁਤਾਬਕ ਫੈਸਲਾ ਕੀਤਾ ਜਾਂਦਾ ਹੈ ਕੋਰਟਾਂ ਵੱਲੋਂ। ਵਾਜਬ ਅਰਜ਼ ਇੱਕ ਤਰ੍ਹਾਂ ਦਾ ਕੰਸਟੀਟਿਊਸ਼ਨ ਆਫ ਦਾ ਵਿਲੇਜ ਹੈਗੀ ਹੈ, ਪਿੰਡ ਦਾ ਇਹ ਸੰਵਿਧਾਨ ਹੈ। ਇਸ ਸੰਵਿਧਾਨ ਦੇ ਮੁਤਾਬਕ ਇਸ ਨੂੰ ਮੰਨਦੇ ਹੋਏ ਜੇ ਇਹ ਕਿਤੇ ਮਤਲਬ ਕਿ ਉਹਦੇ ਅਗੇਂਸਟ ਨਾ ਹੁੰਦੀ ਹੋਵੇ, ਕਿਤੇ ਲਾਅ ਦੇ ਅਗੇਂਸਟ ਨਾ ਜਾਂਦੀ ਹੋਵੇ, ਤਾਂ ਇਸ ਨੂੰ ਜਿਹੜਾ ਪਿੰਡ ਦਾ ਕਾਨੂੰਨ ਮੰਨਦੇ ਹੋਏ ਜਿਹੜੇ ਪੁਰਾਣੇ ਕੇਸ ਚੱਲਦੇ ਨੇ ਮਾਲਕਾਂ ਦੇ, ਕਿਰਾਏਦਾਰਾਂ ਦੇ। ਠੀਕ ਹੈ ਜੀ। ਸਰ ਜੇ ਕਿਤੇ ਇਹ ਕੁਐਸਚਨ ਹੋਰ ਆ ਜੇ ਪੇਪਰ 'ਚ, 2 'ਚ ਆ ਜੇ, 1 'ਚ ਆ ਜੇ, ਫਿਰ ਅਸੀਂ ਇਹ ਲਿਖ ਸਕਦੇ ਹਾਂ? ਹਾਂ, ਲਿਖ ਦਿਓ ਸੈਟਲਮੈਂਟ ਮੈਨੂਅਲ ਦਾ ਦੇ ਮੁਤਾਬਕ ਵਾਜਬ ਅਰਜ਼ ਦੀ ਜਿਹੜੀ ਡੈਫੀਨੇਸ਼ਨ ਵਗੈਰਾ ਲਿਖ ਸਕਦੇ ਹੋ, ਕੋਈ ਗੱਲ ਨਹੀਂ ਹੈਗੀ। ਤੁਹਾਨੂੰ ਪਤਾ ਹੋਣਾ ਨਹੀਂ ਹੈਗਾ। ਵੱਖਰਾ ਸਰ ਲੈਂਡ ਰੈਵਨਿਊ ਐਕਟ ਦੇ ਵਿੱਚ ਵੀ ਤੁਹਾਡਾ ਹੈਗਾ ਸੈਕਸ਼ਨ 33 ਸੀ ਮੇਰੇ ਖਿਆਲ ਆਪਣੀ 31 ਚ 31 ਸੈਕਸ਼ਨ ਚ ਸ਼ਾਇਦ। ਉਹਦੇ ਵਿੱਚ ਇਲੈਬੋਰੇਟ ਨਹੀਂ ਕੀਤਾ ਜਿੰਨਾ ਇਹਦੇ ਵਿੱਚ ਕੀਤਾ ਹੈ। ਆ ਫਸਟ ਪੇਪਰ 'ਚ ਵੀ ਜਾਂਦਾ ਜੀ ਕਈ ਵਾਰੀ। ਫਸਟ ਪੇਪਰ ਚ ਆ ਜਾਂਦਾ, ਤੁਸੀਂ ਉੱਥੇ ਦੋਹੇ ਵੇਰਵੇ ਦੇ ਦਿਓ। ਉੱਥੇ ਆਪਣਾ ਸੈਕਸ਼ਨ 31 ਦੇ ਸ਼ਾਇਦ 31 ਚ ਮੇਰੇ ਖਿਆਲ ਹੈ, ਜਿੱਥੇ ਰਿਕਾਰਡ ਆਫ ਰਾਈਟਸ ਹੈ, ਰਿਕਾਰਡ ਆਫ ਰਾਈਟਸ, ਉਹਦੇ ਵਿੱਚ ਇੱਕ ਲਿਸਟ ਲੱਗਦੀ ਹੈ ਆਪਣੀ ਉਹਦੀ ਵਾਜਬ ਅਰਜ਼ ਦੀ, ਪਿੰਡ ਦੇ ਰੀਤੀ ਰਿਵਾਜਾਂ ਦੀ ਲਿਸਟ ਲੱਗਦੀ ਹੈ। ਉੱਥੇ ਸਿਰਫ ਇੰਨਾ ਕੀ ਦਿੱਤਾ ਗਿਆ ਹੈਗਾ ਵੀ ਪਿੰਡ ਦੇ ਰੀਤੀ ਰਿਵਾਜਾਂ ਦੀ ਲਿਸਟ ਲੱਗਦੀ ਹੈ ਜੋ ਆਉਂਦੀ ਦੇ ਵਿੱਚ ਪਿਛਲੇ ਪਾਸੇ। ਉਹਦਾ ਵੇਰਵਾ ਦਿੰਦੇ ਹੋਏ ਨਾ ਤੁਸੀਂ ਸੈਕਸ਼ਨ 30, ਜੇ ਤੁਹਾਡੇ ਕੋਲ ਕੁਐਸਚਨ ਨੰਬਰ 1 ਚ ਆ ਜਾਂਦਾ ਹੈ ਤਾਂ ਤੁਸੀਂ ਸੈਕਸ਼ਨ 31 ਹੈ ਕਿ 33 ਹੈ, ਮੈਨੂੰ ਯਾਦ ਨਹੀਂ ਪੂਰਾ, ਉਹਦਾ ਵੇਰਵਾ ਦੇ ਕੇ ਤੁਸੀਂ ਨਾਲ ਸੈਟਲਮੈਂਟ ਮੈਨੂਅਲ ਦਾ ਪਹਿਰਾ ਅੰਤਕਾ ਦਾ ਪਹਿਰਾ ਦੇ ਦਿਓ ਨਾਲ ਹੀ, ਅੱਗੇ ਐਗਜ਼ਾਮੀਨਰ ਨੂੰ ਹੋਰ ਵੇਟੇਜ ਤੁਹਾਡੀ ਵੱਧ ਜਾਂਦੀ ਹੈ। ਵੀ ਜਿਹੜਾ ਪਹਿਰਾ 295 ਚ ਵੀ ਲਿਖ ਸਕਦੇ ਜੀ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ, ਸੈਟਲਮੈਂਟ ਮੈਨੂਅਲ ਦਾ ਪਹਿਰਾ 295, ਸੈਟਲਮੈਂਟ ਮੈਨੂਅਲ ਦਾ ਪਹਿਰਾ 295, ਉਹ ਤੁਹਾਡੇ ਲਿਖ ਤਾਂ ਸਕਦੇ ਹੋ ਪਰ ਤੁਹਾਡੇ ਸਿਲੇਬਸ ਤਾਂ ਨਹੀਂ ਹੈਗਾ ਮੈਨੂਅਲ ਦੇ ਪਹਿਰੇ। ਵਾਜਬ ਅਰਜ਼ ਸਰ ਜਿਹੜੇ ਕਿਸੇ ਰਿਕਾਰਡ ਤੇ ਅਵੇਲੇਬਲ ਹੈ, ਮਿਲਦਾ ਸਰ ਇਹ ਪੁਰਾਣੇ ਰਿਕਾਰਡ 'ਚ? ਹਾਂਜੀ, ਵੀ ਕੋਰਟ ਦੇ ਵਿੱਚ ਇਹਨਾਂ ਦੀ ਕਈ ਵਾਰ ਕੋਰਟ ਆ ਫੈਸਲਾ ਕਰਦੀ ਨਿਚਲੇ ਆਧਾਰ ਤੇ। ਹਾਂ, ਇਹ ਰਿਕਾਰਡ ਤੋਂ ਮਿਲਦਾ ਅਵੇਲੇਬਲ ਹੈ ਸਰ? ਇਹ ਅਵੇਲੇਬਲ ਹੈਗੇ ਜਿੱਥੇ ਕਿਤੇ ਪੁਰਾਣੇ ਰਿਕਾਰਡ ਪਏ ਆ ਬੰਦੋਬਸਤ ਦੇ। ਇਹ ਕਨਫਰਮ ਨਹੀਂ ਕਹਿ ਸਕਦੇ ਆਪਾਂ, ਤਾਂ ਹੀ ਕਿਹਾ ਗਿਆ ਆਪਾਂ ਕਿਤੇ ਪੜ੍ਹਿਆ ਸੀਗਾ ਵੀ ਇਹ ਜਿਹੜਾ ਪੁਰਾਣਾ ਰਿਕਾਰਡ ਹੈਗਾ ਵਾਜਬ ਅਰਜ਼, ਜਿਵੇਂ ਇਦਾਂ ਦੇ ਪੁਰਾਣਾ ਰਿਕਾਰਡ ਹੈਗਾ, ਇਹ ਕੋਰਟਾਂ 'ਚ ਲੈ ਕੇ ਜਾਣ ਦੀ ਜਿਹੜੀ ਹੈਗੀ ਹੈ ਗ੍ਰੇਜ਼ ਕੀਤਾ ਜਾਂਦਾ ਹੈ। ਕੋਰਟਾਂ ਨੂੰ ਕਿਹਾ ਗਿਆ ਇਹਦੇ ਵਿੱਚ ਵੀ ਤੁਸੀਂ ਪੁਰਾਣਾ ਜਿਹੜਾ ਰਿਕਾਰਡ ਹੈ ਤਾਂ ਕਿ ਇਹ ਡਿਸਟਰੋਏ ਨਾ ਹੋ ਜੇ, ਮਤਲਬ ਕਿ ਇੰਨਾ ਪੁਰਾਣਾ ਰਿਕਾਰਡ ਟਰਾਂਸਪੋਰਟੇਸ਼ਨ ਦੇ ਵਿੱਚ ਲੈ ਕੇ ਜਾਣ ਦੇ ਵਿੱਚ ਮਤਲਬ ਕਿ ਖਤਮ ਨਾ ਹੋ ਜਾਏ, ਖਰਾਬ ਨਾ ਹੋ ਜਾਏ। ਇਸ ਕਰਕੇ ਕੋਰਟਾਂ ਨੂੰ ਵੀ ਕਿਹਾ ਗਿਆ, ਰੈਵਨਿਊ ਕੋਰਟਾਂ ਨੂੰ ਵੀ ਕਿਹਾ ਗਿਆ ਵੀ ਤੁਸੀਂ ਪੁਰਾਣੇ ਰਿਕਾਰਡ ਨੂੰ ਮੰਗਵਾਉਣ ਤੋਂ ਗੁਰੇਜ਼ ਕੀਤਾ ਜਾਵੇ ਤੇ ਇਹਦੀ ਸੈਟਲਮੈਂਟ ਦੀਆਂ ਅਟੈਸਟਡ ਕਾਪੀਆਂ ਲੈ ਕੇ ਹੀ ਸਾਰਨ ਦੀ ਕੋਸ਼ਿਸ਼ ਕੀਤੀ ਜਾਵੇ। ਜੇ ਕਿਤੇ ਮਤਲਬ ਕਿ ਮੈਕਸਿਮਮ ਕਿਤੇ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਤਦ ਹੀ ਇਹ ਪੁਰਾਣਾ ਰਿਕਾਰਡ ਮੰਗਵਾਇਆ ਜਾਵੇ ਅਦਾਲਤਾਂ ਦੇ ਵਿੱਚ, ਅਦਰਵਾਈਜ਼ ਇਹਨੂੰ ਮੰਗਾਉਣ ਤੋਂ ਗੁਰੇਜ਼ ਕੀਤਾ ਜਾਵੇ। ਇਹ ਵੀ ਕੋਰਟਾਂ ਨੂੰ ਵੀ ਕਿਹਾ ਗਿਆ ਹੈਗਾ ਕਿਉਂਕਿ ਇਹਦੀ ਬਹੁਤ ਅਹਿਮੀਅਤ ਹੁੰਦੀ ਹੈ। ਜੇ ਕਿਤੇ ਟਰਾਂਸਪੋਰਟੇਸ਼ਨ ਦੇ ਵਿੱਚ ਲੈ ਕੇ ਜਾਣ 'ਚ ਵਾਸਤੇ ਬੰਧਨ ਦੇ ਵਿੱਚ ਚੱਕਣ ਦੇ ਵਿੱਚ ਲੈ ਕੇ ਜਾਣ ਦੇ ਵਿੱਚ ਇਹ ਜਿਹੜਾ ਹੈਗਾ ਇਹਦਾ ਪੇਪਰ ਇੰਨਾ ਵੀਕ ਹੋ ਚੁੱਕਿਆ ਹੁੰਦਾ ਕਿ ਉਹ ਝੜਨ ਲੱਗ ਜਾਂਦਾ ਆਪਣੇ ਆਪ ਹੀ। ਠੀਕ ਹੈ ਜੀ। ਨੈਕਸਟ ਕੁਐਸਚਨ ਹੈਗਾ ਗਿਵ ਅ ਬਰੀਫ ਨੋਟ ਔਨ ਦਾ ਪ੍ਰਾਈਵੇਟ ਪਾਰਟੀਸ਼ਨ ਬੇਸਡ ਔਨ ਦਾ। ਜਦੋਂ ਇਹਨੂੰ ਲਿਖਣਾ ਹੋਏਗਾ ਤੇ ਫਿਰ ਲਿਖਣਾ ਕਿੱਦਾਂ ਭਲਾ ਜੀ? ਪਹਿਰਾ ਕਿਹੜਾ ਦੇਣਾ ਜੀ ਇਹਦਾ? ਜਿੱਦਾਂ ਪਹਿਰਾ ਅੰਤਕਾ ਲਿਖੋ ਤੁਸੀਂ, ਪਹਿਰਾ ਜੇ ਤੁਹਾਨੂੰ ਇਹਦੇ ਵਿੱਚ ਹੀ ਆਉਂਦਾ ਹੈ ਤੁਹਾਡਾ ਇਸ ਪੇਪਰ 'ਚ ਆਉਂਦਾ ਹੈ ਫਿਰ ਤੁਸੀਂ ਅੰਤਕਾ ਈ ਦਾ ਹਵਾਲਾ ਦਿਓਗੇ। ਅੰਤਕਾ 8 ਪਾਰਟ ਈ ਦੇ ਅੱਗੇ 1 ਤੇ 2। ਥੈਂਕ ਯੂ ਸਰ। ਤੁਸੀਂ ਸੈਟਲਮੈਂਟ ਮੈਨੂਅਲ ਲਿਖੋਗੇ, ਪਹਿਲਾਂ ਤਾਂ ਬੁੱਕ ਦਾ ਨਾਮ ਬੁੱਕ ਦਾ ਨਾਮ ਸੈਟਲਮੈਂਟ ਮੈਨੂਅਲ ਪਾਰਟ ਈ 1 ਤੇ 2। ਹਾਂ, ਸੈਟਲਮੈਂਟ ਮੈਨੂਅਲ ਅੰਤਕਾ 8
ਅੰਤ ਕਾ 8 ਨਾਲ ਹੀ ਲਿਖ ਦੋਗੇ ਪਾਰਟ ਈ ਦੇ ਫਿਰ ਅੱਗੇ ਬ੍ਰੈਕਟ ਪਾ ਦੋਗੇ ਤੁਸੀਂ 1 ਤੇ 2 ਇਹ ਲਿਖ ਦੋਗੇ। ਥੈਂਕ ਯੂ ਸਰ। ਠੀਕ ਹੈ ਜੀ। ਜਿੰਨੇ ਕੁ ਕੁਐਸਚਨ ਦਾ ਜਿੰਨੇ ਕੁ ਨੰਬਰ ਦਾ ਕੁਐਸਚਨ ਜੀ ਉਹਦੇ ਅਕੋਰਡਿੰਗ ਡੀਲ ਕਰਨਾ ਹੈ। ਹੁਣ ਕੁਐਸਚਨ ਇੱਥੇ ਤਾਂ ਤੁਹਾਨੂੰ ਪੂਰਾ ਨੰਬਰ ਹੈ, ਪੂਰਾ ਕੁਐਸਚਨ ਹੈ, ਪੂਰਾ ਡਿਟੇਲ ਚ ਮੰਗੀ ਗਈ ਹੈ ਸਾਰਾ। ਡਿਟੇਲ ਚ ਆਪਣੀ ਬੁੱਕ ਦੇ ਵਿੱਚ ਵੀ ਡਿਟੇਲ ਚ ਹੈਗਾ ਵੀ ਕਿਹੜੇ ਕਿਹੜੀਆਂ ਜਿਹੜੇ ਸੈਂਟੈਂਸ ਕਿਹੜੇ ਕਿਹੜੇ ਜਿਹੜੇ ਤੁਸੀਂ ਮੱਦਾਂ ਹੈਗੀਆਂ ਨੇ ਦਰਜ ਕਰਨੀਆਂ ਨੇ, ਕਿਹੜੀਆਂ ਕਿਹੜੀਆਂ ਮੱਦਾਂ ਦਰਜ ਨਹੀਂ ਕਰਨੀਆਂ ਵਾਜਬ ਅਰਜ਼ ਦੇ ਵਿੱਚ। ਇਹ ਬੁੱਕ 'ਚ ਤੁਸੀਂ ਪੂਰਾ ਡਿਟੇਲ ਦਿੱਤੀ ਗਈ ਹੈ। ਇਹਦੇ ਮੁਤਾਬਕ ਤੁਸੀਂ ਇਹਦਾ ਇਹ ਕੁਐਸਚਨ ਹੈ ਤੁਹਾਡਾ ਪੂਰਾ 8 ਨੰਬਰ ਦਾ 8 ਕੁਐਸਚਨ ਹੈ, ਪੂਰੇ ਨੰਬਰਾਂ ਦਾ ਹੈਗਾ। ਮੇਰੇ ਖਿਆਲ 10 ਨੰਬਰ ਦਾ ਕੁਐਸਚਨ ਹੈਗਾ, ਪੂਰਾ ਲਿਖੋਗੇ। ਨੈਕਸਟ ਕੁਐਸਚਨ ਹੈ ਜੀ, ਗਿਵ ਏ ਬਰੀਫ ਨੋਟ ਔਨ ਦਾ ਪ੍ਰਾਈਵੇਟ ਪਾਰਟੀਸ਼ਨ। ਪ੍ਰਾਈਵੇਟ ਪਾਰਟੀਸ਼ਨ ਬੇਸਡ ਔਨ ਦਾ ਪੰਜਾਬ ਲੈਂਡ ਐਡਮਿਨਿਸਟ੍ਰੇਟਿਵ ਮੈਨੂਅਲ। ਦੇਖੋ ਤੁਹਾਨੂੰ ਬੁੱਕ ਦਾ ਨਾਮ ਦੱਸਤਾ ਇਸਨੇ, ਠੀਕ ਹੈ, ਪੰਜਾਬ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ LAM। ਇਹਦੇ ਮੁਤਾਬਕ ਪ੍ਰਾਈਵੇਟ ਪਾਰਟੀਸ਼ਨ ਕੀ ਹੁੰਦੀ ਹੈ ਇਹ ਪੁੱਛਿਆ ਗਿਆ ਹੈ। ਚੈਪਟਰ 13 455 ਸੈਕਸ਼ਨ ਜੀ। 455 ਹਾਂਜੀ ਪੈਰਾਗ੍ਰਾਫ 455 ਸੈਕਸ਼ਨ ਜੀ। ਸੈਕਸ਼ਨ ਨਹੀਂ ਆ, ਪੈਰਾਗ੍ਰਾਫ 451 ਚੈਪਟਰ 3 451 ਦੇਖਿਓ। ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ 455 ਪੈਰਾ ਜੀ। ਹਾਂ 451 तो पैराग्राफ होएगा या ਪੈਰਾ ਹੋਏਗਾ ਜੀ। ਮੈਨੂਅਲ ਹੈ ਨਾ। जी 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 ਪਤਾ ਹੀ ਆਪਾਂ ਰੋਜ਼ ਕਰਦੇ ਹਾਂ ਜੀ ਪ੍ਰਾਈਵੇਟ ਪਾਰਟੀਸ਼ਨ, ਠੀਕ ਹੈ। आठ सौ तरतालीस है जी है ना हाँ जी 443 है जी 443 है प्राइवेट ਨਹੀਂ ਤੁਹਾਡੇ ਗਲਤ ਲਿਖਿਆ ਹੋਣਾ, ਕਹਿੰਦੇ 443 ਹੈਗਾ ਸੁਪਰੈਸ਼ਨ ਆਫ ਜਨਰਲ ਵਾਇਸ ਸਪੈਸੀਫਿਕ ਲਾ ਰੂਲਸ। ਇਹਦਾ ਵੈਸੇ ਇਹ ਦੇਖੋ ਇਹ ਵੀ ਠੀਕ ਕਹਿ ਰਹੇ ਨੇ। 443 ਦੇ ਵਿੱਚ ਵੀ ਲਿਖਿਆ ਹੈ ਪ੍ਰਾਈਵੇਟ ਪਾਰਟੀਸ਼ਨ ਬਾਰੇ। ਹੁਣ ਇਹ ਤੁਸੀਂ ਬੁੱਕਸ ਦੇਖ ਲਓ, ਪੈਰਾਗ੍ਰਾਫ ਨਾ ਜਿਹੜੇ ਪ੍ਰਿੰਟ ਨਿਕਲੇ ਨੇ ਪ੍ਰਿੰਟਾਂ ਦੇ ਵਿੱਚ ਤੇ ਬੁੱਕ ਦੇ ਵਿੱਚ ਥੋੜਾ ਜਿਹਾ ਅੰਤਰ ਹੈਗਾ, ਕੁਝ ਮਿਸ ਪ੍ਰਿੰਟਿੰਗ ਹੋਣ ਕਰਕੇ ਜਿਹੜੇ ਤੁਹਾਡੇ ਪ੍ਰਿੰਟ ਨਿਕਲੇ ਨੇ ਨਾ ਗੂਗਲ ਤੋਂ, ਠੀਕ ਹੈ ਜੀ, ਇਹਦੇ ਵਿੱਚ ਕੋਈ ਫਰਕ ਹੈਗਾ ਥੋੜਾ ਬਹੁਤਾ ਪੈਰਿਆਂ ਦੇ ਨੰਬਰਿੰਗ ਦਾ। ਇਹ 443 ਚ ਵੀ ਲਿਖਿਆ ਹੋਇਆ ਪ੍ਰਾਈਵੇਟ ਪਾਰਟੀਸ਼ਨ। ਇਹ ਜਿਹੜਾ 443 ਚ ਵੀ ਲਿਖਿਆ ਹੋਇਆ ਪ੍ਰਾਈਵੇਟ ਪਾਰਟੀਸ਼ਨ। ਚੈਪਟਰ 8 ਦੇ ਵਿੱਚ ਆਉਂਦਾ ਜੀ। ਜਿਹੜਾ ਤੁਸੀਂ ਬੁੱਕ ਦੇਖੋਗੇ, ਬੁੱਕ ਕਿਹਦੇ ਕੋਲੇ ਹੈ, ਇਹਨਾਂ ਨੂੰ ਭੁੱਲੋ। ਜਿਹੜਾ ਇਹ ਜਿਹੜੇ ਹੈਗੇ ਨੇ ਤੁਹਾਡੇ ਜਿਹੜੇ ਨੋਟਸ ਨੇ ਨਾ, ਨੋਟਸਾਂ ਨੂੰ ਛੱਡ ਕੇ ਜਿਹੜਾ ਬੁੱਕ ਦੇਖੋ ਜੀ। ਬੁੱਕ ਦੇ ਵਿੱਚ ਕਿਹੜਾ ਪੈਰਾ ਹੈ? 455 ਜੀ। 451 ਪੈਰਾ ਬਣਦਾ ਮੇਰੇ ਹਿਸਾਬ ਨਾਲ, ਹੈ ਨਾ? ਹਾਂਜੀ 451 ਹੈ ਜੀ। 451 ਬਣਦਾ ਹੈ। ਉਹਨਾਂ ਨੇ 443 ਬੋਲਿਆ, ਆਪਣੇ ਚੈਪਟਰ ਦੇਖਿਓ ਕਿਹੜਾ ਤੁਹਾਡਾ ਬੋਲਦਾ 13ਵਾਂ ਹੈਗਾ। 443 ਵਾਲੇ ਨੂੰ 13ਵਾਂ ਚੈਪਟਰ ਦੇਖਿਆ ਤਾਂ ਆਪਣੀ ਬੁੱਕ ਦੇ ਅੰਦਰ ਚੈਪਟਰ ਦਾ ਸਿਲੇਬਸ ਤੇ ਨਹੀਂ ਹੈਗਾ, ਕੋਈ ਜ਼ਰੂਰ ਲਿਖਣਾ। ਨਹੀਂ ਚੈਪਟਰ 13 ਹੀ ਹੈ। ਜਿੱਥੇ ਪ੍ਰਾਈਵੇਟ ਪਾਰਟੀਸ਼ਨ ਵਿੱਚ 443 ਲਿਖਿਆ ਹੈ ਉਹ ਚੈਪਟਰ 13 ਹੀ ਹੈ। ਪੈਰਿਆਂ ਦਾ ਫਰਕ ਹੈ ਜੀ। ਇਹ ਆਪਦੇ ਤੁਸੀਂ ਠੀਕ ਕਰ ਲੈਣਾ ਪਲੀਜ਼, ਨਾ ਪੈਰੇ। ਇਹ ਡਿਫਰੈਂਸ ਹੈਗਾ ਜੀ ਉਹਦੇ ਵਿੱਚ। ਜਿਹਨੇ 443 ਬੋਲਿਆ ਉਹਨਾਂ ਕੋਲੇ ਹੋਏਗੇ ਮੇਰੇ ਖਿਆਲ ਇਹ ਨੋਟਸ ਹੋਣਗੇ। बुक है जी पंजाब एडमिनिस्ट्रेटिव मैनुअल ਤੁਹਾਡੇ ਪਾਸ ਬੁੱਕ ਹੈ? ਕਿਹੜਾ ਪੈਰਾ ਤੁਹਾਡੇ ਕੋਲੇ? पैरा सर 443 सर। ਇਹ ਕਿਹੜੇ ਸਾਲ ਦਾ ਐਡੀਸ਼ਨ ਹੈ? ਕਿਹੜੇ ਸਾਲ ਦਾ? ਕਿਹੜੇ ਬੁੱਕ ਕੀ ਨਹੀਂ, ਇੱਕ ਮਿੰਟ ਦੇਖੋ, ਬੁੱਕ ਪੁਰਾਣੀ ਹੈ ਜਾਂ ਕੋਈ ਨਵੇਂ ਆਥਰ ਦੀ ਕਿਸੇ ਦੀ ਹੈ? ਜਾਂ पूरे चंद रोड़ा सर उन्होंने ਨਹੀਂ ਤੇ ਇਹ ਵੀ ਅੱਗੇ ਕਾਪੀ ਕੀਤੀ ਹੋਈਆਂ ਨੇ। ਤੁਸੀਂ ਜਿਹੜੀ ਕਿਸੇ ਕੋਲੇ ਪੁਰਾਣੀ ਬੁੱਕ ਹੈ ਉਹ ਦੇਖੋ, ਜਿਹੜਾ ਪੁਰਾਣੀ ਬੁੱਕ ਕਿਸੇ ਕੋਲੇ ਹੋਵੇ LAM ਦੀ, ਕਿਸੇ ਆਥਰ ਦੀ ਬੁੱਕ ਦੇਖੋ ਕਿਸੇ। ਇਹਦਾ ਟ੍ਰਾਂਸਲੇਸ਼ਨ ਬੁੱਕ ਕੀਤੀ ਵੀ ਹੈ, ਇਹਨਾਂ ਦਾ ਆਪ ਤਾਂ ਕੁਝ ਨਹੀਂ ਲਿਖਿਆ ਹੋਇਆ, ਠੀਕ ਹੈ। ਕੋਈ ਪੁਰਾਣੀ ਬੁੱਕ ਹੈ ਕਿਸੇ ਪਾਸ ਇਸ ਵੇਲੇ? ਮੇਰੀ ਬੁੱਕ ਪਤਾ ਨਹੀਂ ਕਿਸੇ ਨੇ ਲੈ ਲਈ। ਸਮਾਨ ਦੀ ਹੈ ਸਰ ਸਾਡੇ ਕੋਲ ਤਾਂ। ਹਾਂਜੀ ਸੀਐਸ ਸਮਾਨ ਦੀ ਆ। ਹਾਂ ਠੀਕ ਹੈ। ਉਹਦੇ ਵਿੱਚ ਦੇਖੋ, ਉਹਦੇ ਦੇਖੋ ਕਿਹੜਾ ਪੈਰਾ ਹੈ ਜੀ? 452 ਇਟ ਇਜ਼ ਰਾਈਟ। ਇਹ 452 ਪੈਰਾ ਇਹ ਸਹੀ ਹੈਗਾ। ਜਿਹੜੀਆਂ ਟ੍ਰਾਂਸਲੇਸ਼ਨ ਬੁੱਕਸ ਹੈਗੀਆਂ ਨੇ ਇਹਨਾਂ ਨੇ ਕੀਤੀ ਵੀ ਆ ਉਹਦੇ ਤੋਂ, ਜਿਹੜੀਆਂ ਕੁਝ ਗੂਗਲ ਤੋਂ ਨੋਟਸ ਲੈ ਕੇ ਨੋਟਸਾਂ ਦੇ ਵਿੱਚੋਂ ਅੱਗੇ ਟ੍ਰਾਂਸਲੇਸ਼ਨ ਹੋਈਆਂ ਵੀ ਨੇ। ਇੱਥੇ ਪੈਰਿਆਂ 'ਚ ਫਰਕ ਪਿਆ ਹੋਇਆ। ਤੁਸੀਂ ਬੁੱਕ ਦੇ ਮੁਤਾਬਕ ਹਾਂ 451 'ਚ ਠੀਕ, ਪਰ ਇਹ ਜਿਹੜੀ, ਠੀਕ ਹੈ ਜੀ। ਅੱਗੇ ਚੱਲਦੇ ਹਾਂ।
ਇਹ ਠੀਕ ਕਰ ਲੈਣਾ ਜੀ, ਤੁਸੀਂ ਆਪਣੇ ਕਿਸੇ ਨਾਲ ਮਿਲਾ ਲੈਣਾ ਬੁੱਕ ਤੇ, ਜਾਂ ਫਿਰ ਤੁਸੀਂ ਬੁੱਕ ਲੈ ਲੈਣਾ। ਇਹ ਟ੍ਰਾਂਸਲੇਸ਼ਨ ਦੇ ਜਿਹੜੇ ਬੁੱਕਸ ਨੇ ਨਾ ਜੀ, ਟ੍ਰਾਂਸਲੇਸ਼ਨ ਵਾਲੀਆਂ ਬੁੱਕਸ, ਇਹਨਾਂ ਦੇ ਪੈਰੇ ਗਲਤ ਹੋਏ ਹੋਏ ਨੇ। ਨੈਕਸਟ ਹੈਗਾ ਐਕਸਪਲੇਨ what points are considered when ਪਟਵਾਰੀ ਸਰਕਲ are formed। ਇਹ ਪਹਿਲਾਂ ਵੀ ਕੁਐਸਚਨ ਆਇਆ, 2020 ਚ ਵੀ ਆਇਆ ਸ਼ਾਇਦ, ਇਹ ਆਪਾਂ ਪਹਿਲਾਂ ਵੀ ਪੜ੍ਹਿਆ ਸੀਗਾ। ਜਦੋਂ ਪਟਵਾਰੀ ਸਰਕਲ ਫਾਰਮ ਕੀਤੇ ਜਾਂਦੇ ਨੇ ਤਾਂ ਕਿਹੜੇ ਕਿਹੜੇ ਪੁਆਇੰਟਸ ਨੂੰ ਕੰਸੀਡਰ ਕੀਤਾ ਜਾਂਦਾ ਹੈ। ਦੇਖੋ ਇਹ ਹਾਂ, ਦੇਖੋ ਇਹ ਐਡਮਿਨਿਸਟ੍ਰੇਸ਼ਨ ਦਾ ਪਾਰਟ ਆ ਗਿਆ, ਇਹ ਪਾਰਟ ਹੈਗਾ ਐਡਮਿਨਿਸਟ੍ਰੇਸ਼ਨ ਦਾ। ਐਡਮਿਨਿਸਟ੍ਰੇਸ਼ਨ ਮਤਲਬ ਕਿ ਤਹਿਸੀਲਦਾਰ, ਐਸਡੀਐਮ, ਕਲੈਕਟਰ, ਇਹਨਾਂ ਵੱਲੋਂ ਜਿਹੜੇ ਪਟਵਾਰ ਸਰਕਲ ਫਾਰਮ ਕੀਤੇ ਜਾਂਦੇ ਆ, ਵਧਾਏ ਜਾਂਦੇ ਆ, ਕਿਸੇ ਵੇਲੇ ਘਟਾਏ ਵੀ ਜਾਂਦੇ ਆ, ਠੀਕ ਹੈ। ਮਤਲਬ ਕਿ ਪਾਰਟ ਆ ਗਿਆ ਇਹ ਐਡਮਿਨਿਸਟ੍ਰੇਸ਼ਨ ਦਾ। ਐਡਮਿਨਿਸਟ੍ਰੇਸ਼ਨ ਨੇ ਕੀ ਦੇਖਣਾ ਉਸ ਵੇਲੇ, ਜਦੋਂ ਪਟਵਾਰ ਸਰਕਲ ਵਧਾਣੇ ਘਟਾਣੇ ਹੈਗੇ ਜਾਂ ਨਵੇਂ ਫਾਰਮ ਕਰਨੇ ਨੇ, ਤਾਂ ਕੀ ਦੇਖਣਾ ਹੈਗਾ। 279 LAM ਜਵਾਨੀ ਦੱਸ ਦੋਗੇ ਕੀ ਦੇਖਣਾ ਹੁੰਦਾ ਜੀ। ਸਰ ਦੁਬਾਰਾ ਕੁਐਸਚਨ ਬੋਲਿਓ, ਕੁਐਸਚਨ ਦਾ ਨਹੀਂ ਪਤਾ ਲੱਗਿਆ। ਜਦੋਂ ਕੋਈ ਪਟਵਾਰੀ ਸਰਕਲ ਫਾਰਮ ਕਰਨੇ ਹੁੰਦੇ ਆ ਹਾਂਜੀ ਤਾਂ ਕਿਹੜੇ ਕਿਹੜੇ ਪੁਆਇੰਟਾਂ ਨੂੰ ਕੰਸੀਡਰ ਕੀਤਾ ਜਾਂਦਾ ਹੈ। ਨੰਬਰ ਖਸਰੇ ਆ ਸਾਰੇ ਇਹਦੇ ਵਿੱਚ ਲੈ ਜਾਂਦੇ ਵੇ, ਇਹਨੇ 4 ਨੰਬਰ ਖਸਰੇ ਹੋਣੇ ਚਾਹੀਦੇ, ਖਤੌਨੀਆਂ ਹੋਣੀਆਂ ਚਾਹੀਦੀਆਂ। ਹਾਂ ਇਹੀ ਦੇਖਿਆ ਜਾਂਦਾ ਵੀ 4000 ਦੇ ਕਰੀਬ 5000। ਕਮਿਸ਼ਨਰ ਸਾਹਿਬ ਕਰਦੇ ਆ, ਮੇਨ ਗੱਲ ਹੈ ਕਮਿਸ਼ਨਰ ਸਾਹਿਬ ਕਰਦੇ। ਦੇਖੋ ਜਿਹੜੀ ਪ੍ਰਪੋਜ਼ਲ ਬਣ ਕੇ ਜਾਂਦੀ ਹੈ ਥੱਲੋਂ, ਠੀਕ ਹੈ, ਪ੍ਰਪੋਜ਼ਲ ਆਫਿਸ ਕਾਨੂੰਨ ਲੈਵਲ ਤੇ ਬਣਦੀ ਹੈ, ਦਫ਼ਤਰ ਕਾਨੂੰਨ ਨੂੰ ਪ੍ਰਪੋਜ਼ਲ ਬਣਾਈ ਜਾਂਦੀ ਹੈ, ਤਹਿਸੀਲਦਾਰ ਦੇ ਸੈਨੇਟ ਜਾਂਦੀ ਹੈ ਤੇ ਕਨਫਰਮੇਸ਼ਨ ਜਾ ਕੇ ਜਿਹੜੀ ਕਮਿਸ਼ਨਰ ਕੋਲੇ ਹੁੰਦੀ ਹੈ, ਠੀਕ ਹੈ। ਇਹ ਦੇਖਿਆ ਜਾਂਦਾ ਵੀ ਇੱਕ ਪਟਵਾਰ ਸਰਕਲ ਦੇ ਵਿੱਚ ਇੰਨੇ ਜਿਹੜੇ ਹੈਗੇ ਨੇ 4000 ਤੋਂ ਲੈ ਕੇ 5000 ਤੱਕ ਜਿਹੜੇ ਖਸਰਾ ਹੋਣੇ ਚਾਹੀਦੇ ਨੇ, 1200 ਤੋਂ ਲੈ ਕੇ 1600 ਖਤੌਨੀ ਨੰਬਰ ਹੋਣੇ ਚਾਹੀਦੇ ਨੇ। ਇਹ ਅਪਰੋਕਸੀਮੇਟ ਦੇਖਿਆ ਜਾਂਦਾ ਹੈ, ਜਾਣੀ ਕਿ ਦੇਖੀਏ ਆਪਾਂ ਗੱਲ ਕਰ ਲਈਏ ਲਗਭਗ 3000 ਏਕੜ ਇੱਕ ਜਿਹੜਾ ਹੈਗਾ ਪਟਵਾਰ ਸਰਕਲ ਦਾ ਜਿਹੜਾ ਏਰੀਆ ਹੋਣਾ ਚਾਹੀਦਾ ਹੈ, ਅਪਰੋਕਸੀਮੇਟ 3000 ਏਕੜ ਦੇ ਕਰੀਬ। ਇਹ ਨਾ ਹੋਵੇ ਕਿਸੇ ਪਟਵਾਰ ਸਰਕਲ ਦਾ ਏਰੀਆ 10000 ਏਕੜ ਹੋਵੇ, ਕਿਸੇ ਪਟਵਾਰ ਸਰਕਲ ਦਾ ਏਰੀਆ 2000 ਏਕੜ ਹੋਵੇ, ਠੀਕ ਹੈ। ਏਦਾਂ ਕਰਕੇ ਇਹਨਾਂ ਨੇ ਬਣਾਇਆ ਗਿਆ, ਪੈਟ ਰੂਲਸ ਦੇ ਬਣਾਏ ਗਏ ਨੇ ਅੰਦਾਜ਼ਨ। ਇਹ ਪੁਆਇੰਟਸ ਹੈਗੇ ਆ, ਇਹ ਤੁਸੀਂ 279 ਪੇਜ ਲਿਖੇ ਹੋਏ ਨੇ, ਇਹ ਕਾਪੀ ਕੀਤੀ ਜਾ ਸਕਦੀ ਹੈ, ਠੀਕ ਹੈ ਸਰ ਜੀ। ਇੱਕ ਸਰਜੀਤ ਹੋਣ ਵਾਲਾ ਦੇਖੋ, ਬੜੀ ਆਵਾਜ਼ ਉਧਰੋਂ ਵੀ ਆਈ ਜਾਂਦੀ ਹੈ, ਮਾੜਾ ਉੱਤੇ ਮੇਰੀ ਆਵਾਜ਼ ਚੇਂਜ ਹੋ ਰਹੀ ਹੈ ਕੁਛ? ਤੁਹਾਡੀ ਆਵਾਜ਼ ਦੇ ਵਿੱਚ ਦੱਸਣਾ ਨਾ, ਸਰਜੀਤ ਹੋਣ ਵਾਲੇ ਚੋਂ ਕੋਈ ਖਾਸ ਆਵਾਜ਼ ਆਈ ਜਾਂਦੀ, ਪਤਾ ਨਹੀਂ ਕਰ ਰਹੀ ਹੈ। ਬਸ ਹੁਣ ਠੀਕ ਹੋ ਗਏ, ਥੈਂਕ ਯੂ। ਓਕੇ ਨੈਕਸਟ ਕਰੋ ਬੱਚੇ। ਪਿੱਛੇ 2018 ਚ ਇੱਕ ਕੁਐਸਚਨ ਹੋਰ ਕਰ ਲਈ ਪੇਪਰ। ਬਸ ਜੁਲਾਈ 2018 ਚ ਪੇਪਰ ਆਇਆ ਸੀ ਇੱਕ, ਉਹ ਜਿਹੜਾ ਡਿਸਕਸ ਕਰ ਲਈਏ। ਇਹਦੇ ਵਿੱਚ ਸੀਗਾ ਟਾਈਮ ਉਨਾ ਹੀ ਹੈਗਾ, 100 ਨੰਬਰ ਦਾ ਹੈਗਾ ਜੀ। ਕੁਐਸਚਨ 8 ਕੁਐਸਚਨ ਆਏ ਹੋਏ ਨੇ। अस्सी नंबर का पेपर है। 15 ਵਾਲੇ ਤਾਂ ਨਹੀਂ ਸਰ ਵਿੱਚ 10 ਨੰਬਰ ਦਾ ਇੱਕ ਹੀ ਨਹੀਂ, 10 ਨੰਬਰ ਦਾ 100 ਨੰਬਰ ਦਾ ਪੇਪਰ ਦਾ 100 ਨੰਬਰ ਦੀ ਹੈ। ਚਲੋ ਮਿਸਪ੍ਰਿੰਟ ਲੱਗਦਾ ਸਰ, ਮਿਸਪ੍ਰਿੰਟ ਹੈ, ਕੋਈ ਗੱਲ ਨਹੀਂ, ਮਿਸਪ੍ਰਿੰਟ ਹੈਗਾ, ਚਲੋ ਆਪਾਂ ਕਰ ਲੈਣਾ, ਕੋਈ ਗੱਲ ਨਹੀਂ। ਇਹਦੇ ਵਿੱਚ ਨਹੀਂ 10 ਦੋ ਕੁਐਸਚਨ ਕਿਤੇ ਮਿਸ ਹੋਏ ਲੱਗਦੇ ਆ, ਕੋਈ ਗੱਲ ਨਹੀਂ। ਦੇਖੋ ਜੀ ਪਹਿਲਾ ਜਿਹੜਾ ਕੁਐਸਚਨ ਹੈਗਾ, ਇਹ ਹੈਗਾ ਡੈਫੀਨੇਸ਼ਨਸ ਦਾ। ਚਕੋਤਾ ਇਹਦੇ ਪਾਰਟ ਹੈਗੇ ਨੇ ਜੇ ਤੱਕ, A B C D E F G H I J, ਠੀਕ ਹੈ ਜੀ। ਇਹ ਨੇ ਪਾਰਟ ਨੇ ਇਹਦੇ, ਤੇ 3 ਨੰਬਰ ਦਾ ਕੁਐਸਚਨ ਹੈਗਾ, 10 ਪਾਰਟ ਨੇ। ਪਹਿਲਾ ਹੀ ਕੁਐਸਚਨ ਜਿਹੜਾ, ਇਹੀ ਕੁਐਸਚਨ ਵੱਡਾ ਹੈ, ਜਿੰਨੀ ਪੂਰਾ ਹੋ ਗਿਆ, ਇਹੀ ਕੁਐਸਚਨ ਤੁਹਾਡਾ 30 ਨੰਬਰ ਦਾ ਹੈ। ਪਹਿਲਾ ਕੁਐਸਚਨ 30 ਨੰਬਰ ਦਾ ਹੈ, ਬਾਕੀ ਕੁਐਸਚਨ 10 ਨੰਬਰ ਦੇ ਨੇ, ਠੀਕ ਹੈ ਜੀ। ਤੇ ਇੱਥੇ 100 ਨੰਬਰ ਦਾ ਪੂਰਾ ਹੋ ਜਾਂਦਾ ਹੈ। ਬਹੁਤ ਇਹ ਦੇਖੋ 10 ਪਾਰਟ ਨੇ ਡੈਫੀਨੇਸ਼ਨਸ ਦੇ, 3 ਨੰਬਰ ਦੀ ਇੱਕ ਡੈਫੀਨੇਸ਼ਨ ਹੈ। 10 ਪਾਰਟਾਂ ਦਾ 30 ਨੰਬਰ ਦਾ ਕੁਐਸਚਨ ਹੋ ਗਿਆ ਤੁਹਾਡਾ ਪਹਿਲਾ। ਇਹ ਬਹੁਤ
मतलब वेटेज है जी। पहले क्वेश्चन ਦੀ ਬਹੁਤ वेटेज ਹੈਗੀ ਹੈ। ਪਹਿਲਾ ਇਹਦਾ A ਪਾਰਟ ਹੈ ਚਕੋਤਾ। ਚਕੋਤਾ ਕਿੱਥੋਂ ਲਿਖਾਂਗੇ ਜੀ ਅਸੀਂ? ਡੈਫੀਨੇਸ਼ਨ ਕਲਾਸ ਕੱਢੋ ਜੀ ਟੈਨੈਂਸੀ ਦੀ ਡੈਫੀਨੇਸ਼ਨ ਕਲਾਸ। ਜਿੱਥੇ ਡੈਫੀਨੇਸ਼ਨ ਕਲਾਸ ਚੋਂ ਨਹੀਂ ਮਿਲਦਾ ਫਿਰ ਅਸੀਂ LAM ਦੇਖ ਲਓ। 4 ਦਾ 3 ਦੇਖੋ ਜੀ, 4 ਦਾ 3 ਡੈਫੀਨੇਸ਼ਨ ਕਲਾਸ 4 ਨੰਬਰ ਹੈ। 4 ਚ ਅੱਗੇ ਪਾਰਟ ਬਣਾਏ ਗਏ ਨੇ। ਸੈਕਸ਼ਨ 4 ਟੈਨੈਂਸੀ ਐਕਟ। ਤਿੰਨ ਨੰਬਰ ਜੀ, 4 ਦਾ 3 ਰੈਂਟ ਲਿਖਿਆ ਗਿਆ ਜੀ। ਰੈਂਟ ਚ ਕੋਤਾ ਇੱਕੋ ਚੀਜ਼ ਹੈ। rent means whatever is payable by the landlord, whatever is payable by the tenant to the landlord, by the tenant to the landlord। ਠੀਕ ਹੈ ਜੀ। 4 ਦਾ 3 ਲਿਖ ਦਾਂਗੇ। ਇੱਥੇ ਤੁਸੀਂ ਕੱਲਾ ਚਕੋਤਾ ਨਾਲ ਲੱਭੀ ਜਾਓਗੇ। ਤੇ ਇੱਥੇ ਲਿਖਿਆ ਹੋਇਆ ਰੈਂਟ ਲਿਖਿਆ ਹੋਇਆ। ਰੈਂਟ ਚਕੋਤਾ ਇੱਕੋ ਚੀਜ਼ ਹੈ। ਆਪਾਂ ਬੋਲਣ ਦੇ ਵਿੱਚ ਚਕੋਤਾ ਆ ਜਾਂਦਾ ਹੈ, ਪਰ ਅਸਲ ਦੇ ਵਿੱਚ ਰੈਂਟ ਕਿਹਾ ਜਾਂਦਾ ਹੈ ਲਾਅ ਦੇ ਵਿੱਚ। ਠੀਕ ਹੈ ਜੀ। 4 ਦਾ 3 ਲਿਖ ਦਾਂਗੇ ਜੀ। ਜੇ ਕਿਤੇ ਕਿਸੇ ਹੋਰ ਨੂੰ ਕਿਤੋਂ ਮਿਲਦਾ ਹੈਗਾ ਤਾਂ ਉਹ ਵੀ ਲਿਖ ਸਕਦਾ ਹੈ। LAM ਚ ਵੀ ਹੋ ਸਕਦਾ ਹੈ। ਅੱਗੇ ਹੈਗਾ B ਪਾਰਟ ਐਸਚੀਟ। ਐਸਚੀਟ ਕੀ ਹੁੰਦੀ ਹੈ ਜੀ? ਐਸਚੀਟ ਕੀ ਹੁੰਦੀ ਹੈ? ਐਸਚੀਟ ਜਦੋਂ ਕੋਈ ਪ੍ਰਾਪਰਟੀ ਦਾ ਕੋਈ ਮਾਲਕ ਮਰ ਜਾਂਦਾ, ਉਹਦਾ ਕੋਈ ਵਾਰਸ ਅੱਗੇ ਨਹੀਂ ਰਹਿ ਜਾਂਦਾ। ਠੀਕ ਹੈ ਜੀ। ਇਹਦਾ ਲੈਂਡ ਕੋਡ ਮੈਨੂਅਲ ਦਾ ਸਰ ਪੁੱਛ ਲਿਆ। ਹਾਂ ਨਹੀਂ, ਇਹ ਐਡਮਿਨਿਸਟ੍ਰੇਟਿਵ ਮੈਨੂਅਲ ਜਿਹੜਾ ਜਾਣਦੇ ਆ ਐਸਚੀਟ। ਹਾਂ ਇਹ LAM ਐਡਮਿਨਿਸਟ੍ਰੇਸ਼ਨ ਮੈਨੂਅਲ ਚ ਵੀ ਹੈਗਾ ਜੀ। LAM ਚ 839 LAM ਦੇ ਚ 839 ਪੈਰਾ 839 ਐਸਚੀਟ ਵਾਲੀ ਲਿਖ ਸਕਦੇ ਹੋ। LAM ਦੇ 839 ਚਲੋ ਇਹ ਫਰਕ ਪੈਂਦੇ ਆ ਥੋੜੇ ਥੋੜੇ। ਠੀਕ ਹੈ ਜੀ, ਉੱਥੋਂ ਲਿਖ ਸਕਦੇ ਹੋ ਤੁਸੀਂ। ਨੈਕਸਟ ਹੈਗਾ ਜੀ ਆਬਾਦੀ ਦੇ। ਆਬਾਦੀ ਦੇ ਸਰ ਅਪੈਂਡਿਕਸ 7 B ਪਾਰਟ ਦਾ 11 ਹੋਊਗਾ। ਹੈ ਜੀ। ਅਪੈਂਡਿਕਸ 7 B ਪਾਰਟ ਦਾ 11 ਬਿਲਕੁਲ ਠੀਕ ਹੈ। ਸੈਟਲਮੈਂਟ ਮੈਨੂਅਲ। ਹਾਂਜੀ ਸੈਟਲਮੈਂਟ ਮੈਨੂਅਲ ਅਪੈਂਡਿਕਸ ਨਹੀਂ। ਬਿਲਕੁਲ ਠੀਕ ਹੈ ਜੀ। ਕਿਹੜਾ ਜੀ ਦੁਬਾਰਾ ਬੋਲਦੇ ਹੋ ਸਰ? ਆਬਾਦੀ ਦੇ ਅਪੈਂਡਿਕਸ 7 ਅਪੈਂਡਿਕਸ 7 ਦਾ B ਪਾਰਟ ਦਾ ਅੱਗੇ 2 ਠੀਕ ਹੈ ਸਰ। 11 ਅੱਗੇ ਹੈਗਾ ਜੀ ਗੈਮਰੂਸੀ। ਗੈਮਰੂਸੀ ਇਹ ਨਹੀਂ ਲੱਭਿਆ ਸਰ ਕਿਤੋਂ। ਇਹ ਤੁਸੀਂ ਇੱਥੋਂ ਲਿਖੋ ਜੀ। ਟੈਨੈਂਸੀ ਐਕਟ ਦਾ ਸੈਕਸ਼ਨ 4 ਦਾ ਅੱਗੇ B ਪਾਰਟ 5 ਪਾਰਟ ਟੈਨੈਂਟ ਦੀ ਡੈਫੀਨੇਸ਼ਨ ਲਿਖ ਦਿਓ ਜੀ। ਇੱਥੇ ਤੁਸੀਂ ਟੈਨੈਂਟ ਦੀ ਡੈਫੀਨੇਸ਼ਨ ਲਿਖ ਦਿਓ। ਟੈਨੈਂਟ ਦੀ ਡੈਫੀਨੇਸ਼ਨ ਟੈਨੈਂਟ ਵਾਲੀ ਡੈਫੀਨੇਸ਼ਨ ਆਊਗੀ। ਹਾਂ ਟੈਨੈਂਟ ਦੀ ਡੈਫੀਨੇਸ਼ਨ 4 ਦਾ 5 ਪਾਰਟ। ਨੈਕਸਟ ਹੈਗਾ ਜੀ, ਨੋਟ ਕਰ ਲਓ ਜੀ 4 ਦਾ 5 ਪਾਰਟ ਟੈਨੈਂਸੀ ਵਾਲੀ ਡੈਫੀਨੇਸ਼ਨ। ਅੱਗੇ ਹੈਗਾ ਕੁਐਸਚਨ ਆਫ ਟਾਈਟਲ। ਕੁਐਸਚਨ ਆਫ ਟਾਈਟਲ ਕਾਹਦੇ ਹੁੰਦਾ? ਪਾਰਟੀਸ਼ਨ ਚ ਹੁੰਦਾ। ਦੇਖੋ ਠੀਕ ਹੈ, ਪਾਰਟੀਸ਼ਨ ਕਾਹਦੇ ਵਿੱਚ ਹੈ ਤੁਹਾਡੇ ਕੋਲੇ? ਟੈਨੈਂਸੀ ਐਕਟ ਦਾ ਪਾਰਟੀਸ਼ਨ ਆਂਦੀ ਨਹੀਂ। ਠੀਕ ਹੈ ਜੀ। ਤੇ ਇੱਕ ਪਾਰਟੀਸ਼ਨ ਦੇਖੋ ਸੈਟਲਮੈਂਟ ਵੀ ਨਹੀਂ ਹੈਗੀ, ਤੇ ਇਟ ਮੀਨਸ LAM ਚ ਹੈ, ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ ਚ ਹੈ ਜੀ। 13 ਨੰਬਰ ਚੈਪਟਰ ਚ ਹੈ ਜੀ। LAM ਦੇ 13 ਨੰਬਰ ਚੈਪਟਰ ਚ। ਹਾਂ ਪੈਰਾ 462 ਦੇਖੋ ਜੀ। ਪੈਰਾ ਦਾ ਫਰਕ ਹੋ ਸਕਦਾ ਹੈ। 462 ਦੇਖ ਲਓ, ਜਾਂ ਬੁੱਕ ਦੇ ਵਿੱਚ ਕੋਈ ਪੈਰਾ ਹੋਰ ਵੀ ਹੋ ਸਕਦਾ ਹੈ। ਠੀਕ ਹੈ ਜੀ। ਅੱਗੇ ਚਲੋ। ਹੋਲਡਿੰਗ ਮਾਲਕੀ ਦਾ ਸਵਾਲ ਦੁਬਾਰਾ ਦੱਸਿਓ ਜੀ, ਪਤਾ ਨਹੀਂ।
ਹੈ ਜੀ ਮਾਲਕੀ ਦਾ ਸਵਾਲ ਆਬਾਦੀ ਦੀ ਦਾ ਇਹ question of title। ਕੁਐਸਚਨ ਆਫ ਟਾਈਟਲ ਐਲਏਐਮ ਦਾ ਪੈਰਾ 462 ਕੁਐਸਚਨ ਆਫ ਟਾਈਟਲ ਐਲਏਐਮ ਪੈਰਾ 462 ਨੈਕਸਟ ਆ ਗਿਆ ਹੋਲਡ ਇਹ ਜਿਹੜਾ ਹੋਲਡਿੰਗ ਵਾਲਾ ਹੈ ਦੇਖਿਓ ਸਰ ਪਾਰਟੀਸ਼ਨ ਵਾਲੇ ਚੋਂ ਦੇ ਸਕਦੇ 454 ਚੋਂ ਆਨਸਰ ਇਹਦਾ ਦੇਖਿਓ ਤਾਂ ਸਰ ਹੋਲਡਿੰਗ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਹੋਲਡਿੰਗ ਆਕੂਪੈਂਸੀ ਟੈਨੈਂਟ ਦੀ ਹੈ ਹੈ ਜੀ ਹੋਲਡਿੰਗ ਇਹ ਆਕੂਪੈਂਸੀ ਟੈਨੈਂਟ ਦੀ ਹੈ ਠੀਕ ਹੈ ਇਹ 454 ਆ ਸਕਦਾ ਹੈ 454 ਆ ਸਕਦਾ ਹੈ ਜੀ 453 ਚ ਹੋਲਡਿੰਗ ਆ ਸਕਦੀ ਹੈ ਹੋਲਡਿੰਗ ਠੀਕ ਹੈ ਸਰ ਮੈਨੂਅਲ ਕੀ ਹੈ ਸਰ ਪੈਰਾ ਨੰਬਰ ਹਾਂਜੀ। 132 ਦੀ ਡੈਫੀਨੇਸ਼ਨ ਆਫ ਹੋਲਡਿੰਗ ਇਹ ਕਿਹਦੇ ਚ 132 ਸੈਟਲਮੈਂਟ ਮੈਨੂਅਲ ਚ ਸਰ ਸੈਟਲਮੈਂਟ ਮੈਨੂਅਲ ਠੀਕ ਹੈ ਪੈਰਾ ਨੰਬਰ 132 ਡੈਫੀਨੇਸ਼ਨ ਆਫ ਹੋਲਡਿੰਗ ਦੇਖੋ ਹੋਲਡਿੰਗ ਕੀ ਹੁੰਦੀ ਹੈ ਹੋਲਡਿੰਗ ਕਈ ਥਾਂ ਤੇ ਆਪਾਂ ਪੜ੍ਹਿਆ ਹੈਗਾ ਹੋਲਡਿੰਗ ਇੱਕ ਮਾਲਕ ਦੀ ਮਾਲਕੀ ਹੁੰਦੀ ਹੈ ਉਹਦੀ ਜੇ 4 ਖੇਵਟਾਂ ਦੀ ਇਕੱਠੀ ਕਰੀ ਜੇ 3 ਖੇਵਟਾਂ ਦੀ ਇਕੱਠੀ ਜਿੰਨੀਆਂ ਵੀ ਉਹਦੀਆਂ ਖੇਵਟਾਂ ਹੁੰਦੀਆਂ ਨੇ ਕਿਸੇ ਪਿੰਡ ਦੀਆਂ ਠੀਕ ਹੈ ਸਾਰੀਆਂ ਖੇਵਟਾਂ ਚੋਂ ਸ਼ੇਅਰ ਕੱਢ ਕੇ ਜਿੰਨੀ ਉਹਦੀ ਮਾਲਕੀ ਬਣ ਜਾਂਦੀ ਹੈ ਉਹਨੂੰ ਅਸੀਂ ਹੋਲਡਿੰਗ ਕਹਿੰਦੇ ਆ ਕਿੰਨਾ ਪੈਰਾ ਬੋਲਿਆ ਸੀ ਜੀ 454 ਇਹਨਾਂ ਦਾ ਸੈਟਲਮੈਂਟ ਇੱਕ ਮਿੰਟ ਜੀ ਮੈਂ 454 ਹੈਗਾ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ ਚ 125 ਹੈਗਾ ਆ ਪੰਜਾਬ ਸੈਟਲਮੈਂਟ ਮੈਨੂਅਲ ਹੁਣ ਦੇਖੋ ਕਿਹੜਾ ਲਿਖਣਾ ਸਰ ਇਹਦਾ ਜਿਹੜਾ ਮਰਜ਼ੀ ਲਿਖ ਦਿਓ ਜੀ ਕੋਈ ਫਿਕਰ ਨਹੀਂ ਹੈਗਾ ਦੋਨੇ ਤੁਹਾਡੇ ਸਿਲੇਬਸ 'ਚ ਹੈਗੇ ਆ ਦੁਬਾਰਾ ਉਹ ਬੋਲੋ ਨਹੀਂ ਹੈਗਾ ਸਰ 125 ਨਹੀਂ ਸਾਡੇ ਸਿਲੇਬਸ ਚ ਜਿਹੜਾ ਸੈਟਲਮੈਂਟ ਮੈਨੂਅਲ ਆ ਉਹ ਵੀ ਸਾਡੇ ਜ਼ਿਆਦਾ ਫੈਕਟਰ ਤੇ ਫਿਰ ਇਹੀ ਹੋਊਗਾ ਨਾ 454 ਵਾਲਾ ਜਿਹੜਾ ਸਾਡੇ ਸਿਲੇਬਸ ਚ 454 ਹੈ ਜੀ ਹਾਂ ਇਹ ਲਿਖ ਦਿਓ ਠੀਕ ਹੈ ਸਰ ਨੈਕਸਟ ਹੈ ਜੀ ਆਪਣਾ ਟੈਨੈਂਸੀ ਹਾਂ ਟੈਨੈਂਸੀ ਦੀ ਡੈਫੀਨੇਸ਼ਨ ਕੱਢ ਲਓ ਜੀ ਟੈਨੈਂਸੀ ਵਰ ਤਾਂ ਦੇਖੋ ਡੈਫੀਨੇਸ਼ਨ ਤੁਹਾਡਾ ਸੈਕਸ਼ਨ ਹੈ ਪੂਰਾ ਬੁੱਕ ਹੀ ਟੈਨੈਂਸੀ ਦੇ ਉੱਪਰ ਹੈ 8 4 ਦਾ 8 4 ਦਾ 8 ਹੈ ਜੀ ਹਾਂ ਨੈਕਸਟ ਆ ਗਿਆ ਜੀ ਨੋਟ ਕਰ ਲਓ 4 ਦਾ 8 ਜੀ ਟੈਨੈਂਸੀ ਬਾਰੇ ਫੀਲਡ ਬੁੱਕ ਦੇਖੋ ਹੁਣ ਫੀਲਡ ਬੁੱਕ ਆਪਾਂ ਕਿੱਥੋਂ ਲਿਖਾਂਗੇ ਆਪਾਂ ਸਭ ਤੋਂ ਪਹਿਲਾਂ ਸੈਟਲਮੈਂਟ 'ਚ ਪੜ੍ਹਿਆ ਸੀਗਾ ਪਰਮੇਸ਼ ਕਰਨ ਬਾਰੇ ਅੰਤਕਾ 7 ਠੀਕ ਹੈ ਅੰਤਕਾ 7 ਜੀ ਫੀਲਡ ਬੁੱਕ ਬਾਰੇ ਤਾਂ ਬਹੁਤ ਡਿਟੇਲ ਲਿਖੀ ਹੋਈ ਹੈ ਅੰਤਕਾ 7 ਚੋਂ ਲਿਖ ਦਿਓ ਬਸ ਠੀਕ ਹੈ ਜੀ ਅੰਤਕਾ 7 ਚੋਂ ਲਿਖ ਦਿਓ ਜਿੱਥੇ ਵੀ ਕਿਤੇ ਕੁਐਸਚਨ ਲਿਖ ਤੁਹਾਨੂੰ ਪਿਆ ਫੀਲਡ ਬੁੱਕ ਬਾਰੇ ਇਹਦੇ ਨਾਲ ਹੀ ਆ ਗਿਆ ਢਾਲਬਾਸ਼ ਢਾਲਬਾਸ਼ ਵੀ ਇਹਦੇ ਵਿੱਚ ਹੀ ਆਏਗਾ ਅੰਤਕਾ 7 ਪਾਰਟ ਬੀ ਪਾਰਟ 6 ਅੱਗੇ ਢਾਲਵਾਸ਼ ਕਿੱਥੇ ਦੇਖਿਆ ਪੜਿਓ ਜੀ ਜਰਾ ਤਾਂ ਸਭ ਜਗ੍ਹਾ ਢਾਲਵਾਸ਼ ਕਿੱਥੇ ਫੀਲਡ ਬੁੱਕ ਨੋਟ ਕਰ ਲਿਆ ਤੁਸੀਂ ਜੀ ਫੀਲਡ ਬੁੱਕ ਤੁਹਾਡਾ ਇਹਦੇ ਵਿੱਚ ਹੈਗਾ ਸੀਗਾ ਅੰਤਕਾ 7 ਦਾ ਬੀ ਪਾਰਟ ਦੇ ਵਿੱਚ ਅੱਗੇ ਫੀਲਡ ਬੁੱਕ ਦੀ ਉਹ ਵੀ ਬਣਾ ਕੇ ਦਿਖਾਇਆ ਗਿਆ ਪਰਫਾਰਮਾ ਬਣਾ ਕੇ ਦਿਖਾਇਆ ਗਿਆ 6 ਪਾਰਟ ਦੇ ਵਿੱਚ 6 ਪ੍ਰੋਸੀਜਰ ਐਜ਼ ਈਚ ਫੀਲਡ ਇਜ਼ ਮੇਜਰਡ ਕੱਲੇ ਫੀਲਡ ਨੂੰ ਕਿਵੇਂ ਮਾਪਣਾ ਹੈਗਾ ਉਹਦੀ ਅੱਗੇ 6 ਦੇ ਵਿੱਚ ਦੱਸੀ ਗਈ ਅੱਗੇ ਫੀਲਡ ਬੁੱਕ ਦਾ ਮੈਪ ਵੀ ਬਣਾਇਆ ਗਿਆ ਨੰਬਰ ਆਫ ਦਾ ਫੀਲਡ ਫਾਰਮਰ ਫੀਲਡ ਨੰਬਰ ਠੀਕ ਹੈ ਨੰਬਰ ਆਫ ਖਤੌਨੀ ਤੇ ਏਰੀਆ ਆਫ ਦਾ ਕੈਲਕੂਲੇਸ਼ਨਸ
ਇਹ ਤੁਸੀਂ ਨੋਟ ਕਰ ਲਓ ਜੀ। ਇਹਦਾ ਜਿਹੜਾ ਫੀਲਡ ਬੁੱਕ ਦਾ ਸੀਗਾ ਅੰਤਕਾ 7 ਦੇ ਵਿੱਚ ਅੱਗੇ 6 ਪਾਰਟ, ਅੰਤਕਾ 7 ਪਾਰਟ B ਪਾਰਟ 6, ਅੰਤਕਾ B ਅੰਤਕਾ 7 ਪਾਰਟ B ਪਾਰਟ B ਦਾ ਅੱਗੇ 6 ਪਾਰਟ ਹੈਗਾ ਫੀਲਡ ਬੁੱਕ ਦੇ ਰਿਗਾਰਡਿੰਗ। ਇਹਦੇ ਬਾਰੇ ਹੈਗਾ ਅੱਗੇ ਨੈਕਸਟ ਸੀਗਾ ਢਾਲਵਾਸ਼। ਢਾਲਵਾਸ਼ ਸਰ ਹਾਂਜੀ 508 ਸੈਕਸ਼ਨ ਦੇ ਵਿੱਚ ਸੌਰੀ ਸੈਕਸ਼ਨ ਬੋਲ ਹੋ ਗਿਆ, ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ 508 ਢਾਲਵਾਸ਼ ਜੀ। ਜੀ ਸਰ, ਢਾਲਵਾਸ਼ ਦਾ ਰੈਫਰੈਂਸ ਦਿੱਤਾ ਵੀ ਜਦੋਂ ਗਿਰਦਾਵਰੀ ਖਤਮ ਹੋਊਗੀ ਉਸ ਵੇਲੇ ਢਾਲਵਾਸ਼ ਪਟਵਾਰੀ ਬਣਾ ਕੇ ਦਊਗਾ ਨੰਬਰਦਾਰ ਨੂੰ, ਤੋਂ ਬਾਅਦ ਅਰਜਨ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਜੀ। ਇਹ ਕਲੈਕਸ਼ਨ ਆਫ ਲੈਂਡ ਰੈਵਨਿਊ ਚ ਦੇਖੋ ਸਭ ਤੋਂ ਪਹਿਲਾਂ ਤਾਂ ਥੋੜਾ ਜਿਹਾ ਧਿਆਨ ਮਾਰ ਲਿਆ ਕਰੋ ਵੀ ਇਹ ਸੰਬੰਧਿਤ ਕਾਹਦੇ ਨਾਲ ਹੈ। ਇਹ ਢਾਲਵਾਸ਼ ਕਦੋਂ ਮਨਾਈ ਜਾਂਦੀ ਹੈ? ਜਦੋਂ ਮਾਮਲਾ ਇਕੱਠਾ ਕਰਨਾ ਹੈ। ਮਾਮਲਾ ਇਕੱਠਾ ਕਰਨਾ ਚੈਪਟਰ ਕਾਹਦੇ ਵਿੱਚ ਹੈ? ਸਾਡਾ LAM ਦੇ ਵਿੱਚ ਹੈ, ਕਲੈਕਸ਼ਨ ਆਫ ਲੈਂਡ ਰੈਵਨਿਊ। ਕਲੈਕਸ਼ਨ ਲੈਂਡ ਰੈਵਨਿਊ ਜਿਹੜਾ ਚੈਪਟਰ ਹੈ ਸਾਡਾ ਹੈਗਾ ਇੱਥੇ 15 ਚੈਪਟਰ ਨੰਬਰ 15 ਕਲੈਕਸ਼ਨ ਆਫ ਲੈਂਡ ਰੈਵਨਿਊ। ਚੈਪਟਰ 15 ਦੇ ਵਿੱਚ ਇਹ ਕਵਰ ਹੋ ਜਾਏਗਾ ਜੀ 508 ਨੰਬਰ ਦੇ ਵਿੱਚ। ਠੀਕ ਹੈ ਜੀ। ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ ਪੈਰਾ 508 ਢਾਲਵਾਸ਼ ਬਾਰੇ ਹੈਗਾ, ਉਹ ਲਿਖ ਸਕਦੇ। ਅੱਗੇ ਹੈਗਾ ਜਗੀਰਦਾਰੀ। ਜਗੀਰਦਾਰੀ ਸੈਕਸ਼ਨ 4 ਦਾ 15 ਦੇਖੋ ਜੀ। 4 ਦੇ ਵਿੱਚ 15 ਪਾਰਟ ਟੈਨੈਂਸੀ ਐਕਟ ਦੇ ਵਿੱਚ ਜਗੀਰਦਾਰ। ਠੀਕ ਹੈ, 4 ਦਾ 15 ਜਗੀਰਦਾਰ ਇਨਕਲੂਡਸ ਐਨੀ ਪਰਸਨ ਅਦਰ ਦੈਨ ਏ ਵਿਲੇਜ ਸਰਵੈਂਟ whom ਦਾ ਜਗੀਰਦਾਰ। ਠੀਕ ਹੈ, ਜਗੀਰਦਾਰੀ। ਠੀਕ ਹੈ, ਜਗੀਰਦਾਰ ਹੀ ਲਿਖ ਸਕਦੇ ਹਾਂ ਜੀ, 4 ਦਾ 15 ਲਿਖ ਸਕਦੇ। ਨੈਕਸਟ ਹੈਗਾ ਜੀ ਇਹ ਥੋੜਾ 30 ਨੰਬਰ ਦਾ ਪੇਪਰ ਕੁਐਸਚਨ ਹੋ ਗਿਆ ਜੀ ਇਹ। ਠੀਕ ਹੈ, ਮਤਲਬ ਕਿ ਡੈਫੀਨੇਸ਼ਨ ਕਲਾਸ ਹੈ ਸਾਰੀ ਦੀ ਸਾਰੀ ਤਿੰਨੇ ਬੁੱਕਸ ਦੀ। ਇਹ 'ਚ ਤੁਹਾਡੀਆਂ ਤਿੰਨੇ ਬੁੱਕਸ ਕਵਰ ਹੋ ਗਈਆਂ। ਟੈਨੈਂਸੀ ਐਕਟ ਵੀ ਕਵਰ ਹੋ ਗਈ, ਸੈਟਲਮੈਂਟ ਮੈਨੂਅਲ ਵੀ ਤੇ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ ਵੀ। ਤਿੰਨੇ ਬੁੱਕਸ ਦੀਆਂ ਜਿਹੜੀਆਂ ਹੈਗੀਆਂ ਡੈਫੀਨੇਸ਼ਨਸ ਆ ਗਈਆਂ। ਕੋਈ ਔਖਾ ਤਾਂ ਨਹੀਂ ਲੱਗ ਰਿਹਾ ਜੀ ਤੁਹਾਨੂੰ? ਠੀਕ ਲੱਗ ਰਿਹਾ? ਸਰ ਸਰਚ ਤਾਂ ਸਰਚ ਵਾਲਾ ਟਾਈਮ ਖਰਾਬ ਹੋਣਾ ਵਿੱਚ ਉੱਤੇ ਜਾ ਕੇ ਜੇ ਇਦਾਂ ਦੀਆਂ। ਨਹੀਂ ਦੇਖੋ, ਪਤਾ ਕੀ ਜਦੋਂ ਪੜ੍ਹਿਆ ਹੋਇਆ ਹੁੰਦਾ ਨਾ ਤੇ ਫਿਰ ਸਾਨੂੰ ਸਰਚ ਕਰਨਾ ਵੀ ਜ਼ਿਆਦਾ ਔਖਾ ਨਹੀਂ ਲੱਗਦਾ। ਜੇ ਬਿਲਕੁਲ ਦੇਖੀ ਨਾ ਹੋਵੇ, ਪੜ੍ਹੀ ਨਾ ਹੋਵੇ, ਫਿਰ ਸਾਨੂੰ ਔਖਾ ਲੱਗਦਾ ਵੀ ਕਿੱਥੇ ਆ ਗਿਆ, ਕਿੱਥੋਂ ਪੜ੍ਹੀ, ਕਿੱਥੋਂ ਦੇਖੀ, ਕਿਹੜੀ ਬੁੱਕ ਦੇਖੀਏ। ਤੁਸੀਂ ਤਾਂ ਪੂਰੀ ਮਿਹਨਤ ਕਰਾਈ ਹੈ, ਹੁਣ ਸਾਡੇ 'ਚ ਕੋਈ ਕਮੀ ਹੈ ਹੋਊਗੀ? ਨਹੀਂ, ਕੋਈ ਕਮੀ ਤੁਹਾਡੇ 'ਚ ਵੀ ਕੋਈ ਕਮੀ ਨਹੀਂ ਹੈਗੀ। ਤੁਸੀਂ ਵੀ ਬਹੁਤ ਵਧੀਆ ਤਰੀਕੇ ਨਾਲ ਸਟੱਡੀ ਕੀਤੀ ਹੈ। ਤੇ ਨੈਕਸਟ ਕੁਐਸਚਨ ਕਰਦੇ ਆਪਾਂ। ਹਾਊ ਡਜ਼ ਰਾਈਟ ਆਫ ਆਕੂਪੈਂਸੀ ਆਫ ਅ ਟੈਨੈਂਟ ਇਜ਼ ਡਿਫਾਈਨਡ? ਦੇਖੋ ਜਵਾਨੀ ਤੁਹਾਨੂੰ ਪਤਾ ਹੋਏਗਾ ਆਕੂਪੈਂਸੀ ਟੈਨੈਂਟ ਦਾ ਸੈਕਸ਼ਨ ਕਿਹੜਾ ਸੀਗਾ, ਆਪਾਂ ਬਹੁਤ ਵਾਰੀ ਡਿਸਕਸ ਕੀਤਾ ਹੈ। ਹਾਊ ਡਜ਼ ਰਾਈਟ ਆਫ ਆਕੂਪੈਂਸੀ ਆਫ ਟੈਨੈਂਟ ਇਜ਼ ਡਿਫਾਈਨਡ? ਕਿਵੇਂ ਜਿਹੜੇ ਰਾਈਟ ਆਫ ਆਕੂਪੈਂਸੀ ਟੈਨੈਂਟ ਨੂੰ ਕਿਵੇਂ ਡਿਫਾਈਨ ਕਰਦੇ ਆ? ਹਾਊ ਡਜ਼ ਸੈਕਸ਼ਨ 5 ਜੀ, ਪੰਜਾਬ ਸੈਂਟੈਂਸ ਐਕਟ ਸੈਕਸ਼ਨ 5। ਹਾਂ, ਵੈਰੀ ਇੰਪੋਰਟੈਂਟ ਹੈ ਜੀ, ਇਹ ਕੁਐਸਚਨ ਜ਼ਰੂਰ ਆਏਗਾ ਤੁਹਾਨੂੰ। ਆਪਾਂ ਜਵਾਨੀ ਬਹੁਤ ਵਾਰੀ ਗੱਲ ਕੀਤੀ ਹੈ ਸੈਕਸ਼ਨ 5 ਦੀ। ਇਹਦੇ 'ਚ A ਤੋਂ ਲੈ ਕੇ D ਤੱਕ ਜਿਹੜੀਆਂ ਹੈਗੀਆਂ ਕੰਡੀਸ਼ਨ ਦਿੱਤੀਆਂ ਗਈਆਂ ਨੇ ਵੀ ਜਿਹੜਾ ਆਕੂਪੈਂਸੀ ਟੈਨੈਂਟ ਆ ਕੌਣ ਹੁੰਦਾ, ਕਿਵੇਂ ਹੁੰਦਾ। ਸਭ ਤੋਂ ਵੱਡੀ ਗੱਲ ਤਾਂ ਇਹਦੇ ਵਿੱਚ ਇਹ ਹੁੰਦੀ ਹੈ, ਇਹ ਮੇਲ ਲਾਈਨ ਚੱਲਦਾ, ਮੇਲ ਲਾਈਨ ਦੇ ਵਿੱਚ। ਫੀਮੇਲ ਲਾਈਨ ਇਹਦੇ ਵਿਚਕਾਰ ਨਹੀਂ ਆਉਂਦੀ। ਜਿਹੜੇ ਆਕੂਪੈਂਸੀ ਰਾਈਟਸ ਨੇ ਹੈ ਜੀ। ਕੁਐਸਚਨ ਕੀ ਸੀ? ਹਾਊ ਡਜ਼ ਰਾਈਟ ਆਫ ਆਕੂਪੈਂਸੀ ਆਫ ਅ ਟੈਨੈਂਟ ਇਜ਼ ਡਿਫਾਈਨਡ? ਰਾਈਟ ਆਫ ਆਕੂਪੈਂਸੀ ਕਿਵੇਂ ਡਿਫਾਈਨ ਕੀਤੇ ਜਾਂਦੇ ਨੇ? 2 ਪੀੜ੍ਹੀਆਂ ਤੋਂ ਲਗਾਤਾਰ ਦਾਦੇ ਤੋਂ ਚੱਲਦਾ ਹੋਵੇ, ਦਾਦਾ ਜਾਂ ਦਾਦੇ ਦਾ ਭਾਈ ਤੋਂ ਚੱਲਦਾ ਆ ਰਿਹਾ ਹੋਵੇ ਟੈਨੈਂਸੀ ਕੋਈ। ਠੀਕ ਹੈ, ਜਾਂ ਫਿਰ ਇਹਦੀ 20 ਸਾਲ ਤੋਂ ਚੱਲਦੀ ਆ ਰਹੀ ਹੋਵੇ, ਜੇ ਜਾਂ ਫਿਰ ਇਹ ਸੀਗਾ ਜੇ ਮਾਲਕੀ ਕਿਸੇ ਟੁੱਟ ਗਈ ਹੋਵੇ। ਠੀਕ ਹੈ, ਪਰ ਉਹਦਾ ਕਬਜ਼ਾ ਟੁੱਟਿਆ ਨਾ ਹੋਵੇ, ਕਿਸੇ ਕਾਰਨ ਮਾਲਕੀ ਟੁੱਟ ਗਈ ਹੋਵੇ, ਉਹ ਲਗਾਤਾਰ ਆਪਦੇ ਕਬਜ਼ੇ ਚੱਲਿਆ ਆ ਰਿਹਾ ਹੋਵੇ। ਜਾਂ ਫਿਰ ਇਹ ਸੀਗਾ 21/10/68 ਤੋਂ ਬਾਅਦ ਲਗਾਤਾਰ ਉਹਦਾ ਕਬਜ਼ਾ ਚੱਲਿਆ ਆ ਰਿਹਾ ਹੋਵੇ, ਜਾਂ ਕਿਸੇ ਨੇ ਪਿੰਡ ਬੰਨਿਆ ਹੁੰਦਾ। ਠੀਕ ਹੈ, ਜਾਂ ਜਗੀਰਦਾਰ ਸੀਗਾ 20 ਸਾਲ ਤੋਂ ਕਬਜ਼ ਹੋਵੇ ਕਿਸੇ ਲੈਂਡ ਦੇ ਉੱਪਰ, ਜਾਂ ਫਿਰ 30 ਈਅਰ ਤੋਂ ਕੋਈ ਕਬਜ਼ ਚੱਲਿਆ ਆ ਰਿਹਾ ਹੋਵੇ। ਇਹ ਥੋੜੇ ਕੰਡੀਸ਼ਨਸ ਕੁਝ ਹੈਗੇ ਸੀ। ਇਹ ਪਾਰਟ ਇਹ ਤੁਸੀਂ ਪੂਰਾ ਲਿਖ ਸਕਦੇ ਹੋ। ਨੰਬਰ ਵੇ ਤੁਹਾਡਾ ਹੈਗਾ ਇਹ
5 ਨੰਬਰ ਦਾ ਕੁਐਸਚਨ ਹੈ। ਸਰ ਜੇ ਇਹ ਸਵਾਲ ਆ ਜਾਂਦਾ ਕਿ ਮਤਲਬ ਮੁਜਾਰੇ ਦੀ ਮੌਤ ਹੋ ਜਾਂਦੀ ਹੈ ਤਾਂ ਉਹਦੀ ਵਿਰਾਸਤ ਕਿਹਨੂੰ ਜਾਊਗੀ? ਅੱਗੇ ਅੱਗੇ ਸਕਸੈਸ਼ਨ ਪੜਾਂਗੇ ਆਪਾਂ। ਸਕਸੈਸ਼ਨ ਸੈਕਸ਼ਨ ਆਏਗਾ ਟੇਨੈਂਟ ਦਾ ਸਕਸੈਸ਼ਨ। ਮੇਲ ਲਾਈਨ 'ਚ ਜਾਂਦਾ ਹੈ, ਫੀਮੇਲ ਲਾਈਨ 'ਚ ਨਹੀਂ ਜਾਂਦਾ, ਮੇਲ ਲਾਈਨ 'ਚ ਜਾਂਦਾ ਹੈ। ਠੀਕ ਹੈ, ਫੀਮੇਲ ਲਾਈਨ 'ਚ ਕਿਸੇ ਕਾਰਨ ਫੀਮੇਲ ਲਾਈਨ 'ਚ ਜਾਂਦਾ ਤਾਂ ਕੰਡੀਸ਼ਨਸ ਹੁੰਦੀ ਹੈ, ਸਿਰਫ ਉਹ ਆਪਦੇ ਜੀਵਨ ਕਾਲ ਦੌਰਾਨ ਹੀ ਮਤਲਬ ਕਿ ਜ਼ਮੀਨ ਵਾਹ ਵੀ ਸਕਦੀ ਹੈ ਜੇ ਵਾਈਫ ਹੋਵੇ। ਠੀਕ ਹੈ, ਇਹ ਆਪਾਂ ਅੱਗੇ ਪੜ੍ਹਦੇ ਹਾਂ। ਸਕਸੈਸ਼ਨ ਆਫ ਦਾ ਟੇਨੈਂਟ ਹੈ ਜੀ। ਇਹ ਤੁਸੀਂ ਪਹਿਲਾਂ ਕੁਐਸਚਨ ਇਹਦਾ ਲਿਖੋ, ਇਹਦਾ ਜਿਹੜਾ ਪਹਿਲਾਂ ਆਪਾਂ ਕਰ ਰਹੇ ਹਾਂ ਕੁਐਸਚਨ ਨੰਬਰ 2 ਦਾ ਪਾਰਟ A, ਇਹਦਾ 5 ਲਿਖੋ, ਸੈਕਸ਼ਨ 5। नेक्स्ट क्वेश्चन है जी बी पार्ट, डिस्टिंग्विश बिटवीन द विलेज एंड स्टेट। विलेज एंड स्टेट, पिंड की होंदा है, स्टेट की होंदी है? डेफिनेशन है सर। हाँ जी, ਸਟੇਟ ਦਾ 4 ਦਾ 9 ਹੈ ਸਰ, ਸੈਕਸ਼ਨ 4 ਦਾ। हाँ 4 ਦਾ 9 ਜਿਹੜਾ ਹੈਗਾ ਇਹੀ ਤੁਹਾਡਾ ਸਟੇਟ ਹੈਗਾ। ਸਟੇਟ लैंड ओनर एंड होल्डिंग, तीन चीज़ां ਇਹਦੇ ਵਿੱਚ ਇਕੱਠੀਆਂ। ਸਟੇਟ ਵੀ ਹੈ, लैंड ओनर भी है ਤੇ होल्डिंग भी है। हैव द मीनिंग रिस्पैक्टिवली असाइन टू द दोज वर्ड्स इन द पंजाब लैंड रेवेन्यू एक्ट। देखो ਤੁਹਾਡਾ ਇਹ ਲਿਖ ਕੇ ਨਹੀਂ ਸਰਦਾ ਹੈ ਜੀ, ਜੇ ਨਾ ਆਪਾਂ ਲਿਖ ਦਾਂਗੇ ਇੰਨਾ ਲਿਖ ਕੇ ਤਾਂ ਨਹੀਂ ਸਰਦਾ। ਇਹ ਤਾਂ ਇਹਨੇ ਕਿਹਾ ਵੀ लैंड रेवेन्यू एक्ट ਜੋ ਦੱਸਿਆ ਹੋਇਆ ਉਹੀ ਇੱਥੇ ਹੈਗਾ। ਸੈਕਸ਼ਨ 5 ਦਾ 3 ਨਾ ਸੈਕਸ਼ਨ 3 ਹੈਗਾ ਉਹਦੇ ਵਿੱਚ ਲੈਂਡ ਰੈਵਨਿਊ ਐਕਟ ਦੇ ਵਿੱਚ। ਜਾਂ ਫਿਰ ਤੁਸੀਂ ਉੱਥੋਂ ਡੈਫੀਨੇਸ਼ਨ ਲਿਖ ਸਕਦੇ ਹੋ। ਇਹ 'ਚ ਬਹੁਤ ਸਾਰੀਆਂ ਡੈਫੀਨੇਸ਼ਨ ਇੱਦਾਂ ਦੀਆਂ ਨੇ ਜਿਹਦੇ ਵਿੱਚ ਨਾਲ ਅੱਗੇ ਲੈਂਡ ਰੈਵਨਿਊ ਐਕਟ ਦਾ ਹਵਾਲਾ ਦਿੱਤਾ ਗਿਆ। ਫਿਰ ਤੁਸੀਂ ਨਾਲ ਲੈਂਡ ਰੈਵਨਿਊ ਐਕਟ ਨਾਲ ਲੈ ਜਿਓ। ਠੀਕ ਹੈ, ਇੱਥੋਂ ਇਹ ਵੀ ਲਿਖ ਕੇ ਅੱਗੇ ਲੈਂਡ ਰੈਵਨਿਊ ਐਕਟ ਦਾ ਹਵਾਲਾ ਵੀ ਦੇ ਦਿਓ, ਉੱਥੇ ਕੀ ਕਿਹਾ ਗਿਆ। ਠੀਕ ਹੈ ਜੀ, ਟੈਨੈਂਸੀ ਐਕਟ ਦੇ ਵਿੱਚ ਨਾਲ ਲੈਂਡ ਰੈਵਨਿਊ ਐਕਟ ਲੈ ਜਾਓ ਨਾਲ ਡਾਇਰੈਕਟ। ਸਟੇਟ ਦਾ ਤਾਂ ਸਰ ਕਲੀਅਰ ਹੈ, ਥੋੜਾ ਵਿਲੇਜ ਬਾਰੇ ਦੱਸੋ। ਵਿਲੇਜ ਦਾ ਕਿੱਥੋਂ ਲਿਖਾਂ? ਵਿਲੇਜ ਦੀ ਡੈਫੀਨੇਸ਼ਨ ਜਿੱਥੇ ਕਿਤੇ ਨਾ ਲੱਗੇ ਫਿਰ ਆਪਦੇ ਕੋਲ ਲਿਖ ਦਿਓ ਜੀ। ਠੀਕ ਹੈ ਸਰ। ਜਿੱਥੇ ਕਿਤੇ ਨਾ ਲੱਗੇ ਫਿਰ ਆਪਦੇ ਕੋਲ ਲਿਖ ਦਿਓ। ਫਿਰ ਬੁੱਕ ਦਾ ਹਵਾਲਾ ਨਹੀਂ ਦੇ ਦਿਓ ਕਰੀ ਦਾ ਪੂਰੀ ਦਾ। ਵਿਲੇਜ ਆਪਣਾ ਕਿਹੜਾ ਨੰਬਰ ਲੱਗਦਾ ਹੁੰਦਾ ਵਿਲੇਜ ਨੂੰ? ਵੈਸੇ ਤਾਂ ਸਰ ਆਉਂਦਾ ਹੈਗਾ ਪਰ ਇਹਨਾਂ ਨੇ ਬਾਹਰੋਂ ਪਾਤੀ ਹਦਵਸਤ ਨੰਬਰ 124 ਪੈਰਾ ਆਇਆ। एवरी विलेज हैज ए हदवस्त नंबर। कहता ਇਹ ਹੁੰਦੀ ਹੈ ਵਿਲੇਜ ਮੇ ਵੀ ਜਿਹੜਾ ਹੁੰਦਾ ਹੈ ਜਿਹੜਾ ਆਪਣਾ ਵਿਲੇਜ ਹੁੰਦਾ ਹੈ ਕੀ ਕਹਿੰਦੇ ਉਸ ਨੂੰ ਜਿੱਥੇ ਸੈਟਲਮੈਂਟ ਨੰਬਰ ਸੌਰੀ ਹਦਵਸਤ ਨੰਬਰ ਲੱਗੇ ਹੁੰਦਾ ਹਰ ਇੱਕ ਵਿਲੇਜ ਨੂੰ। ਠੀਕ ਹੈ, ਉਸ ਪਿੰਡ ਦੀ ਆਬਾਦੀ ਹੋਵੇ ਨਾ ਹੋਵੇ ਇਹ ਵੀ ਹੋ ਸਕਦਾ ਹੈ। ਜਿਹਨੂੰ ਆਪਾਂ ਕਿਹੜਾ ਪਿੰਡ ਕਹਿੰਦੇ ਨੇ ਆ ਜਿੱਥੇ ਆਬਾਦੀ ਬੇਚਰਾਗ ਮੌਜਾ ਵੀ ਹੋ ਸਕਦਾ ਹੈ ਵਿਲੇਜ। ਏਦਾਂ ਡੈਫੀਨੇਸ਼ਨ ਆਪਦੇ ਕੋਲੋਂ ਲਿਖ ਦਿਓ ਜੀ ਵਿਲੇਜ ਦੀ, ਜੇ ਕਿਤੇ ਤੁਹਾਨੂੰ ਨਹੀਂ ਮਿਲਦੀ। ਸਰ ਨਹੀਂ ਇੱਕ ਸੈਕੰਡ ਸਰ ਬੇਨਤੀ ਹੈ, ਹਰ ਵਿਲੇਜ ਦੀ ਜਮ੍ਹਾਂ ਹੁੰਦੀ ਵੱਖਰੀ ਬੰਦੀ ਇਹ ਲੱਭ ਗਏ 124 ਦੇ ਵਿੱਚ ਲਿਖਿਆ ਡਿਟੇਲ ਚ ਹੈਗਾ ਸੈਟਲਮੈਂਟ ਮੈਨੂਅਲ ਬਾਰੇ ਸਾਨੂੰ ਲਿਖ ਦਿਓ ਬਸ। ਫਿਰ ਕੀ ਹੈ, ਕੋਈ ਗੱਲ ਨਹੀਂ, ਸੈਟਲਮੈਂਟ ਮੈਨੂਅਲ ਲਿਖ ਦਿਓ। ਜੇ ਕਿਤੇ ਹੋਰ ਨਹੀਂ ਮਿਲਦਾ ਲਿਖ ਸਕਦੇ ਹੋ ਤਾਂ ਕੋਈ ਗੱਲ ਨਹੀਂ। ਜੇ ਉਹਨੂੰ ਜ਼ਮੀਨਾਂ ਨੇ ਕਿਤੋਂ ਬਾਹਰੋਂ ਪਾਤਾ ਫਿਰ ਆਪਾਂ ਇਹ ਤਾਂ ਨਹੀਂ ਵੀ ਛੱਡ ਦਈਏ। ਵਿਲੇਜ ਬਾਰੇ ਤਾਂ ਆਪਾਂ ਡਿਟੇਲ 'ਚ ਲਿਖ ਸਕਦੇ ਹਾਂ। ਠੀਕ ਹੈ, ਇਹ ਦੇਖ ਲਓ ਤੁਸੀਂ ਨੰਬਰਾਂ ਦੇ ਮੁਤਾਬਕ ਲਿਖਣਾ। ਪਰ ਇੱਥੇ ਜਿਹੜਾ ਤੁਹਾਡਾ ਕੁਐਸਚਨ ਹੈ ਵਿਲੇਜ ਤੇ ਸਟੇਟ 5 ਨੰਬਰ ਦਾ 2 ਨੰਬਰ ਦਾ ਸਾਰਾ ਕੁਐਸਚਨ ਹੈ ਵਿਲੇਜ ਦਾ। 2 ਨੰਬਰ ਦੇ 2.5 ਨੰਬਰ ਦੇ ਅਕੋਰਡਿੰਗ ਤੁਸੀਂ ਲਿਖ ਦੋਗੇ। ਵਿਲੇਜ ਲਿਖ ਦਿਓ, ਵਿਲੇਜ ਦਾ ਹਦਵਸਤ ਨੰਬਰ ਹੁੰਦਾ ਵੱਖਰੇ ਤੌਰ ਤੇ ਜਮ੍ਹਾਂਬੰਦੀ ਬਣੀ ਹੀ ਹੁੰਦੀ ਹੈ। ਠੀਕ ਹੈ, ਇਹ ਬੇਚਰਾਗ ਵੀ ਹੋ ਸਕਦਾ ਹੈ, ਆਬਾਦੀ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ। ਠੀਕ ਹੈ ਜੀ, ਬਾਕੀ ਤੁਸੀਂ ਉਹ ਸੈਟਲਮੈਂਟ ਮੈਨੂਅਲ ਦਾ ਪੈਰਾ ਦੇ ਦਿਓ। ਨੈਕਸਟ ਹੈਗਾ ਜੀ ਕੁਐਸਚਨ ਨੰਬਰ 3। ਇਹ ਹੈਗਾ ਅੰਡਰ ਵਟ ਸਰਕਮਸਟੈਂਸਸ ਕੈਨ ਅ ਟੈਨੈਂਟ
deposit the rent with the revenue officers. देखो collection of land revenue ਦਾ ਪੇਪਰ ਆ ਗਿਆ, क्वेश्चन ਹੈ ਇੱਕ ਤਰ੍ਹਾਂ ਦਾ ਨਾ, ਸੌਰੀ, ਅੰਡਰ ਵਟ ਸਰਕਮਸਟੈਂਸ ਇਹ ਟੇਨੈਂਟ ਆ ਗਿਆ, ਟੇਨੈਂਟ ਲੈਂਡਲੌਰਡ ਤੇ ਟੇਨੈਂਟ ਦੀ ਗੱਲ ਕਰਦੀ, ਜਿੱਥੇ ਮਾਲਕ ਕਿਰਾਇਆ ਨਾ ਲੈਂਦਾ ਹੋਵੇ, ਮਾਲਕ ਕਹਿੰਦਾ ਹੋਵੇ ਵੱਧ ਕਿਰਾਇਆ ਦੇ, ਟੇਨੈਂਟ ਘੱਟ ਦਿੰਦਾ ਹੋਵੇ, ਜਾਂ ਕਿਸੇ ਮਾਲਕ ਦੀ ਮੌਤ ਹੋ ਗਈ ਉਹਦੇ ਬਹੁਤ ਸਾਰੇ ਮਾਲਕ ਬਣ ਗਏ ਹੋਣ, ਉਹਨੂੰ ਸਮਝ ਨਾ ਆਵੇ ਮੈਂ ਕਿਰਾਇਆ ਕਿਹਨੂੰ ਦੇਵਾਂ, ਠੀਕ ਹੈ। ਇਹਨਾਂ ਕੰਡੀਸ਼ਨਾਂ ਦੇ ਵਿੱਚ ਸੈਕਸ਼ਨ 31 ਟੈਨੈਂਸੀ ਐਕਟ, ਠੀਕ ਹੈ, ਤਾਂ ਫਿਰ ਜਿਹੜਾ ਹੈਗਾ ਟੇਨੈਂਟ ਹੁੰਦਾ ਹੈ ਆਪਣੀ ਐਪਲੀਕੇਸ਼ਨ ਦੇ ਕੇ ਰੈਵਨਿਊ ਆਫਿਸਰ ਕੋਲੇ ਕਿਰਾਇਆ ਜਮ੍ਹਾਂ ਕਰਾ ਸਕਦਾ ਹੈ। ਜਦੋਂ ਰੈਵਨਿਊ ਆਫਿਸਰ ਕੋਲੇ ਕਿਰਾਇਆ ਜਮ੍ਹਾਂ ਹੋ ਗਿਆ ਤਾਂ ਇਟ ਮੀਨਸ ਜਿਹੜੀ ਉਹਦੀ ਲਾਇਬਿਲਿਟੀ ਹੈਗੀ ਉਹ ਖਤਮ ਹੋ ਜਾਂਦੀ ਹੈ, ਫਿਰ ਮਾਲਕ ਵੱਲੋਂ ਜਿਹੜਾ ਹੈਗਾ ਉਸ ਨੂੰ ਨੋਟਿਸ ਭੇਜ ਕੇ ਉਹਨੂੰ ਕਿਰਾਇਆ ਦਿੱਤਾ ਜਾਂਦਾ ਹੈ ਮਾਲਕਾਂ ਨੂੰ, ਜਿਹੜਾ ਵੀ ਯੋਗ ਹੁੰਦਾ ਹੈ। ਜੇ ਕੋਈ ਕੇਸ ਚੱਲਦਾ ਹੋਵੇ, ਮੁਕੱਦਮਾ ਚੱਲਦਾ ਹੋਵੇ, ਤਾਂ ਉਹ ਸਬਜੈਕਟ ਟੂ ਦਾ ਕੰਡੀਸ਼ਨ ਡਿਸੀਜਨ ਆਫ ਦਾ ਕੇਸ। ਨੋਟ ਕਰ ਲਓ ਜੀ, ਸੈਕਸ਼ਨ 31 ਸ਼ਾਇਦ ਮੇਰੇ ਖਿਆਲ Section 31 Tenancy Act. हाँ वही है जी, डिपॉजिट का power to deposit rent in certain cases with the revenue officer in either of the following cases, namely ठीक है जी। नेक्स्ट क्वेश्चन हैगा जी, एक्सप्लेन द डिफरेंट टाइप्स ऑफ द मॉर्गेजेस। मॉर्गेज किहड़ियां टाइप्स होंदियां ने, बहुत सारी टाइप ने मॉर्गेज दियां। LAM का पहला 38 देखना जी, 38 ਚੈਪਟਰ ਨੰਬਰ 2 ਤੁਹਾਡਾ ਹੈਗਾ ਲੈਂਡਲੌਰਡ ਤੇ ਟੈਨੈਂਟਸ ਬਾਰੇ, ਮੌਰਗੇਜ ਵਗੈਰਾ ਸਾਰੀਆਂ ਆ ਗਈਆਂ ਚੈਪਟਰ ਨੰਬਰ 2 ਦੇ ਵਿੱਚ LAM ਦੀਆਂ। ਪਹਿਲਾ 38 ਨਹੀਂ, ਕਾਫੀ ਸਾਰੀਆਂ ਆਉਣਗੀਆਂ। ਜੂਸ ਫੈਕਟਰੀ ਮੌਰਗੇਜ ਕਈ ਪੈਰੇ ਆ ਜਾਣਗੇ ਤੁਹਾਡੇ ਇਹਦੇ ਵਿੱਚ, ਸਾਡੇ ਇਕੱਲਾ ਤਾਂ ਨਹੀਂ ਹੈਗਾ। थर्टी एट तो कई ने जी। 38 ਤਾਂ ਹੈਗਾ ਕੰਡੀਸ਼ਨਲ ਮੌਰਗੇਜ ਬਾਈ ਵੇ ਆਫ ਕੰਡੀਸ਼ਨਲ ਸੇਲ ਹੈ। ਫਿਰ ਹੈਗਾ ਯੂਜ਼ ਫੈਕਟਰੀ ਮੌਰਗੇਜ ਹੁੰਦਾ ਹੈ, ਯੂਜ਼ ਫੈਕਟਰੀ ਮੌਰਗੇਜ, ਕੋਲੈਟਰਲ ਮੌਰਗੇਜ। ਇਹ LAM ਦੇ 4-5 ਤਰ੍ਹਾਂ ਦੀ ਲੌ ਮੌਰਗੇਜ ਦੱਸੀ, ਤੁਸੀਂ ਸਾਰੀਆਂ ਲਿਖ ਸਕਦੇ ਹੋ ਕੀ ਕਰਕੇ, ਥੋੜ੍ਹੀਆਂ। क्वेश्चन कितने नंबर ਦਾ ਸਾਰੇ? क्वेश्चन ਤਾਂ ਜ਼ਿਆਦਾ ਨਹੀਂ ਹੈਗਾ, ਹੈਗਾ क्वेश्चन ਤੁਹਾਡਾ 5 ਨੰਬਰ ਦਾ क्वेश्चन ਹੈ ਜੀ। LAM ਦੇ ਵਿੱਚ ਤੁਹਾਨੂੰ ਦਿੱਤੀਆਂ ਨੇ ਕਾਫੀ ਸਾਰੀਆਂ ਮੌਰਗੇਜ ਦੀ ਕਿਸਮਾਂ ਦੱਸੀਆਂ ਨੇ, ਉਹ ਸਾਰੀਆਂ ਕਿਸਮਾਂ ਉਹਦੀ ਤੁਹਾਡੇ ਤੋਂ ਕਿਸਮਾਂ ਹੀ ਪੁੱਛੀਆਂ ਗਈਆਂ ਨੇ, ਡਿਫਰੈਂਟ ਟਾਈਪਸ ਪੁੱਛੀਆਂ ਨੇ ਬਸ। ਇਹ ਜਿਹੜਾ ਅਪੈਂਡਿਕਸ 7 ਸੀਗਾ ਇਹਦੇ ਵਿੱਚ ਵੀ ਸਾਨੂੰ ਉਹਨਾਂ ਨੇ ਲਿਸਟ ਬਣਾਉਣ ਨੂੰ ਕਿਹਾ, ਸੌਰੀ 8th ਦਾ ਜਿਹੜਾ ਅਪੈਂਡਿਕਸ ਹੈ ਸਾਡਾ, ਹਾਂਜੀ, ਮਾਰਗੇਜ ਦੀ ਲਿਸਟ ਕੀ ਉਹਦੇ ਵਿੱਚੋਂ ਦੇ ਸਕਦੇ ਹੋ ਆਪਣਾ ਜਿਹੜਾ ਤੁਸੀਂ ਬੋਲਦੇ ਪਏ ਕੁਐਸਚਨ, ਜਿਹਦਾ ਟੈਨੈਂਟ ਦੇ ਰਾਈਟ ਇੱਕ ਪੁੱਛਿਆ ਕਿ ਮਾਰਗੇजेस ਦੇ ਰਾਈਟ ਪੁੱਛਿਆ ਉਹਨਾਂ ਨੇ। ਸੈਟਲਮੈਂਟ ਮੈਨੂਅਲ, ਵਿਲੇਜ ਲਿਸਟ ਆਫ ਰੈਂਟ ਮਾਰਗੇजेस ਐਂਡ ਸੇਲਸ, ਇਹਦੇ ਵਿੱਚ ਅਸੀਂ ਇਹ ਲਿਸਟ ਆਫ ਮਾਰਗੇजेस ਪੋਜੈਸ਼ਨ ਆਫ ਨਹੀਂ ਉਹ ਇੱਕ ਹੋਰ ਚੀਜ਼ ਆ, ਤਾਂ ਲਿਸਟ ਬਣਨੀ ਹੈ ਤੁਹਾਡੀ ਉਸ ਪੀਰੀਅਡ ਦੇ ਦੌਰਾਨ ਕਿੰਨੀਆਂ ਮੌਰਗੇਜਾਂ ਹੋਈਆਂ, ਕਿੰਨੀਆਂ ਸੇਲਾਂ ਹੋਈਆਂ, ਉਹਦੀ ਨੰਬਰਿੰਗ ਪੁੱਛੀ ਗਲਤੀ ਗੱਲੀ ਹੈ ਨਾ, ਕਿੰਨੀਆਂ ਮੌਰਗੇਜ ਹੋਈਆਂ, ਕਿੰਨੀਆਂ ਸੇਲਾਂ ਹੋਈਆਂ, ਕਿੰਨੀਆਂ, ਜਿਵੇਂ ਆਪਾਂ ਲਾਲ ਕਿਤਾਬ 'ਚ ਭਰਦੇ ਹੁੰਦੇ ਆ ਹੈ ਨਾ। ਇਹ ਤਾਂ ਉਹ ਚੀਜ਼ ਹੈਗੀ ਹੈ। ਇੱਥੇ ਪੁੱਛਿਆ ਗਿਆ ਤੁਹਾਨੂੰ ਮੌਰਗੇਜ ਦੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਨੇ,
ਮੌਰਗੇਜ ਵਿਦ ਪੋਜੈਸ਼ਨ ਹੁੰਦਾ ਹੈ, ਮੌਰਗੇਜ ਵਿਦਆਊਟ ਪੋਜੈਸ਼ਨ ਹੁੰਦਾ ਹੈ, ਮੌਜੂਦ ਫੈਕਟਰੀ ਮੌਰਗੇਜ ਹੁੰਦਾ ਹੈ, ਮੌਰਗੇਜ ਕੰਡੀਸ਼ਨਲ ਮੌਰਗੇਜ ਬਾਈ ਕੰਡੀਸ਼ਨ ਆਫ ਸੇਲ ਮੌਰਗੇਜ ਹੁੰਦਾ ਹੈ। ਇਹ ਤੁਸੀਂ LAM ਚੋਂ 5-6 ਜਿਹੜੇ ਜਿੰਨੀਆਂ ਵੀ ਤੁਹਾਨੂੰ ਮੌਰਗੇਜ ਦੀਆਂ ਆ ਰਹੀਆਂ ਨੇ ਨਾ, ਉਹਦੀ ਇੱਕ ਲਾਈਨ ਉੱਪਰਲੀ ਲਿਖ ਦਿਓ ਬਸ, ਜ਼ਿਆਦਾ ਅੰਦਰੋਂ ਲਿਖਣ ਦੀ ਲੋੜ ਨਹੀਂ ਹੈਗੀ। ਠੀਕ ਹੈ ਸਰ, ਠੀਕ ਹੈ। ਇੱਕ ਲਾਈਨ ਉੱਪਰਲੀ ਠੀਕ ਹੈ ਜੀ। 5-6 ਤਰ੍ਹਾਂ ਦੀਆਂ ਮੌਰਗੇਜ ਹੁੰਦੀਆਂ ਨੇ, ਉਹ ਸਾਰੀਆਂ ਲਿਖ ਲਓ। ਜੋ ਆਪਾਂ ਜਵਾਨੀ ਗੱਲ ਕਰਦੇ ਹਾਂ, ਮੌਰਗੇਜ ਵਿਦ ਪੋਜੈਸ਼ਨ ਹੈ, ਮੌਰਗੇਜ ਵਿਦਆਊਟ ਪੋਜੈਸ਼ਨ ਹੈ, ਮੌਰਗੇਜ ਵਿਦ ਪੋਜੈਸ਼ਨ ਹੈ, ਠੀਕ ਹੈ। ਯੂਜ਼ ਫੈਕਟਰੀ ਮੌਰਗੇਜ ਹੁੰਦੀ ਹੈ, ਮੌਰਗੇਜ ਕੰਡੀਸ਼ਨ ਵਿਦ ਸੇਲ ਹੁੰਦੀ ਹੈ। ਇਦਾਂ ਦੀਆਂ ਸਾਰੀਆਂ 5-6 ਤੁਸੀਂ ਲਿਖ ਦਿਓ ਬਸ LAM ਦੇ ਅਕੋਰਡਿੰਗ। ਠੀਕ ਹੈ ਸਰ, ਠੀਕ ਹੈ। ਜ਼ਿਆਦਾ ਹੋਰ ਅੰਦਰੋਂ ਲਿਖਣ ਦੀ ਲੋੜ ਨਹੀਂ ਹੈ, ਉੱਪਰਲੀ ਲਾਈਨ। ਵਾਟ ਆਰ ਦਾ ਕਲਾਸਿਸ ਆਫ ਦਾ ਟੈਨੈਂਟਸ? ਟੈਨੈਂਟਸ ਦੀਆਂ ਕਲਾਸਿਸ ਕਿਹੜੀਆਂ ਹੁੰਦੀਆਂ ਨੇ? Classes of the tenants. ਇਹ ਦੇਖੋ ਅਪੈਂਡਿਕਸ 9 ਚ ਲਿਖਿਆ ਹੈ, ਪੂਰੀਆਂ ਡਿਟੇਲ ਦਿੱਤੀ ਵੀ ਹੈ ਕਾਈਂਡਸ ਆਫ ਦਾ ਟੈਨੈਂਟਸ। ਜਿੱਥੇ ਲਿਸਟ ਲਿਖੀ ਵੀ ਹੈ, ਜੇ ਤੁਸੀਂ ਹੁਣ ਗੱਲ ਕਰਦੇ ਸੀ, ਉਹ ਵੀ ਇੱਥੇ ਵੀ ਕਵਰ ਹੁੰਦੀ ਹੈ। ਮੌਰਗੇਜ ਦੀ ਲਿਸਟ 'ਚ ਵੀ ਕਵਰ ਆ ਜਾਂਦਾ ਹੈ। ਇਹ ਠੀਕ ਹੈ ਸਰ। 9th ਦਾ ਜਿਹੜਾ ਸੈਟਲਮੈਂਟ ਮੈਨੂਅਲ ਦਾ 9th ਅਪੈਂਡਿਕਸ। ਹਾਂ, ਟੈਨੈਂਟਸ with right, without right, with right of occupancy, without right of occupancy, paying cash rents, fixed ਅਰਬਿਕਾ, lump sum tax, ਕੈਸ਼, ਪ੍ਰੋਡਿਊਸ। produce, ਇਹ ਲਿਖ ਦੋਗੇ ਜੀ ਬਸ, ਠੀਕ ਹੈ ਜੀ। ਅਪੈਂਡਿਕਸ 9, ਅਪੈਂਡਿਕਸ 9 ਇਹਦਾ ਹੈਗਾ ਅੱਗੇ 1, ਪੈਰਾ 1। ਠੀਕ ਹੈ ਸਰ, ਠੀਕ ਹੈ। ਪਰ ਟੈਨੈਂਸੀ ਐਕਟ ਵਿੱਚ ਉੱਥੇ ਘੱਟ ਹੀ ਆਉਂਦੇ ਕੁਛ, ਸਾਰੇ ਬਾਕੀ ਲਾਂਭੋ ਆਉਂਦੇ। ਲਾਮੋ 50 ਨੰਬਰ ਦਾ 50 ਨੰਬਰ ਦਾ ਹੋਣਾ, 50 ਦਾ ਦੂਜੇ ਦਾ। ਦੇਖੋ 50 ਨੰਬਰ ਦਾ ਤੁਹਾਡਾ ਹੈ ਨਾ ਟੈਨੈਂਸੀ ਐਕਟ। ਆਈ ਥਿੰਕ 50 ਨੰਬਰ ਦਾ ਟੈਨੈਂਸੀ ਐਕਟ ਹੈ ਨਾ। 50 ਦਾ ਟੈਨੈਂਸੀ ਆ, 50 ਦੇ ਦੂਜੇ। 50 ਦਾ 25 ਦਾ ਹੋਇਆ, 25 ਦਾ LAM ਹੋ ਗਿਆ, 25 ਦਾ ਤੁਹਾਡਾ ਇਹ ਸੈਟਲਮੈਂਟ ਮੈਨੂੰ ਹੋ ਗਿਆ। ਠੀਕ ਹੈ, ਕੋਈ ਐਸੀ ਗੱਲ ਨਹੀਂ, ਉਹਦੇ ਮੁਤਾਬਕ ਹੀ ਕਵਰ ਹੋ ਰਿਹਾ। ਦੇਖੋ ਤੁਹਾਡਾ ਹੁਣ 2 ਨੰਬਰ ਕੁਐਸਚਨ ਹੈ, ਤੁਹਾਡਾ ਸਾਰਾ ਟੈਨੈਂਸੀ ਦਾ 2 ਨੰਬਰ ਕੁਐਸਚਨ ਜਿਹਦੀਆਂ ਉੱਪਰ ਆ ਗਈਆਂ, ਉਹਦੇ ਵਿੱਚ ਵੀ 50% ਦੀ ਹੈ ਜਿਹੜਾ ਕੁਐਸਚਨ 1 ਆ ਗਿਆ ਤੁਹਾਡਾ। ਠੀਕ ਹੈ, ਕੁਐਸਚਨ ਨੰਬਰ 3 ਇਹਨਾਂ ਦੀ ਗੱਲ, ਕੁਐਸਚਨ ਨੰਬਰ 3 ਦੇ ਵਿੱਚ ਵੀ ਅੱਧਾ ਟੈਨੈਂਸੀ ਐਕਟ 'ਚੋਂ ਆ ਗਿਆ, ਅੱਧਾ LAM 'ਚੋਂ ਆ ਗਿਆ। ਤੇ ਕੁਐਸਚਨ ਨੰਬਰ 4 ਕਲਾਸਿਸ ਆਫ ਟੈਨੈਂਟਸ, ਇਹ ਅਪੈਂਡਿਕਸ 9 ਆ ਗਈ। ਤੇ ਅਗਲਾ ਕੁਐਸਚਨ ਇਹਦਾ ਹੈਗਾ B ਪਾਰਟ, ਇਨ ਵਾਟ ਮੈਨਰ ਹੈਡਮੈਨ ਇਜ਼ ਰਿਮਿਊਨਰੇਟਡ। ਟੈਨੈਂਟ ਚ ਦਾ ਅਪੈਂਡਿਕਸ 9 ਚ ਹੈ ਸਰ। ਹੈ ਜੀ, ਕਲਾਸ ਟੈਨੈਂਟਸ ਹੈ। ਹਾਂ, ਅਪੈਂਡਿਕਸ 9 ਦਾ ਕਿੱਥੋਂ ਦੱਸਿਆ ਜੀ? ਅਪੈਂਡਿਕਸ 9 ਦਾ ਇੱਕ ਪਾਰਟ ਪੈਰਾ 1। 7 ਤਰ੍ਹਾਂ ਦੀਆਂ ਕਿਸਮਾਂ ਆ ਟੈਨੈਂਟ। ਕਿੰਨੇ? 7 ਤਰ੍ਹਾਂ ਦੇ ਟੈਨੈਂਟ। ਠੀਕ ਹੈ, ਰਾਈਟ ਸਰ। 7 ਤਰ੍ਹਾਂ ਦੀਆਂ ਦੱਸੀਆਂ ਵੀਆਂ ਨੇ। ਆਕੂਪੈਂਸੀ ਟੈਨੈਂਟ, ਰਾਈਟ ਆਫ ਵਿਦਆਊਟ ਆਕੂਪੈਂਸੀ ਰਾਈਟਸ ਆਫ ਪਰ ਬਿਗਾ, ਫਿਕਸਡ ਰੈਂਟ ਲੈਂਦੇ ਨੇ, ਕਈ ਕੈਸ਼ ਰੈਂਟ ਲੈਂਦੇ ਨੇ, ਕਈ ਕਾਈਂਡ ਰੈਂਟ ਲੈਂਦੇ ਨੇ। ਦੇਖੋ ਜਵਾਨੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਆਕੂਪੈਂਸੀ ਰੈਂਟ ਵੀ ਹੁੰਦੇ ਨੇ, ਕੰਡੀਸ਼ਨਲ ਵੀ ਹੁੰਦੀ ਹੈ, ਈਅਰ ਟੂ ਈਅਰ ਵੀ ਹੁੰਦੇ ਨੇ ਟੈਨੈਂਟ। ਕੋਈ ਪੱਕੇ ਤੌਰ ਤੇ ਲੈਂਦੇ ਨੇ, ਕੋਈ ਫਿਕਸ ਲੈਂਦੇ ਨੇ, ਕੋਈ ਕਾਈਂਡ 'ਚ ਲੈਂਦੇ ਨੇ। ਇਹ ਆਪਾਂ ਜਿਵੇਂ ਆਪਾਂ ਜ਼ਮੀਨ ਯਾਰ ਵਟਾਈ ਤੇ ਦਿੰਦੇ ਆ ਖੇਤਾਂ ਪਿੰਡਾਂ ਦੇ ਵਿੱਚ, ਕਿਹੜੀਆਂ ਸ਼ਰਤਾਂ ਲਾਗੂ ਹੁੰਦੀਆਂ ਨੇ। ਜਮਾਬੰਦੀ ਚ 9 ਨੰਬਰ ਹੁੰਦਾ ਸੀ ਸਰ, ਸ਼ਰਾ ਚਕੋਤਾ, ਬਿਲਕੁਲ ਸਾਲ ਤਮਾਮ। ਠੀਕ ਹੈ, ਕਈ ਪਹਿਲਾ ਜ਼ਮਾਨਾ ਸੀਗਾ, ਪਹਿਲਾ ਜ਼ਮਾਨਾ ਜੀ ਫਸਲ ਚੋਂ ਫਸਲ ਵਟਾਇਆ ਕਰਦੇ। ਠੀਕ ਹੈ, ਵਟਾਈ ਨਿਸਫੀ ਏਦਾਂ ਦਾ ਲਿਖਿਆ ਹੁੰਦਾ ਸੀ, ਉਹਦਾ ਮਤਲਬ ਹੁੰਦਾ ਸੀ ਐਗਰੀਕਲਚਰ। ਚਲੋ ਹੁਣ ਵਾਲੇ ਨੇ ਪੱਕੇ ਤੌਰ ਤੇ ਫਿਕਸ ਕਰ ਲਏ, ਰੇਟ ਫਿਕਸ ਕਰ ਲਏ, ਭਾਈ ਤੇਰੀ ਜਿੰਨੀ ਮਰਜ਼ੀ ਹੁੰਦੀ ਹੋਈ ਜਾਵੇ, ਮੈਨੂੰ ਤਾਂ ਪੱਕਾ ਇੰਨੇ ਪੈਸੇ ਚਾਹੀਦੇ ਨੇ। ਠੀਕ ਹੈ ਜੀ, ਅਗਲਾ ਕੁਐਸਚਨ ਕਰਦੇ ਹਾਂ ਜੀ। ਇਨ ਵਟ ਮੈਨਰ ਹੈਡਮੈਨ ਇਜ਼ ਰਿਮਿਊਨਰੇਟਡ? ਵਾਟ ਆਰ ਦਾ ਗਰਾਊਂਡਸ ਆਫ ਦਾ ਡਿਸਮਿਸਲ ਆਫ ਏ ਹੈਡਮੈਨ?
ਦੇਖੋ ਹੈਡਮੈਨ ਦੀ ਆਪਾਂ ਪੜ੍ਹਿਆ ਸੀਗਾ, ਇੱਕ ਤਾਂ ਹੈਗਾ ਸੀ ਲੈਂਡ ਰੈਵਨਿਊ ਰੂਲ ਦੇ ਵਿੱਚ ਹੈਡਮੈਨ ਬਾਰੇ, ਠੀਕ ਹੈ। ਇਹਦੇ ਵਿੱਚ ਹੈ ਸਾਡੇ ਕੋਲ LAM ਦੇ ਵਿੱਚ ਹੈਗਾ ਹੈਡਮੈਨ ਦਾ ਪੈਰਾ ਪੂਰਾ, ਵਿਲੇਜ ਹੈਡਮੈਨ ਚੈਪਟਰ 8 ਹੈਗਾ, ਠੀਕ ਹੈ ਜੀ। ਇਹ ਕੁਐਸਚਨ ਹੈਗਾ ਹੈਡਮੈਨ ਦੇ ਰਿਗਾਰਡਿੰਗ, ਚੈਪਟਰ 8 ਹੈਗਾ ਸਾਡੇ LAM ਦੇ ਵਿੱਚ, ਉਹਦੇ ਵਿੱਚ ਚਲੇ ਜਾਓ, ਉੱਥੋਂ ਦੇਖੋ ਕਿੱਥੋਂ ਲਿਖੋਗੇ। ਪੈਰਾ 308 309 ਸ਼ਾਇਦ ਹੈਗੇ ਆ, 308 319 308 319 ਚੈਪਟਰ 319। ਠੀਕ ਹੈ ਜੀ। ਪਹਿਲਾਂ ਤਾਂ ਤੁਸੀਂ ਸਹੀ ਚੈਪਟਰ ਤੇ ਪਹੁੰਚਣਾ ਹੈ, ਫਿਰ ਪੈਰਾ ਤਾਂ ਆਪ ਹੀ ਮਿਲ ਜਾਂਦਾ ਤੁਹਾਨੂੰ, ਜੇ ਤੁਸੀਂ ਸਹੀ ਜਗ੍ਹਾ ਤੇ ਪਹੁੰਚੋਗੇ। 308 ਤੇ 319 ਜੋ ਕਵਰ ਕਰ ਲਓਗੇ, ਠੀਕ ਹੈ ਜੀ। 75 ਦੇ ਰੂਪ ਚ ਦਿੰਦੇ ਜੀ ਆਪਾਂ ਰਿਮਿਨਰੇਸ਼ਨ ਨੂੰ, ਹੈਡਮੈਨ ਨੂੰ। ਡਿਸਮਿਸਲ ਦੀਆਂ ਆਪਾਂ 5-6 ਕੰਡੀਸ਼ਨਾਂ ਪੜ੍ਹੀਆਂ ਬਹੁਤ ਵਾਰੀ, ਕੋਈ ਲਾਗੂ ਹੁੰਦੀਆਂ ਇੱਥੇ ਵੀ ਉੱਥੇ ਵੀ। ਨੈਕਸਟ ਕੁਐਸਚਨ ਨੰਬਰ 5 ਆ ਗਿਆ ਜੀ, ਨੋਟ ਕਰ ਲਿਆ ਜੀ ਤੁਸੀਂ 308 319 LAM ਦਾ ਪੈਰਾ। ਕੁਐਸਚਨ ਨੰਬਰ 4 ਦਾ B ਪਾਰਟ। ਕੁਐਸਚਨ ਨੰਬਰ 5 ਦੇ ਵਿੱਚ ਹੈਗਾ ਵਾਟ ਆਰ ਦਾ ਗਰਾਊਂਡਸ ਆਫ ਦਾ ਐਜੈਕਟਮੈਂਟ ਆਫ ਇੱਕ ਆਕੂਪੈਂਸੀ ਟੈਨੈਂਟ। ਆਕੂਪੈਂਸੀ ਟੈਨੈਂਟ ਨੂੰ ਜੇ ਰਿਜੈਕਟ ਕਰਨਾ ਹੋਵੇ ਤਾਂ ਕਿਹੜੀਆਂ ਗਰਾਊਂਡ ਹੋਣੀ ਚਾਹੀਦੀਆਂ ਨੇ, ਬਹੁਤ ਇੰਪੋਰਟੈਂਟ ਹੈ। ਆਕੂਪੈਂਸੀ ਟੈਨੈਂਟ ਨੂੰ ਥੋੜਾ ਰਿਜੈਕਟ ਕਰਨਾ ਵੀ ਔਖਾ ਹੁੰਦਾ ਹੈ, ਪਰ ਜੇ ਰਿਜੈਕਟ ਕਰਨਾ ਹੈ ਤਾਂ ਸੈਕਸ਼ਨ 39 ਟੈਨੈਂਸੀ ਐਕਟ ਦਾ ਜੀ, 39 ਇਹਦਾ B ਪਾਰਟ ਹੈ। ਹਾਊ ਡਜ਼ ਆਕੂਪੈਂਸੀ ਰਾਈਟ ਆਰ ਡਿਵੋਲਵਡ, ਇਹ ਆ ਗਿਆ ਤੁਹਾਡੇ ਵਾਲਾ ਕੁਐਸਚਨ ਜੀ। ਆਕੂਪੈਂਸੀ ਰਾਈਟ ਡਿਵੈਲਪ ਕਿਵੇਂ ਹੁੰਦੇ ਆ ਅੱਗੇ ਜੇ ਕੋਈ ਆਕੂਪੈਂਸੀ ਟੈਨੈਂਟ ਦੀ ਡੈਥ ਹੋ ਜਾਂਦੀ ਹੈ ਤਾਂ ਉਹਦੇ ਰਾਈਟਸ ਨੇ ਥੱਲੇ ਨੀਚੇ ਵੱਲ ਕਿਵੇਂ ਜਾਂਦੇ ਨੇ, ਸੈਕਸ਼ਨ 59 ਜੀ, ਸੈਕਸ਼ਨ 59 ਵਿਰਾਸਤ ਕਿਵੇਂ ਹੁੰਦੀ ਹੈ ਆਕੂਪੈਂਸੀ ਟੈਨੈਂਟ ਦੀ। ਡਿਵੋਲਵ ਦਾ ਮਤਲਬ ਸਰ ਇੱਥੇ ਕੀ ਲਿਆ ਇਹਨਾਂ ਨੇ? ਡਿਵੋਲਵ ਦਾ ਮਤਲਬ ਇਹ ਹੁੰਦਾ ਵੀ ਥੱਲੇ ਕਿਵੇਂ ਜਾਣਗੇ, ਜਿਵੇਂ ਕਿਸੇ ਦੀ ਡੈਥ ਹੋ ਜਾਂਦੀ ਹੈ ਮੰਨ ਲਓ, ਹੋਰ ਅਲਾਈਨੇਸ਼ਨ ਸਕਸੈਸ਼ਨ ਹੁੰਦੀ ਹੈ ਨਾ। ਇਹ ਡਿਵੋਲਵ ਦਾ ਹੁੰਦਾ ਸਕਸੈਸ਼ਨ ਹੋਣੀ ਕਿਸੇ ਦੀ, ਜਦੋਂ ਕਿਸੇ ਦੀ ਸਕਸੈਸ਼ਨ ਹੁੰਦੀ ਤਾਂ ਹੀ ਡਿਵੋਲਵ ਹੁੰਦੇ ਨਾ ਜੀ, ਰਾਈਟਸ ਤਾਂ ਹੀ ਅੱਗੇ ਜਾਂਦੇ ਨੇ ਉਹਦੇ ਵਾਰਸਾਂ ਨੂੰ। ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ, ਰਾਈਟਸ ਡਿਵੋਲਵ ਹੋਣਾ, ਜਦੋਂ ਬੰਦਾ ਨਾ ਰਹੇ ਤਾਂ ਉਹਦੇ ਜਿਹੜੇ ਰਾਈਟਸ ਨੇ ਥੱਲੇ ਜਾਂਦੇ ਨੇ ਉਹਦੇ ਕਾਨੂੰਨੀ ਵਾਰਸਾਂ ਨੂੰ, ਲੀਗਲ ਵਾਰਸਾਂ ਨੂੰ। ਇਹ ਸੈਕਸ਼ਨ 59 ਹੈ। ਪਹਿਲਾਂ ਕਿਸੇ ਨੇ ਕੁਐਸਚਨ ਪੁੱਛਿਆ ਸੀਗਾ ਵੀ ਜੇ ਕਿਸੇ ਦਾ ਵਿਰਾਸਤ ਕਿਸੇ ਦੀ ਉਹਦੀ ਡੈਥ ਹੋ ਜਾਂਦੀ ਹੈ ਟੈਨੈਂਟ ਦੀ, ਤਾਂ ਉਹ ਫਿਰ ਕਿਵੇਂ ਵਿਰਾਸਤ ਕਿਵੇਂ ਹੁੰਦੀ ਹੈ, ਕਿਹਨਾਂ ਦਾ ਕੁਐਸਚਨ ਸੀਗਾ ਜੀ? ਸਰ ਤੋਂ ਸੀਗਾ ਸਰ ਮੇਰਾ ਜੀ। ਹਾਂ, ਅੰਮ੍ਰਿਤਸਰ ਤੋਂ ਰਾਜੀਵ ਕੁਮਾਰ। ਅੰਮ੍ਰਿਤਸਰ ਤੋਂ? ਹਾਂਜੀ ਸਰ। ਸਦਰ ਕਾਨੂੰਗੋ ਆਈ ਥਿੰਕ ਹੈ। ਕੀ ਨਾਮ ਹੈ ਤੁਹਾਡਾ? ਹਾਂਜੀ ਸਰ ਮੇਰਾ ਨਾਮ ਰਾਜੀਵ ਕੁਮਾਰ ਹੈ। ਰਾਜੀਵ ਕੁਮਾਰ, ਇਹ ਸੈਕਸ਼ਨ 59 ਹੈ ਜੀ। ਸਰ ਇਹਦਾ ਇੰਤਕਾਲ ਦਰਜ ਹੋਊਗਾ ਜੀ? ਹਾਂਜੀ, ਅਪਲਾਈ ਕਰੋ, ਅਪਲਾਈ ਰੈਵਨਿਊ ਆਫਿਸਰ ਕੋਈ। ਆ ਦੇਖੋ ਨਾ, ਇਹਦਾ ਕੁਐਸਚਨ ਲਿਖਿਆ ਆਨਸਰ ਪਹਿਲਾ ਇਹਦਾ ਹੈਗਾ when a tenant having a right of occupancy in any land dies the right shall devolve, right shall devolve। ਇਸ ਤਰੀਕੇ ਨਾਲ ਡਿਵੋਲਵ ਹੋਣਗੇ ਰਾਈਟ। ਇਹਦਾ ਇੰਤਕਾਲ ਦਰਜ ਹੋਊਗਾ? ਹੈ ਜੀ, ਇੰਤਕਾਲ ਦਰਜ ਹੁੰਦਾ ਹੈ, ਇੰਤਕਾਲ ਦਰਜ ਹੁੰਦਾ ਹੈ ਜੀ। ਨੈਕਸਟ ਪੜਾਂਗੇ ਜੀ ਆਪਾਂ ਕੁਐਸਚਨ ਨੰਬਰ 6, ਡਿਸਕ੍ਰਾਈਬ ਦਾ ਪ੍ਰੋਸੈਸ ਆਫ ਰਿਕਵਰੀ ਆਫ ਏਰੀਅਰਸ। ਰਿਕਵਰੀ ਆਫ ਏਰੀਅਰਸ, ਰਿਕਵਰੀ ਆਫ ਏਰੀਅਰ ਦਾ ਸਾਡੇ ਕੋਲੇ ਲੈਂਡ ਰੈਵਨਿਊ ਐਕਟ ਦੇ ਸੈਕਸ਼ਨ 61 ਤੋਂ ਸਟਾਰਟ ਹੁੰਦੇ ਸੀ 90 ਤੱਕ, ਠੀਕ ਹੈ। ਇੱਥੇ ਸਾਡੇ ਕੋਲੇ LAM ਦੇ ਵਿੱਚ ਹੈਗੇ ਆ ਏਰੀਅਰਸ ਰਿਕਵਰੀ, ਮਤਲਬ ਕਿ ਸੈਕਸ਼ਨ ਚੈਪਟਰ 15 ਸਾਡੇ ਕੋਲ ਹੈਗਾ ਜਿਹੜਾ ਕਲੈਕਸ਼ਨ ਆਫ ਲੈਂਡ ਰੈਵਨਿਊ, ਇਹਦੇ ਵਿੱਚ ਹੀ ਕਵਰ ਹੋਏਗਾ ਮੇਰੇ ਖਿਆਲ ਹੈ। ਕਲੈਕਸ਼ਨ ਆਫ ਲੈਂਡ ਰੈਵਨਿਊ ਦੇ ਵਿੱਚ ਪ੍ਰੋਸੈਸ ਆਫ ਰਿਕਵਰੀ ਆਫ ਏਰੀਅਰਸ, ਸੈਕਸ਼ਨ ਪੈਰਾ 520 ਦੇਖੋ ਜੀ, LAM ਦਾ ਪੈਰਾ 520। ਠੀਕ ਹੈ ਰਾਈਟ ਸਰ। ਨੋਟ ਕਰ ਲਓ ਜੀ, ਹਾਂਜੀ ਉਹ ਨੋਟ ਕਰ ਲਓ। What are the duties of the district Kannogo, office Kannogo and field Kannogo? ਸਾਡੇ ਕੋਲੇ ਉਹਦੇ ਵਿੱਚ ਜਦ ਤਾਂ ਲੈਂਡ ਕੋਡ ਮੈਨੂਅਲ ਵਿੱਚ ਸੀਗਾ, ਪਰ ਹੁਣ ਅਸੀਂ ਡੀਲ ਕਰ ਰਹੇ ਹਾਂ। ਦੇਖੋ ਇਹ ਨਾ ਤਾਂ ਸੈਟਲਮੈਂਟ, ਐਡਮਿਨਿਸਟ੍ਰੇਸ਼ਨ ਮੈਨੂਅਲ ਚ, ਹਾਂ ਅਸੀਂ ਐਡਮਿਨਿਸਟ੍ਰੇਸ਼ਨ ਕਰ ਰਹੇ ਹਾਂ, ਐਡਮਿਨਿਸਟ੍ਰੇਸ਼ਨ ਕਰਨੀ ਹੈ, ਠੀਕ ਹੈ ਜੀ। ਨੰਬਰ 7 ਚ ਹੈ ਸਰ। 294 ਤੋਂ 294 95 96, ठीक है करनैल सिंह, बिल्कुल ठीक, राइट। 294 295 296 LAM, नोट कर लो जी। क्वेश्चन नंबर 7,
who is entitled to apply for the partition? ਪਾਰਟੀਸ਼ਨ ਦੇਖੋ ਕਿੱਥੇ ਆਏਗੀ, ਟੈਨੈਂਸੀ ਐਕਟ 'ਚ ਨਹੀਂ ਆਉਂਦੀ, ਠੀਕ ਹੈ ਜੀ, ਸੈਟਲਮੈਂਟ ਮੈਨੂਅਲ 'ਚ ਨਹੀਂ ਆਉਂਦੀ, ਠੀਕ ਹੈ ਜੀ। ਪਾਰਟੀਸ਼ਨ LAM 'ਚ ਆਏਗੀ। ਪਾਰਟੀਸ਼ਨ ਚੈਪਟਰ ਪੂਰਾ ਤੁਹਾਡੇ ਕੋਲ ਦਿੱਤਾ ਹੋਇਆ, ਇਹਦੇ ਵਿੱਚ ਚੈਪਟਰ ਨੰਬਰ 13 ਪਾਰਟੀਸ਼ਨ ਦੇ ਰਿਗਾਰਡਿੰਗ। ਚੈਪਟਰ ਨੰਬਰ 13 'ਚ ਪਹੁੰਚੋਗੇ ਸਿੱਧਾ, ਉੱਥੇ ਫਿਰ ਪਹਿਲਾਂ ਦੇਖੋਗੇ ਤੁਸੀਂ 455 ਹਾਂ, who is entitled to apply the partition? ਕੋਈ ਵੀ ਸ਼ੇਅਰ ਹੋਲਡਰ ਪਾਰਟੀਸ਼ਨ ਲਈ ਅਪਲਾਈ ਕਰ ਸਕਦਾ ਹੈ। ਹੁਣ ਇਹ 'ਚ ਥੋੜੀ ਅਮੈਂਡਮੈਂਟ ਹੋ ਸਕੀ ਹੈ, ਪਰ ਅੱਗੇ ਪਹਿਲਾਂ ਟੈਨੈਂਟ ਨੂੰ ਵੀ ਰਾਈਟ ਸੀ ਪਾਰਟੀਸ਼ਨ ਕਰਾਉਣ ਦਾ, ਪਰ ਹੁਣ ਨਵੀਂ ਜਿਹੜੀਆਂ ਅਮੈਂਡਮੈਂਟ ਹੋਈਆਂ ਨੇ ਇਹਦੇ ਵਿੱਚ ਪਾਰਟੀਸ਼ਨ ਜਿਹੜਾ ਟੈਨੈਂਟ ਨੂੰ ਜਿਹੜਾ ਰਾਈਟਸ ਹੈ ਉਹ ਨਹੀਂ ਰਹਿ ਗਿਆ ਪਾਰਟੀਸ਼ਨ ਕਰਾਉਣ ਦਾ। ਕੁਐਸਚਨ ਨੰਬਰ 7 ਹੈਗਾ ਜੀ, ਬਰੀਫਲੀ ਡਿਸਕ੍ਰਾਈਬ ਦ ਟਾਈਪਸ ਆਫ ਦ ਲੈਂਡ ਰੈਵਨਿਊ। ਬਰੀਫਲੀ ਡਿਸਕ੍ਰਾਈਬ ਦ ਟਾਈਪਸ ਆਫ ਦ ਲੈਂਡ ਰੈਵਨਿਊ। ਲੈਂਡ ਰੈਵਨਿਊ ਟਾਈਪਸ, ਟੈਨੈਂਸੀ ਐਕਟ। ਲੈਂਡ ਰੈਵਨਿਊ ਤਾਂ ਫਿਰ ਤੁਹਾਡਾ ਲੈਂਡ ਰੈਵਨਿਊ ਕਲੈਕਸ਼ਨ 'ਚ ਜਾਂ ਤਾਂ ਫਿਰ ਤੁਸੀਂ ਡੀਲ ਕਰੋਗੇ ਚੈਪਟਰ 15 ਦਾ LAM, ਜਾਂ ਫਿਰ ਟੈਨੈਂਸੀ ਐਕਟ ਦੇ ਵਿੱਚ ਆਏਗਾ। ਟੈਨੈਂਸੀ ਐਕਟ ਦੇ ਵਿੱਚ 4 ਦਾ 110 4 4 ਦਾ 11 4 ਦਾ 10 ਵੀ ਹੈ ਸਰ ਲੈਂਡ ਰੈਵਨਿਊ ਜੀ। 4 ਦਾ 10 4 ਦਾ 10 ਠੀਕ ਹੈ, ਇਹੀ ਲਿਖ ਦੋਗੇ ਜੀ। Land revenue means the land revenue assessed under any law for the time being in force assessable under the Punjab Land Revenue Act 1887 and includes any rates imposed। ਇਹ ਆ ਗਈਆਂ ਉਹਦੀਆਂ ਕਿਸਮਾਂ ਅੱਗੇ ਕੀ ਉਹਦੇ ਵਿੱਚ ਹੁੰਦਾ ਹੈਗਾ ਹੈ ਜੀ। any rate of imposed in respect of the increased value of the land। ਜੇ ਵੈਲਿਊ ਇਨਕਰੀਜ਼ ਹੋ ਜਾਂਦੀ ਹੈ ਤਾਂ ਅੱਗੇ ਕੋਈ ਹੋਰ ਪੈਸੇ ਲਗਾਏ ਜਾਂਦੇ ਨੇ, ਕੋਈ ਰੈਂਟ ਵਗੈਰਾ ਆ ਜਾਂਦਾ। any some payable in respect of the land by way of quit rent। Immutation of service, ठीक है जी, यही लिखोगे जी 4 ਦਾ 10। नेक्स्ट आ गया जी क्वेश्चन, नोट कर लिया जी। पंजाब टेनेंसी एक्ट सैक्शन 4 ਉਹਦਾ 10 ਪਾर्ट जी। रेट्स एंड सेसेस ਦਾ ਜੇ ਤਾਂ ਫਿਰ ਤੁਸੀਂ 11 ਲਿਖ ਦੋਗੇ। ਅੱਗੇ ਹੈਗਾ क्वेश्चन नंबर 8 जी, व्हाट इज द इंपॉर्टेंस खतौनी एंड जमाबंदी। What is the importance of खतौनी and जमाबंदी in field measurement? Field measurement ਦੀ ਜਿਹੜੀ ਚੈਪਟਰ ਸੀ ਸਾਡਾ ਅੰਤਕਾ 7 ਹੈ ਜੀ, ਠੀਕ ਹੈ। ਅੰਤਕਾ 7 ਹਾਂਜੀ, ਦੇ ਵਿੱਚ ਹੀ ਹੈ ਜੀ, ਸਾਰਾ ਕੁਝ ਇਹਦੇ ਵਿੱਚ ਹੀ ਆ ਗਿਆ ਜੀ। ਅੰਤਕਾ 7 ਦਾ ਇੱਕ ਪਾਰਟ ਜਮਾਬੰਦੀ ਬਾਰੇ ਸਰ ਹੈ ਜੀ। ਜਮਾਬੰਦੀ ਬਾਰੇ ਕਿਹਾ ਸਰ, ਇਹਦੇ ਵਿੱਚ ਹੀ ਸਾਰਾ ਕੁਝ ਆਏਗਾ। क्वेश्चन बोलिए दोबारा जी। What is the importance of खतौनी and जमाबंदी? खतौनी ਤੋਂ ਬਾਅਦ जमाबंदी ਬਣਦੀ ਹੈ ਜੀ ਨਾ ਜੀ। ਤੋਂ ਬਾਅਦ ਜਦੋਂ ਖਤੌਨੀ ਪੈਮਾਇਸ਼ ਬਣ ਗਈ ਫਿਰ जमाबंदी ਬਣਦੀ ਹੈ। ਸਾਰਾ ਤੁਹਾਡਾ ਅੰਤਕਾ 7 ਦਾ ਇੱਕ ਪਾਰਟ ਹੈ। ਇਨ ਫੀਲਡ ਮੇਜਰਮੈਂਟ, ਜਦੋਂ ਫੀਲਡ ਦੀ ਮੇਜਰਮੈਂਟ ਹੁੰਦੀ ਹੈ, ਖੇਤਾਂ ਦੀ ਮੇਜਰਮੈਂਟ ਹੁੰਦੀ ਹੈ, ਤਾਂ ਪਹਿਲਾਂ ਖਤੌਨੀ ਪੈਮਾਇਸ਼ ਬਣਦੀ ਹੈ, ਫਿਰ ਜਮਾਬੰਦੀ ਤਿਆਰ ਹੋ ਜਾਂਦੀ ਹੈ। ਨੈਕਸਟ ਆ ਗਿਆ ਐਕਸਪਲੇਨ ਵਾਜਬੁਲ ਅਰਜ਼। ਫਿਰ ਕੁਐਸਚਨ ਆ ਗਿਆ ਤੁਹਾਡਾ ਉਹੀ ਐਕਸਪਲੇਨ ਵਾਜਬੁਲ ਅਰਜ਼ 5 ਨੰਬਰ ਦਾ। ਉਹੀ ਅੰਤਕਾ 7 8 'ਚ ਜਾਓਗੇ ਤੁਸੀਂ, 8 ਦਾ E ਪਾਰਟ ਨੋਟ ਕਰ ਲਓ ਜੀ। ਅੰਤਕਾ 8 ਦਾ E ਪਾਰਟ। ਕਾਫੀ ਡਿਟੇਲ ਹੈ ਜੀ 8 ਦਾ E ਪਾਰਟ ਦੇ ਵਿੱਚ। ਵਾਜਬੁਲ ਅਰਜ਼ ਔਰ ਵਿਲੇਜ ਐਡਮਿਨਿਸਟ੍ਰੇਸ਼ਨ ਪੇਪਰ, ਬਹੁਤ ਲੰਮੀ ਚੌੜੀ ਡਿਟੇਲ ਦਿੱਤੀ ਹੈ ਇਹਦੇ ਵਿੱਚ। ਤੁਸੀਂ ਕੁਐਸਚਨ ਦੇ ਅਕੋਰਡਿੰਗ, ਕੁਐਸਚਨ ਦੇ ਨੰਬਰ ਦੇ ਅਕੋਰਡਿੰਗ ਲਿਖ ਦੇਣੀ ਹੈ, ਠੀਕ ਹੈ ਜੀ।
ਕਾਮਨ ਲੈਂਡ ਕਿਹੜੀ ਹੋਏਗੀ, ਰਾਈਟ ਆਫ ਗ੍ਰੇਜ਼ਿੰਗ ਦੇ ਕਿਸ ਕਿਸ ਨੂੰ ਹੋਣਗੇ ਰਾਈਟਸ ਹੋਣਗੇ, ਸਿਆਰ ਪ੍ਰੋਡਿਊਸ ਕੀ ਹੋਏਗਾ, ਮਲਬਾ ਸੈਸ ਕੀ ਹੋਏਗਾ, ਇਰੀਗੇਸ਼ਨ ਦੇ ਕਸਟਮਰ ਰਿਵਾਜ ਰੀਤੀ ਰਿਵਾਜ ਕੀ ਹੋਣਗੇ। ਠੀਕ ਹੈ ਜੀ, ਨਾਲ ਤੁਹਾਡਾ ਜਿਹੜਾ ਇਹ ਕਾਫੀ ਤੁਹਾਡੇ ਪੇਪਰ ਹੋ ਚੁੱਕੇ ਇਹਦੇ 3 ਨੰਬਰ ਦੇ। ਮੇਰੇ ਖਿਆਲ ਤਾਂ ਠੀਕ ਹੈ ਸਾਰਾ, ਤੁਹਾਨੂੰ ਕੋਈ ਨਹੀਂ ਪ੍ਰੋਬਲਮ ਲੱਗਦੀ, ਸੋਲਵ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ। ਸਰ ਅੱਜ ਆਪਾਂ ਨੇ 1.5 ਘੰਟੇ ਦੇ ਵਿੱਚ 2 ਕੁਐਸਚਨ ਪੇਪਰ ਸਰਚ ਕੀਤੇ ਆ ਜੀ। ਹਾਂਜੀ 1.5 ਤੋਂ ਘੱਟੇ ਲੱਗਿਆ ਸਮਾਂ ਸਰ। ਹਾਂ 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 ਤੇ ਉੱਤੇ ਸਾਨੂੰ ਪੇਪਰ ਦੇ ਵਿੱਚ ਵੀ ਨਾ ਟਾਈਮ ਸ਼ੋਰਟ ਤੋਂ ਸ਼ੋਰਟ ਚ ਮਤਲਬ ਤੁਸੀਂ ਸਰਚ ਕਰ ਲਓ ਪਹਿਲਾਂ, ਫਟਾਫਟ ਸਰਚ ਕਰਕੇ ਆਪਦੇ ਕੁਐਸਚਨ ਪੇਪਰ ਤੇ ਨੰਬਰ ਲਿਖ ਲਓ, ਕਿਹੜੀ ਕਿਹੜੀ ਬੁੱਕ ਦਾ ਕੁਐਸਚਨ ਹੈ, ਫਿਰ ਫਟਾਫਟ ਲਿਖੀ ਜਾਓ ਬਸ। ਸਾਨੂੰ ਕਿੰਨੇ ਟਾਈਮ ਚ? ਦੇਖੋ ਜੀ, ਸਰਚ ਕਰਦੇ ਟਾਈਮ ਜ਼ਿਆਦਾ ਨਾ ਲਾਓ, ਤੁਸੀਂ ਲਿਖਣ ਦੇ ਟਾਈਮ ਲਾਓ ਬਸ। ਜਿਹੜਾ ਵੀ ਸਰਚ ਤੁਹਾਨੂੰ ਹੁੰਦਾ ਨਾਲ ਦੇ ਨਾਲ ਲਿਖੋ, ਪਹਿਲਾਂ ਉਸਨੂੰ ਲਿਖੀ ਜਾਓ। ਠੀਕ ਹੈ। ਪਤਾ ਵੀ ਪਹਿਲਾਂ ਜਿਹੜਾ ਸਰਚ ਕਰ ਲਿਆ ਉਸ ਨੂੰ ਲਿਖ ਦਈਏ ਸਰ। ਲਿਖੀ ਜਾਓ, ਹਾਂ ਸਰਚ ਕਰੀ ਜਾਓ, ਲਿਖੀ ਜਾਓ, ਸਰਚ ਕਰੀ ਜਾਓ, ਲਿਖੀ ਜਾਓ, ਸਰਚ ਕਰੀ ਜਾਓ, ਲਿਖੀ ਜਾਓ। ਠੀਕ ਹੈ ਸਰ। ਜੇ ਤੁਸੀਂ ਲੈਣਾ ਟਾਈਮ ਹੈ ਤਾਂ 10 ਕੁ ਮਿੰਟ ਵੱਧ ਤੋਂ ਵੱਧ ਲਾ ਸਕਦੇ ਹੋ, ਪਹਿਲਾਂ ਬਸ, ਜ਼ਿਆਦਾ ਸਮਾਂ ਨਹੀਂ ਲਾਣਾ। ਇਹ ਨਾ ਹੋਵੇ ਤੁਸੀਂ ਅੱਧਾ ਘੰਟਾ ਸਰਚ ਕਰਨ ਤੇ ਲਾ ਦਿਓ। 5-10 ਮਿੰਟ ਦਾ ਸਮਾਂ ਤੁਸੀਂ ਲਾ ਸਕਦੇ ਹੋ ਸਰਚ ਕਰਨ ਵਾਸਤੇ, 5-10 ਮਿੰਟ ਦਾ ਬਸ। 10 ਮਿੰਟ ਤੇ ਸਰਚ ਕਰਕੇ ਜਿੰਨਾ ਤੁਹਾਨੂੰ ਸਰਚ ਹੋਊਗੀ ਠੀਕ ਹੈ, ਫਿਰ ਤੁਸੀਂ ਲਿਖਣਾ ਸ਼ੁਰੂ ਕਰ ਦਿਓ। ਉਸ ਤੋਂ ਬਾਅਦ ਇਹ ਤੋਂ ਵੱਧ ਸਮਾਂ ਤੁਸੀਂ ਸਰਚਿੰਗ ਤੇ ਨਹੀਂ ਖਰਾਬ ਕਰਨਾ। ਠੀਕ ਹੈ ਜੀ, 5-10 ਮਿੰਟ ਲਾ ਲਓ, ਵਧੀਆ ਗੱਲ ਹੈਗੀ ਹੈ। 5-10 ਮਿੰਟ ਲਾ ਕੇ ਤੁਹਾਡੇ ਕੋਲ ਮਟੀਰੀਅਲ ਇਕੱਠਾ ਹੋ ਜਾਏਗਾ, ਫਿਰ ਤੁਸੀਂ ਉਹਨੂੰ ਲਿਖਣ 'ਚ ਦਿੱਕਤ ਨਹੀਂ ਆਏਗੀ। 5-10 ਮਿੰਟ ਲਾ ਲਓ ਪਹਿਲੇ ਸਰਚ ਕਰਨ ਤੇ, ਜ਼ਿਆਦਾ ਨਹੀਂ। ਠੀਕ ਹੈ ਜੀ, ਅੱਜ ਦੀ ਕਲਾਸ ਇੱਥੇ ਆਪਾਂ ਜਦੋਂ ਸਰ ਕੁਐਸਚਨ ਲਿਖਣੇ ਹੈ ਜੀ, ਹਾਂਜੀ ਲਿਖ ਦਾਂਗੇ ਵੀ ਜੋ ਵੀ ਹੈਗਾ ਐਜ ਪਰ ਇੰਟਰਸੈਕਸ਼ਨ ਸੋ ਐਂਡ ਸੋ ਜੀ। ਜੀ ਤਾਂ ਜੋ ਸੈਕਸ਼ਨ ਦਾ ਟਾਈਟਲ ਹੈ ਉਹ ਤਾਂ ਦੁਬਾਰਾ ਮੈਂਸ਼ਨ ਕਰ ਲਿਖਣ ਦੀ ਲੋੜ ਨਹੀਂ ਸਰ, ਆਨਸਰ ਵੇਲੇ ਤੇ ਲਿਖੀਏ ਜੀ ਇਹਨੂੰ। ਕਿਵੇਂ ਕਹਿ ਰਹੇ ਹੋ? ਜਿਵੇਂ ਸਰ ਜਿਹੜਾ ਵੀ ਕੁਐਸਚਨ ਆਪਾਂ ਨੇ ਸਰਚ ਕਰ ਲਿਆ ਵੀ ਆ ਸੈਕਸ਼ਨ ਨਾਲ ਰਿਲੇਟਡ ਹੈ ਸਰ, ਹਾਂ ਜਦੋਂ ਤੱਕ ਆਨਸਰ ਲਿਖਾਂਗੇ ਸਰ ਵੀ ਐਜ ਪਰ ਆਨਸਰ ਲਿਖਣ ਤੋਂ ਪਹਿਲਾਂ ਤੁਸੀਂ ਸੈਕਸ਼ਨ ਲਿਖਣੀ ਹੈ ਜੀ। ਆਨਸਰ ਲਿਖ ਕੇ ਆਪਦਾ ਆਨਸਰ ਨੰਬਰ ਤੁਸੀਂ ਲਿਖ ਲਿਆ, ਆਨਸਰ ਨੰਬਰ 8 ਹੈ, ਮੰਨ ਲਓ ਆਨਸਰ ਨੰਬਰ 1, ਆਨਸਰ ਨੰਬਰ 1 ਉੱਪਰ ਲਿਖੋਗੇ ਜੀ ਕੁਐਸਚਨ ਨੰਬਰ 1, ਥੱਲੇ ਕੁਐਸਚਨ ਨੰਬਰ 1 ਲਿਖ ਕੇ ਕੁਐਸਚਨ ਲਿਖਣ ਦੀ ਲੋੜ ਨਹੀਂ ਹੁੰਦੀ। ਠੀਕ ਹੈ, ਥੱਲੇ ਆਨਸਰ ਨੰਬਰ 1 ਲਿਖੋਗੇ, ਆਨਸਰ ਨੰਬਰ 1 ਦਾ ਪਾਰਟ A ਹੈ ਜਾਂ B ਹੈ ਜਾਂ C ਹੈ, ਜਿਹੜਾ ਵੀ ਲਿਖੋਗੇ। ਠੀਕ ਹੈ, ਉੱਥੇ ਲਿਖ ਕੇ ਫਿਰ ਉਹਦੇ ਸਾਹਮਣੇ ਤੁਸੀਂ ਲਿਖੋਗੇ ਆਪਦੀ ਬੁੱਕ ਦਾ ਨਾਮ, ਸੈਕਸ਼ਨ ਦਾ ਨਾਮ। ਠੀਕ ਹੈ ਸਰ। ਫਿਰ ਆਪਦਾ ਆਨਸਰ ਲਿਖਣਾ ਸ਼ੁਰੂ ਕਰੋਗੇ ਬਸ, ਫਿਰ ਵਿੱਚ ਲਿਖਣ ਦੀ ਲੋੜ ਨਹੀਂ ਬਾਰ-ਬਾਰ। ਤਾਂ ਕਹਿੰਦੇ ਸਰ ਆਨਸਰ ਦੇ ਵਿੱਚ ਤਾਂ ਕਈ ਵਾਰ ਆਨਸਰ ਸਿੱਧਾ ਵੀ ਲਿਖਿਆ ਜਾ ਸਕਦਾ, ਜਾਂ ਜਿਹੜਾ ਦਾ ਸੈਕਸ਼ਨ ਦਾ ਟਾਈਟਲ ਹੈ ਪਹਿਲਾਂ ਉਹ ਵੀ ਲਿਖਾਂਗੇ। ਟਾਈਟਲ ਤਾਂ ਲਿਖ ਦੋਗੇ ਪਹਿਲਾਂ, ਤੁਸੀਂ ਆਨਸਰ ਜਿੱਥੋਂ ਲਿਖਣਾ ਸ਼ੁਰੂ ਕਰਨਾ ਉੱਥੇ ਲਿਖ ਦਿਓ ਸਾਰਾ ਕੁਝ। ਮੇਨ ਚੀਜ਼ ਜਿਹੜੀ ਮੇਨ ਹੈਗੀ ਹੈ ਕੁਐਸਚਨ ਦਾ, ਉਹਦਾ ਸੈਕਸ਼ਨ ਨੰਬਰ, ਬੁੱਕ ਦਾ ਨਾਮ ਤੇ ਆਨਸਰ ਦਾ ਜਿਹੜਾ ਟਾਈਟਲ ਹੈ ਉੱਥੇ ਲਿਖ ਦਿਓ ਇੱਕ ਵਾਰੀ। ਆਨਸਰ ਜਦੋਂ ਸ਼ੁਰੂ ਕਰਨਾ ਤੁਸੀਂ, ਫਿਰ ਤੁਸੀਂ ਅੰਦਰ ਵਿੱਚ ਆਪਦਾ ਜੋ ਵੀ ਉਹਦਾ ਹੈਗਾ ਅੱਗੇ ਲਿਖੀ ਜਾਓ। ਠੀਕ ਹੈ, ਰਾਈਟ ਸਰ। ਹਾਂ, ਐਗਜ਼ਾਮੀਨਰ ਨੂੰ ਪੜ੍ਹ ਕੇ ਪਤਾ ਲੱਗ ਜਾਏ ਵੀ ਤੁਸੀਂ ਕਿਹੜੇ ਕੁਐਸਚਨ ਦੇ ਸੰਬੰਧ 'ਚ ਆਨਸਰ ਦੇ ਰਹੇ ਹੋ। ਉੱਪਰ ਕੁਐਸਚਨ ਨੰਬਰ ਜ਼ਰੂਰ ਪਾ ਦਿਓ ਇੱਕ ਵਾਰੀ। ਕੁਐਸਚਨ ਨੰਬਰ ਪਾ ਕੇ, ਕੁਐਸਚਨ ਨੰਬਰ ਜਿਵੇਂ 1 ਲਿਖਤਾ, ਕੁਐਸਚਨ ਨੰਬਰ 1 ਪਾ ਕੇ ਉੱਥੇ ਤੁਸੀਂ ਲਾਈਨ ਖਾਲੀ ਛੱਡ ਦਿਓ, ਚਾਹੇ ਕੁਐਸਚਨ ਨੰਬਰ ਲਿਖਣ ਦੀ ਲੋੜ ਨਹੀਂ ਹੈ। ਠੀਕ ਹੈ ਸਰ, ਟਾਈਮ ਵੇਸਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਠੀਕ ਹੈ, ਅੱਗੇ ਕੁਐਸਚਨ ਨੰਬਰ 1 ਪਾਤਾ, ਲਾਈਨ ਖਾਲੀ ਛੱਡਤੀ, ਕੁਐਸਚਨ ਨੰਬਰ 1 ਦਾ ਫਿਰ ਆਨਸਰ ਪਾਤਾ, ਆਨਸਰ ਨੰਬਰ 1। ਹਾਂਜੀ ਸਰ। ਠੀਕ ਹੈ, ਆਨਸਰ ਨੰਬਰ 1 ਪਾਤਾ, A ਪਾਤਾ ਜਾਂ B ਪਾਤਾ, ਜਿਹੜਾ ਵੀ ਹੈਗਾ, ਫਿਰ ਉਹਦਾ ਅੱਗੇ ਬੁੱਕ ਦਾ ਨਾਮ, ਸੈਕਸ਼ਨ ਦਾ ਨਾਮ। ਠੀਕ ਹੈ, ਅੱਗੇ ਆਨਸਰ ਲਿਖੀ ਉਹਨੂੰ ਡਿਟੇਲ ਲਿਖ ਦਿਓ ਬਸ ਉਹਦੀ। ਫਿਰ ਠੀਕ ਹੈ ਜੀ, ਕਲਾਸ ਖਤਮ ਕਰਨ ਤੋਂ ਪਹਿਲਾਂ ਕਿਸੇ ਦਾ ਕੋਈ ਕੁਐਸਚਨ ਹੈ ਕਰ ਸਕਦਾ ਹੈ? ਸਰ ਰਿਕਾਰਡਿੰਗ ਜ਼ਰੂਰ ਪਾ ਦਿਓ। ਹਾਂਜੀ ਹਾਂ, ਰਿਕਾਰਡਿੰਗ ਬੇਟੇ ਪਾ ਦੇਣਾ, ਨਹੀਂ ਪਾ ਦਵਾਂਗਾ ਜੀ। ਠੀਕ ਹੈ ਜੀ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ।